ਮੁਖ ਛਬੀ ਅਪਾਰ ਪੂਰਨ ਅਵਤਾਰ। ਮੁਖ ਛਵੀ ਅਪਾਰ, ਮੁਖ ਦੀ ਜਿਹੜੀ ਛਵੀ ਹੈ, ਸੁੰਦਰਤਾ ਹੈ, ਜੋ ਜੋਤ ਹੈ, ਅਪਾਰ ਛਵੀ ਹੈ। ਪੂਰਨ ਅਵਤਾਰ, ਪੂਰਨ ਅਵਤਾਰ ਹੈ, ਪੂਰਨ ਅਵਤਾਰ ਹੈ। ਬ੍ਰਹਮ ਮਨ ਚਿੱਤ ਕਰਕੇ ਇੱਕ ਹੈ, ਪੂਰਨ ਬ੍ਰਹਮ। ਪੂਰਨ ਕਦ ਹੁੰਦਾ ਹੈ? ਜਾਂ ਬ੍ਰਹਮ ਜਿਹੜਾ ਹੈਗਾ ਬ੍ਰਹਮ ਦਾ ਹੁੰਦਾ ਹੈ। ਇਹ ਬ੍ਰਹਮ ਦੇ ਵਿੱਚ ਜਿੰਨਾ ਚਿਰ ਉਹਦਾ ਬ੍ਰਹਮ ਦੀ ਜੋਤ ਜਿਹੜੀ ਬਾਹਰ ਜੀਵ ਹੈ, ਬ੍ਰਹਮ ਦਾ ਜਿਹੜਾ ਨੂਰ ਜੀਵ ਹੈ, ਜਿਹੜਾ ਸਰੀਰ ਵਿੱਚ ਹੈ, ਜਿੰਨਾ ਚਿਰ ਉਹ ਬਾਹਰ ਇਹਦੇ ਵਿੱਚ ਲੀਨ ਨਹੀਂ ਹੋ ਜਾਂਦਾ, ਬ੍ਰਹਮ ਪੂਰਨ ਨਹੀਂ ਹੁੰਦਾ। ਪਰ ਉਹ ਗਿਆਨ ਲੈ ਕੇ ਲੀਨ ਹੋਵੇ, ਕਮੀ ਦੂਰ ਕਰਕੇ ਲੀਨ ਹੋਵੇ, ਵਿਕਾਰ ਛੱਡ ਕੇ ਲੀਨ ਹੋਵੇ, ਮੋਹ ਮਾਇਆ ਛੱਡ ਕੇ ਲੀਨ ਹੋਵੇ, ਕਾਰ ਛੱਡ ਕੇ ਲੀਨ ਹੋਵੇ, ਤਾਂ ਪੂਰਨ ਬ੍ਰਹਮ ਹੋ। ਖੜਗੰ ਅਸੇਖ ਵਿਦਿਆ ਵਿਸੇਖ। ਖੜਗੰ ਅਸੇਖ, ਖੜਗੰ ਅਸੇਖ, ਵਿਸ਼ੇਸ਼ ਕਿਸਮ ਦੀ ਉਹਦੇ ਕੋਲ ਵਿਦਿਆ ਹੈ। ਹਰ ਪ੍ਰਕਾਰ ਦੀ ਗਿਆਨ ਖੜਗ ਹੈ ਉਹਦੇ ਕੋਲ। ਅਸਲ ਦੇ ਵਿੱਚ ਜਿਹੜੀ ਵਿਵੇਕ ਬੁੱਧੀ ਹੁੰਦੀ ਆ, ਉਹਦੇ 'ਚ ਸਾਰੀਆਂ ਵਿਦਿਆਵਾਂ ਆ ਜਾਂਦੀਆਂ। ਇਹ ਖੜਗੰ ਅਸੇਖ ਹੈ। ਅਸੇਖ ਖੜਗ ਦਾ ਧਾਰਨੀ ਹੈ। ਵਿਦਿਆ ਵਿਸੇਖ, ਵਿਸ਼ੇਸ਼ ਵਿਦਿਆ ਵੀ ਹੈ, ਇੱਕ ਵਿਸ਼ੇਸ਼ ਵਿਦਿਆ ਹੁੰਦੀ ਹੈ। ਅਸੇਖ ਵਿਦਿਆ ਤਾਂ ਨਿਰਾਕਾਰ ਦੀ ਵਿਦਿਆ। ਨਿਰਾਕਾਰ ਦੀਆਂ ਬਹੁਤ ਸਾਰੀਆਂ ਮੱਤਾਂ ਨੇ। ਉਹਨਾਂ ਮੱਤਾਂ ਦੇ ਜਿੱਥੇ ਕੁਛ ਦਿਸ਼ਾਹੀਨ ਹੋਈਆਂ ਨੇ, ਜਿੱਥੋਂ ਆ ਜਿਹੜੀ ਉਹਨਾਂ 'ਚ ਕਮੀ ਹੈ, ਸਮਝਣ ਵਾਲੇ 'ਤੇ ਕਮੀ ਰਹਿ ਗਈ। ਉਹ ਥੋੜ੍ਹਾ ਬਹੁਤਾ ਭਰਮ ਰਹਿ ਗਿਆ, ਉਹਨੂੰ ਉਲਟੇ ਪਾਸੇ ਚੱਲ ਗਿਆ, ਹੋਰ ਆਪਣਾ ਯਤਨ ਕਰਨ ਲੱਗ ਗਿਆ ਜਾਂ ਕੁਛ ਵੀ ਕਰਨ ਲੱਗ ਗਿਆ। ਉਹਨੂੰ ਜਿਹੜੀ ਸਮਝ ਦੇਣੀ ਹੈ ਨਾ, ਉਹਨੂੰ ਸਿੱਖਿਆ ਦੇਣੀ ਹੈ, ਉਹ ਅਸੇਖ ਹੈ। ਵਿਦਿਆ ਅਸੇਖ, ਅਸੇਖ ਕੋਈ ਹੈ। ਵਿਦਿਆ ਵਿਸੇਖ, ਹਾਂ, ਕੁਛ ਵਿਸ਼ੇਸ਼ ਵਿਦਿਆ ਵੀ ਹੈ। ਵਿਸ਼ੇਸ਼ ਵਿਦਿਆ ਉਸੇ ਮੱਤ ਦੀ ਵਿਦਿਆ ਵਿਸ਼ੇਸ਼ ਹੈ। ਅਸੇਖ ਵਿਦਿਆ ਹੈ ਅਧੂਰੀਆਂ ਮੱਤਾਂ ਨੂੰ ਠੀਕ ਕਰਨ ਵਾਲੀ। ਅਧੂਰੀਆਂ ਮੱਤਾਂ ਦੀ ਜੇ ਵਿਦਿਆ ਹੈ, ਉਹਨੂੰ ਵੀ ਸਮਝਿਆ ਵੀ ਅਧੂਰੀ ਮੱਤ ਹੈ, ਉਹ ਵੀ ਵਿੱਚ ਹੈ, ਉਹਦੇ ਸਮਾਈ ਹੋਈ ਹੈ। ਅਸੇਖ ਵੀ ਵਿੱਚ ਹੀ ਹੈ, ਵਿਸ਼ੇਸ਼ ਦੇ ਅਸੇਖ ਵਿੱਚ ਹੈ। ਛੋਟੀਆਂ ਕਲਾਸਾਂ ਦਾ ਜਿਹੜਾ ਹੈ ਪੜ੍ਹਾਈ, ਉਹ ਵੱਡੀ ਕਲਾਸ ਦੇ ਵਿੱਚ ਹੀ ਹੁੰਦੀ। ਗਲਤੀਆਂ ਵਿੱਚ ਹੀ ਨੇ ਸਾਡੇ। ਸਾਨੂੰ ਸਮਝ ਆ ਵੀ ਆਹ ਗਲਤੀ ਹੈ। ਗਲਤੀ ਅਸੀਂ ਕਰ ਵੀ ਸਕਦੇ ਹਾਂ, ਪਰ ਕਰਦੇ ਨਹੀਂ। ਇਹ ਨਹੀਂ ਵੀ ਗਲਤੀ ਕਰਨੀ ਭੁੱਲ ਗਏ। ਗਲਤੀ ਕਰਨੀ ਨਹੀਂ ਭੁੱਲੇ, ਪਰ ਕਰਨੀ ਨਹੀਂ। ਕੋਈ ਗਲਤੀ ਕਰ ਰਿਹਾ, ਕੋਈ ਕਰ ਨਹੀਂ ਰਿਹਾ। ਜਿਹੜਾ ਕਰ ਰਿਹਾ ਮਜਬੂਰ ਹੈ, ਕਰਨੀ ਦੂਜਾ ਵੀ ਜਾਣਦਾ ਹੈ, ਪਰ ਕੰਟਰੋਲ ਹੈ ਮਨ ਉਹਦਾ, ਉਹ ਨਹੀਂ ਕਰ ਰਿਹਾ। ਸੁੰਦਰ ਸਰੂਪ ਮਹਿਮਾ ਅਨੂਪ। ਸੁੰਦਰ ਸਰੂਪ ਹੈ, ਸਰੂਪ ਸੁੰਦਰ ਹੈ। ਸੁੰਦਰ ਸਰੂਪ ਸਿਰਫ ਨਿਰਾਕਾਰੀ ਸਰੂਪ ਨੂੰ ਹੋਊਗਾ। ਬਾਹਰਲੇ ਸਰੂਪ ਨੂੰ ਸੁੰਦਰ ਸਰੂਪ ਨਹੀਂ ਆ ਸਕਦਾ, ਕਿਉਂਕਿ ਬਾਹਰਲੇ ਸੁੰਦਰ ਸਰੂਪ ਨੂੰ ਡਿਵੈਲਪ ਕਰੀ ਜਾਂਦਾ। ਇਹਦੇ 'ਚ ਡਿਵੈਲਪਮੈਂਟ ਹੈ। ਕਈ ਤਰ੍ਹਾਂ ਦੇ ਸਰੂਪ, ਕਿਸੇ ਨੂੰ ਕੋਈ ਸੁੰਦਰ ਲੱਗਦਾ, ਕਿਸੇ ਨੂੰ ਕੋਈ ਸੁੰਦਰ ਲੱਗਦਾ। ਜਿਹੜੇ ਲੋਕ ਇੱਥੇ ਕੰਪੀਟੀਸ਼ਨ ਕਰਦੇ ਨੇ ਸੁੰਦਰੀਆਂ ਦਾ, ਆਦਮੀਆਂ ਦਾ ਆ, ਔਰਤਾਂ ਦਾ ਆ, ਚੀਜ਼ਾਂ ਦਾ, ਵਸਤੂਆਂ ਦਾ, ਉਹ ਆਪਣੀ ਆਪਣੀ ਬੁੱਧੀ ਨੂੰ ਸੁੰਦਰਤਾ ਕੋਈ ਕਹਿੰਦੇ। ਉਹਨਾਂ ਦੇ ਵੀ ਕਮਤ ਨਹੀਂ ਹੁੰਦੇ ਸੁੰਦਰ ਮੰਨਣ ਦੇ। ਉਹ ਦੇਖਦੇ ਨੇ ਜਿੰਨੇ ਉਹਨਾਂ ਦੇ ਚੁਣਨ ਵਾਲੇ ਬੰਦੇ ਹੁੰਦੇ ਨੇ, ਉਹਨਾਂ ਦੀਆਂ ਵੋਟਾਂ ਦੇ ਹਿਸਾਬ ਨਾਲ ਉਹਨੂੰ ਮੰਨ ਲੈਂਦੇ ਨੇ ਸੁੰਦਰ। ਪਰ ਮਾਇਆ ਦੇ ਵਿੱਚ ਸੁੰਦਰਤਾ ਜਿਹੜੀ ਹੈ, ਉਹਦੀ ਕੋਈ ਹੱਦ ਨਹੀਂ ਹੈ। ਸੁੰਦਰ ਹੈ, ਹੱਦ ਕਿੱਥੇ ਜਾ ਕੇ? ਹੱਦ ਜਾ ਕੇ ਵਿਵੇਕ ਬੁੱਧੀ ਤੇ ਹੱਦ। ਜਿੱਥੇ ਕੋਈ ਹੱਦ ਨਹੀਂ ਹੈ, ਉੱਥੇ ਸੁੰਦਰਤਾ ਕਿਹਨੂੰ ਕਹਾਂਗੇ? ਅੱਗੇ ਤੋਂ ਅੱਗੇ ਨਾ ਜੋ
ਇਸ ਲੈਵਲ ਤੇ ਸੁੰਦਰਤਾ ਇਹੀ ਹੈ। ਇਹ ਦੋ ਅੱਗੇ ਜਾ ਕੇ ਹੋਰ ਬਦਲ ਜਾਣਾ। ਇਸ ਕਰਕੇ ਸੁੰਦਰ ਜਿਹੜੀ ਫਾਈਨਲ ਸੁੰਦਰਤਾ ਹੈ ਉਹ ਵਿਵੇਕ ਬੁੱਧੀ ਦੀ ਮਹਿਮਾ ਅਨੂਪ ਇਸੇ ਕਰਕੇ ਉਹਦੀ ਜਿਹੜੀ ਮਹਿਮਾ ਸਰੂਪ ਦੀ ਉਹ ਹੋਰ ਕੋਈ ਇਹੋ ਜਿਹਾ ਸੁੰਦਰ ਹੈ ਨਹੀਂ। ਉਹ ਜਿਹੀ ਮਹਿਮਾ ਉਹਦੀ ਉਪਮਾ ਨਹੀਂ ਦਿੱਤੀ ਜਾ ਸਕਦੀ। ਉਹਦਾ ਕੋਈ ਸ਼ਰੀਕ ਨਹੀਂ ਹੈ ਸੁੰਦਰਤਾ 'ਚ। ਇਸ ਕਰਕੇ ਦੂਜੀ ਮਹਿਮਾ ਉਹਦੇ ਮੁਕਾਬਲੇ ਦੀ ਕਿਸੇ ਦੀ ਹੈ ਨਹੀਂ। ਅਨੂਪ ਉਹਦਾ ਉਪਮਾ ਦੇਣਾ ਵੀ ਇਹ ਜੀ ਉਹ ਜਿਹੀ ਹੋਰ ਕੋਈ ਚੀਜ਼ ਸੁੰਦਰ ਹੈ ਨਹੀਂ ਜਿਹਦੀ ਆਪਾਂ ਉਪਮਾ ਦੇ ਦਈਏ ਵੀ ਇਹ ਜਿਹਾ ਸੁੰਦਰ ਹੈ। ਉਹ ਨਹੀਂ ਕੋਈ ਐਸੀ ਚੀਜ਼ ਹੈ। ਉਪਮਾ ਨਹੀਂ ਦਿੱਤੀ ਜਾ ਸਕਦੀ, ਮਿਸਾਲ ਨਹੀਂ ਦਿੱਤੀ ਜਾ ਸਕਦੀ, ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਹ ਅਨੂਪ ਹੈ। ਆਬਾ ਅਪਾਰ ਅਸਲ ਵਿੱਚ ਆਬਾ ਜਿਹੜੀ ਹੁੰਦੀ ਹੈ ਉਹ ਤੋਂ ਜਿਹੜਾ ਸਾਨੂੰ ਪ੍ਰਭਾਵ ਆਉਂਦਾ ਨਾ, ਜੋਤ ਤੋਂ ਪ੍ਰਭਾਵ ਆਉਂਦਾ। ਜਿਵੇਂ ਚੰਦਰਮੇ ਦੀ ਜੋਤ ਹੈ ਉਹ ਆਬਾ ਹੁੰਦੀ ਹੈ। ਆਬਾ ਹਿਰਦੇ ਦੀ ਜੋਤ ਨੂੰ ਕਹਿੰਦੇ ਨੇ ਅਬ ਭਗਤੀ ਵਾਲਾ ਪ੍ਰਭਾਵ। ਜੋ ਸਾਡੇ ਅੰਦਰ ਜੋਤ ਹੈ, ਗਿਆਨ ਦੀ ਜੋਤ ਹੈ, ਉਹ ਆਬਾ ਆਬਾ ਅਪਾਰ ਅਬ ਮਨ ਉਦਾਰ ਪੂਰੀ ਅਪਾਰ ਆਬਾ ਜ਼ਰੂਰ ਹੈ ਪਰ ਉਦਾਰ ਮਨ ਵਾਲਾ ਹੈ। ਉਹਨੂੰ ਉਦਾਰ ਮਨ ਵਾਲਾ ਕੀ ਹੁੰਦਾ? ਜੇ ਤਾਂ ਆਬਾ ਦਾ ਹੋਵੇ ਹੰਕਾਰ, ਜੇ ਤਾਂ ਉਸ ਆਬਾ ਦਾ ਵਿਗਿਆਨ ਦਾ ਹੋ ਜਾਏ ਹੰਕਾਰ, ਫਿਰ ਤਾਂ ਉਦਾਰ ਨਹੀਂ ਹੁੰਦਾ। ਜੇ ਉਹਦਾ ਹੰਕਾਰ ਨਾ ਹੋਵੇ ਫਿਰ ਉਦਾਰ ਹੁੰਦਾ। ਸਭ ਵਾਸਤੇ ਕਿਆ ਗਿਆਨ? ਉਹ ਕਹਿੰਦਾ ਮੈਂ ਤਾਂ ਵੰਡਣ ਆਇਆ ਹੋਇਆ। ਵੱਡੇ ਤੇ ਵਾਧਾ ਵੀ ਹੈ। ਖੁੱਲੇ ਗੱਫੇ ਨੇ, ਜਿੰਨਾ ਮਰਜ਼ੀ ਕੋ ਗਿਆਨ ਲੈ ਜਾਓ। ਪੁੱਛਣ ਵਾਲਾ ਲੈਣ ਵਾਲਾ ਹੋਵੇ, ਦੇਣ ਦੀ ਕੋਈ ਘਾਟ ਨਹੀਂ। ਇਹ ਉਦਾਰ ਹੁੰਦਾ। ਉਦਾਰ ਉਹ ਹੈ ਲੈਣ ਵਾਲਾ ਹੋਵੇ, ਜਿੰਨਾ ਮਰਜ਼ੀ ਹਜ਼ਾਰਾਂ ਭਰ ਕੇ ਲੈ ਜਾਏ। ਉਹਦੇ ਕੋਲ ਤਾਂ ਉਹਨਾਂ ਹੋਰ ਆ ਜਾਣਾ, ਉਹਦਾ ਨਹੀਂ ਘਟਦਾ ਹੁੰਦਾ। ਅੱਬਰਾ ਤਾਂ ਖਾਲੀ ਵੀ ਨਹੀਂ ਹੁਣ ਜੇ ਨੋ ਲੈ ਜਾਣਾ, ਔਰ ਹੋਰ ਉਦੋਂ ਜ਼ਿਆਦਾ ਫਲਤੂ ਆ ਜਾਣਾ, ਵੱਧ ਜਾਣਾ ਹੋ ਗਿਆ। ਹਾਂਜੀ। ਸੰਨਿਆਸ ਦੇਵ ਗੁਣਗਨ ਅਭੇਵ। ਸੰਨਿਆਸ ਦੇਵ ਹੈ। ਇਹ ਚੱਲਦੀ ਹੈ ਕਥਾ ਉਹਦੀ। ਹਾਂ, ਸੰਨਿਆਸ ਦੇਵ ਦੀ ਕਥਾ ਚੱਲਦੀ ਹੈ। ਜੇ ਦੱਤ ਦੀ ਕਥਾ ਚੱਲਦੀ ਹੈ ਇੱਥੇ। ਸੰਨਿਆਸ ਦੇਵ ਹੈ ਰਾਜਾ ਦਾ, ਜੋ ਉਹਨੇ ਦੇਖਣਾ ਹੈ। ਪਹਿਲਾਂ ਤਾਂ ਉਹਦੀ ਚੱਲਦੀ ਹੈ, ਸੰਨਿਆਸ ਦੇਵ ਦੀ ਅਵਸਥਾ ਦੀ ਗੱਲ ਚੱਲਦੀ ਹੈ। ਗੁਣਗਨ ਅਭੇਵ ਜਿਹੜੇ ਗੁਣਗਾਨ ਨੇ, ਬੇਅੰਤ ਗੁਣ ਨੇ, ਉਹ ਗੁਣ ਉਹਦੇ ਆਪਸ ਵਿੱਚ ਹੀ ਭੇਦਭਾਵ ਨਹੀਂ, ਟਕਰਾਉਂਦੇ ਨਹੀਂ। ਗੁਣ ਸਾਰੇ ਗੁਣਾਂ ਦੀ ਏਕਤਾ ਹੈ। ਗੁਣ ਵੀ ਟਕਰਾ ਜਾਂਦੇ ਨੇ ਅੰਦਰ। ਜਦ ਅੰਦਰ ਗੁਣ ਟਕਰਾ ਜਾਂਦੇ ਨੇ, ਹੰਕਾਰ ਹੋ ਜਾਂਦਾ। ਅਭਿਅਕਤ ਰੂਪ ਮਹਿਮਾ ਅਨੂਪ। ਅਭਿਅਕਤ ਰੂਪ, ਉਹਦਾ ਰੂਪ ਸਿਰਫ ਬੋਲਿਆ ਜਾ ਸਕਦਾ, ਦੇਖਿਆ ਨਹੀਂ ਜਾ ਸਕਦਾ। ਨਿਰਾਕਾਰੀ ਰੂਪ ਹੈ, ਸਰੀਰ ਤੋਂ ਬਿਨਾਂ ਦਾ ਰੂਪ ਹੈ ਉਹਦਾ। ਜਿਹੜਾ ਰੂਪ ਦੱਸਿਆ ਤਾਂ ਜਾ ਸਕਦਾ ਹੋਵੇ, ਬੋਲਿਆ ਦਿਖਾਇਆ ਨਹੀਂ ਜਾ ਸਕਦਾ, ਦੇਖਿਆ ਨਹੀਂ ਜਾ ਸਕਦਾ ਹੋਵੇ। ਅਭਿਵਿਅਕਤੀ ਰੂਪ ਹੈ ਉਹਦਾ। ਉਹਨੂੰ ਬੋਲ ਕੇ ਹੀ ਦੱਸ ਸਕਦੇ ਹਾਂ, ਦਿਖਾ ਨਹੀਂ ਸਕਦੇ ਉਹਨੂੰ ਰੂਪ। ਹਾਂਜੀ। ਮਹਿਮਾ ਅਨੂਪ ਹੈ। ਸਭ ਸ਼ੁਭ ਸੁਭਾਵ। ਜੇ ਹੁਣ ਉਹਦੀ ਮਹਿਮਾ ਦੱਸੀ ਹੈ ਰੂਪ ਦੀ, ਫਿਰ ਉਹਦਾ ਦੂਜਾ ਉਹਦੇ ਮੁਕਾਬਲੇ 'ਚ ਕੋਈ ਹੋਰ ਹੈ ਨਹੀਂ। ਅਨੂਪ ਹੈ। ਹਾਂਜੀ। ਸਭ ਸ਼ੁਭ ਸੁਭਾਵ ਹਰ ਪ੍ਰਕਾਰ ਤੋਂ, ਹਰ ਪੱਖ ਤੋਂ, ਹਰ ਐਂਗਲ ਤੋਂ ਸ਼ੁਭ ਹੈ। ਸੁਭਾਅ ਦੇ ਬਹੁਤ ਸਾਰੇ ਐਂਗਲ ਹੁੰਦੇ ਨੇ। ਕਿਸੇ ਨੂੰ ਕੁਛ ਉੱਚਾ ਨੀਵਾਂ ਬੋਲਤਾ, ਉਹ ਵੀ ਸੁਭਾਅ ਨਹੀਂ ਜਵਾਬ ਦੇਣਾ। ਕੀ ਉਹਨੇ ਉਹਦਾ ਬੁਰਾ ਫੀਲ ਕੀਤਾ? ਨਾ ਤਾਂ ਕਿਸੇ ਨੇ ਜੇ ਮਾੜਾ ਬੋਲਤਾ ਉਹਨੇ ਬੁਰਾ ਮੰਨਿਆ, ਨਾ ਕਿਸੇ ਨੇ ਜਾ ਕੇ ਚੰਗਾ ਬੋਲਤਾ ਉਹਦਾ ਬੁਰਾ ਮੰਨਿਆ। ਉਹ ਆਪਣਾ ਉਵੇਂ ਹੀ ਹੱਸੀ ਜਾਂਦਾ। ਦੋਹਾਂ ਜਾਂ ਤਾਂ ਉਹਨਾਂ ਵੱਲ ਝਾਕਦਾ ਹੀ ਨਹੀਂ, ਜੇ ਝਾਕਦਾ ਤਾਂ ਉਹ ਸੁਭਾਅ ਇੱਕੋ ਜਿਹਾ ਹੀ। ਜਿਵੇਂ ਕੋਈ ਜੁੱਬਾ ਛੋਟਾ ਜਿਹਾ ਜਵਾਕ ਗਾਲ ਕੱਢ ਦਿੰਦਾ, ਸਿਆਣਾ ਆਦਮੀ ਹੱਸ ਪੈਂਦਾ। ਫਿਰ ਗਾਲ ਤਾਂ ਕੱਢਦੇ ਨੂੰ ਇਹ ਪਤਾ ਨਹੀਂ ਇਹਦਾ ਅਰਥ ਕੀ ਹੈ।
ਇਹਨੂੰ ਇਹਦਾ ਅਰਥ ਦਾ ਨਹੀਂ ਪਤਾ, ਉਹ ਉਹਦੇ ਗੁੱਸਾ ਨਹੀਂ ਕਰਦੇ। ਇਵੇਂ ਜਿਹੜੇ ਆਮ ਜੀਵ ਨੇ ਬ੍ਰਹਮ ਗਿਆਨੀ, ਇਹਨਾਂ ਦਾ ਗੁੱਸਾ ਨਹੀਂ ਕਰਦੇ ਹੁੰਦੇ। ਜਦ ਆਪਾਂ ਸਮਝਦੇ ਹਾਂ ਵੀ ਇਹ ਬੱਚੇ ਨੇ, ਅਣਜਾਣ ਨੇ, ਔਰ ਕੰਮ ਅਕਲ ਵਾਲੇ ਨੇ, ਇਹ ਵਿਸ਼ਟਾ ਦੇ ਕੀੜੇ ਨੇ, ਕਿਰਮ ਨੇ, ਇਹੋ ਜਿਹੀਆਂ ਗੱਲਾਂ ਨਹੀਂ ਕਹੀਆਂ ਹੋਈਆਂ। ਅਤੇ ਹੁਣ ਵਿਸ਼ਟਾ ਦੇ ਕਰਮ ਦੀ ਕੀ ਤੁਸੀਂ ਗੁੱਸਾ ਕਰੋਗੇ? ਉਹ ਤਾਂ ਉਹੀ ਜਿਹੀ ਗੱਲ ਕਰੂ ਜਾਏਗਾ। ਉਹ ਤਾਂ ਤੁਸੀਂ ਕੀ ਆਸ ਕਰ ਸਕਦੇ ਹੋ ਵੀ ਉਹ ਦੁਰਗਾ ਦਾ ਸਤੋਤਰ ਦਾ ਪਾਠ ਸੁਣਾਉ ਤੁਹਾਨੂੰ? ਉਹ ਤਾਂ ਉਹੀ ਸੁਣਾਊਗਾ ਜੋ ਉਹਦੇ ਕੋਲ ਹੈ, ਜੋ ਉਹਦੇ ਕੋਲ ਹੈ ਉਹਨੇ ਸੁਣਾਤਾ। ਇਸ ਕਰਕੇ ਉਹ ਨਹੀਂ ਜੋ ਔਰ ਉਹਦੇ ਕਹੇ ਦਾ ਗਾਲ ਕੱਢੀ ਦਾ, ਉਹ ਬੁਰੇ ਕਹੇ ਦਾ ਅਸਰ ਕੀ ਪੈ ਜਾਊਗਾ? ਕੁਛ ਨਹੀਂ ਪੈਣਾ। ਲੋਕਾਂ ਨੇ ਕਿਹੜਾ ਉਹਦੇ ਨਾਲ ਸਹਿਮਤ ਹੋਣਾ? ਉਹਨੂੰ ਭਾਵੇਂ ਬੁਰਾ ਭਲਾ ਕਹਿਣ, ਹੋਰ ਬਥੇਰੀ ਜਨਤਾ ਬੁਰਾ ਭਲਾ ਕਹਿਣ ਦੀ। ਜੇ ਜਿਹਨੂੰ ਕਿਹਾ ਉਹ ਨਹੀਂ ਜਵਾਬ ਦਿੰਦਾ ਤਾਂ ਦੁਨੀਆ ਪੂਰੀ ਜਵਾਬ ਦੇਣ ਲੱਗ ਜਾਂਦੀ ਹੈ। ਜੇ ਉਹ ਜਵਾਬ ਖੁਦ ਦੇ ਦੇਵੇ ਫਿਰ ਕੋਈ ਉਹਦੀ ਡਿਫੈਂਸ ਨਹੀਂ ਕਰਦਾ, ਫਿਰ ਬਹੁਤ ਨਹੀਂ ਉਹਦੀ ਡਿਫੈਂਸ ਵਿੱਚ ਆਉਂਦੇ, ਉਹਦੀ ਮਦਦ 'ਤੇ ਆਉਂਦੇ। ਉਹਨੇ ਖੋਜੋ ਜਵਾਬ ਦਿੱਤਾ, ਇਹ ਵੀ ਨਹੀਂ ਹੋਏਗਾ। ਇਸ ਕਰਕੇ ਵੀ ਨਹੀਂ ਜਵਾਬ ਦਿੰਦੇ। ਜਿਹੜੇ ਵੱਡੇ ਲੀਡਰ ਨੇ ਆਪਣੀ ਕਹੀ ਗੱਲ ਦਾ, ਆਪਣੇ ਉੱਤੇ ਕਹੀ ਹੋਈ ਗੱਲ ਦਾ ਜਵਾਬ ਤਾਂ ਨਹੀਂ ਦਿੰਦੇ। ਜਵਾਬ ਦੇਣ ਵਾਲੇ ਹੋਰ ਬਥੇਰੇ ਹੁੰਦੇ, ਉਸ ਲੈਵਲ ਦੇ ਬੰਦੇ ਹੋਰ ਬਥੇਰੇ ਹੁੰਦੇ ਨੇ, ਉਹ ਆਪੇ ਜਵਾਬ ਦੇਈ ਜਾਂਦੇ ਨੇ। ਅਤਿਬੁੱਧ ਪ੍ਰਭਾਵ, ਅਤਿਬੁੱਧ ਪ੍ਰਭਾਵ, ਅਦਭੁੱਤ, 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 ਅਤਿਅੰਤ ਉਹਦਾ ਚਕਿਤ ਕਰਨ ਵਾਲਾ ਪ੍ਰਭਾਵ, ਲੋਕਾਂ ਨੂੰ ਹੈਰਾਨ ਕਰਨ ਵਾਲਾ ਪ੍ਰਭਾਵ। ਲੋਕਾਂ ਦੀ ਜਿਹੜੀ ਹੈ ਨਾ ਉੱਤੇ ਅਤਿਅੰਤ ਹੈਰਾਨੀਜਨਕ ਪ੍ਰਭਾਵ ਡਾਲਦੇ ਹੈ ਲੋਕਾਂ 'ਤੇ। ਹਰ ਆਦਮੀ ਹੈਰਾਨ ਹੋ ਰਿਹਾ ਹੈ ਦੇਖ ਕੇ ਵੀ ਐਸਾ ਬੰਦਾ ਨਹੀਂ ਦੇਖਿਆ। ਮਹਿਮਾ ਅਪਾਰ, ਮਹਿਮਾ ਅਪਾਰ, ਇਸੇ ਕਰਕੇ ਮਹਿਮਾ ਅਪਾਰ ਹੈ। ਪ੍ਰਭਾਵ ਤੋਂ ਅਦਭੁਤ ਵਾ ਜਦ ਹੋਊਗਾ ਤਾਂ ਮਹਿਮਾ ਤਾਂ ਕਰਨੀ ਹੋਈ ਹੈ ਸਾਰਿਆਂ ਨੇ। ਅਪਾਰ ਮਹਿਮਾ, ਗੁਣ ਗਣ ਉਦਾਰ, ਗੁਣ ਗਣ ਉਦਾਰ, ਉਦਾਰ ਹੈ ਗੁਣਾਂ ਕਰਕੇ। ਬਹੁਤ ਸਾਰੇ ਗੁਣ ਨੇ, ਗੁਣਾਂ ਦਾ ਖਜ਼ਾਨਾ ਹੈ ਔਰ ਉਦਾਰ ਹੈ। ਸਭ ਗੁਣ, ਕੋਈ ਗੁਣ ਘੱਟ ਨਹੀਂ, ਇੱਕ ਤੋਂ ਇੱਕ ਗੁਣ ਸਾਰੇ ਬੰਦੇ ਹੀ ਨੇ, ਉਦਾਰ ਨੇ। ਤਹਿ ਸਰਥ ਉਦਾਰ ਗੁਣ ਕੀ ਹੁੰਦੇ ਨੇ? ਦੂਜਿਆਂ ਦਾ ਫਾਇਦਾ ਕਰਨ ਵਾਲੇ ਗੁਣ ਉਦਾਰ ਹੁੰਦੇ ਨੇ। ਕਿਸੇ ਨੂੰ ਦੁੱਖ ਦੇਣ ਵਾਲੇ ਗੁਣ ਉਦਾਰ ਨਹੀਂ ਹੁੰਦੇ। ਗੁਣ ਤਾਂ ਇੱਕ ਚੋਰ ਕੋਲ ਵੀ ਹੈ, ਜੇਬ ਕਤਰੇ ਕੋਲ ਵੀ ਗੁਣ, ਉਹ ਵੀ ਗੁਣ ਹੁੰਦਾ ਨਾ, ਪਰ ਉਹ ਉਦਾਰ ਥੋੜ੍ਹੀ ਹੈ। ਜਿਹੜਾ ਕਿਸੇ ਨੂੰ ਕੁਛ ਫਾਇਦਾ ਪਹੁੰਚਾਉਣ ਵਾਲਾ ਗੁਣ ਹੈ ਉਹ ਉਦਾਰ ਹੁੰਦਾ। ਦੂਜਿਆਂ ਨੂੰ ਫਾਇਦੇ ਤੋਂ ਲਾਭ ਹੋਵੇ ਨਾ, ਗੁਣ ਇੱਕ ਆਦਮੀ ਦਾ ਸੰਸਾਰ ਨੂੰ ਉਹ ਤੋਂ ਲਾਭ ਹੋ ਰਿਹਾ, ਨੁਕਸਾਨ ਕਿਸੇ ਨੂੰ ਨਹੀਂ ਹੋ ਰਿਹਾ, ਉਹ ਗੁਣ ਉਦਾਰ ਹੈ। ਉਦਾਰ ਹੈ, ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ। ਜਿਹੜਾ ਉਹਦਾ ਹਰ ਇੱਕ ਗੁਣ ਉਦਾਰ ਹੀ ਹੋਊਗਾ। ਜੋ ਕੋਈ ਬੈਰੀ ਬਗਾਨਾ ਹੈ ਨਹੀਂ, ਉਹਦਾ ਸਭ ਗੁਣ ਉਦਾਰ ਹੋਣਗੇ ਹੀ ਹੋਣਗੇ। ਉਹਦੇ ਹੱਥ ਵਿੱਚ ਹੈ ਕੋਈ ਚੀਜ਼, ਉਹਨੇ ਹਾਕ ਮਾਰੀ ਹੈ ਵੀ ਆਪ ਇੱਥੋਂ ਲੈ ਜਾਓ। ਬੱਚੇ ਨੇ ਕਾਫੀ ਖੇਲਦੇ, ਜਿਹੜਾ ਆ ਗਿਆ ਉਸ ਨੂੰ ਦੇ ਦੂ, ਪਹਿਲਾਂ ਤੂੰ ਲੈ ਜਾ। ਉਹ ਇਹ ਨਹੀਂ ਦੇਖਣਾ ਬੱਚਾ ਕੌਣ ਹੈ, ਕਿਹਦਾ, ਕਿੱਥੋਂ ਆਇਆ। ਉਹ ਕਹਿੰਦਾ ਪਹਿਲਾਂ ਆ ਗਿਆ, ਇਹਦਾ ਹੀ ਲਿਖਿਆ ਹੋਇਆ ਸੀ, ਹੁਕਮ ਇਹਨੂੰ ਸੀ। ਉਸ ਨੂੰ ਹੁਕਮ ਸਮਝ ਕੇ ਵੀ ਇਹਦਾ ਹੀ ਭਗਦਾ ਸੀ, ਇਹ ਆ ਗਿਆ, ਇਹਨੂੰ ਮੈਂ ਪਹਿਲਾਂ ਸੁਣ ਗਿਆ, ਇਹ ਛੇਤੀ ਆ ਗਿਆ, ਲੈ ਜਾ ਵੀ ਤੂੰ ਲੈ ਜਾ। ਜੇ ਕੋਈ ਐਸੀ ਚੀਜ਼ ਹੈ ਖਾਣ ਵਾਲੀ, ਦੂਏ ਵੀ ਨੇ, ਉਹ ਤੁਸੀਂ ਵੰਡ ਕੇ ਖਾ ਲਓ ਸਾਰੇ। ਚੱਲ ਇਹੋ ਜਿਹਾ ਮਤਲਬ ਹੈ ਉਦਾਰ ਗੁਣ। ਇਹ ਨਹੀਂ ਵੀ ਪਿੱਛੋਂ ਆਇਆ ਉਹਨੂੰ ਨਾ ਦੇ, ਸਾਰੇ ਖਾ ਲਓ ਵੰਡ ਕੇ। ਚੱਲ ਤਹਿ ਸੁਰਥ ਰਾਜ,
ਸੰਪਤ ਸਮਾਜ ਉਸ ਜਗ੍ਹਾ ਸੁਰੱਥ ਰਾਜਾ ਉਹਨੇ ਦੇਖਿਆ, ਜਿੱਥੇ ਉਹ ਗਿਆ ਐਸ ਅਵਸਥਾ ਵਿੱਚ ਹੈ ਰਾਜਾ। ਪਹਿਲਾਂ ਆਪਣਾ ਦੱਤ ਦੀ ਅਵਸਥਾ ਦੱਸੀਏ ਪਹਿਲਾਂ ਵੀ ਅਵਸਥਾ ਗਲਤ ਵਿੱਚ ਨਹੀਂ ਸੀ ਬੈਠਾ, ਉਹ ਉਸੇ ਅਵਸਥਾ 'ਚ ਬੈਠਾ। ਅਵਸਥਾ ਦੱਤ ਦੀ ਵੀ ਟਿਕੀ ਹੋਈ ਹੈ। ਇਸ ਅਵਸਥਾ ਦੇ ਵਿੱਚ ਦੱਤ ਨੇ ਇੱਕ ਰਾਜਾ ਦੇਖਿਆ ਸੁਰੱਥ ਨਾਮ ਦਾ। ਸੰਪਤ ਸਮਾਜ ਸਾਰੀ ਸੰਪਤੀ ਸਹਿਤ ਰਾਜ ਕਾਜ ਦੇ ਉੱਤੇ ਬੈਠਾ ਦੇਖਿਆ, ਯਾਨੀ ਰਾਜ ਕਾਜ ਤੇ ਕੰਟਰੋਲ ਕਰਦਾ ਬੈਠਾ ਦੇਖਿਆ। ਸੰਪਤੀ ਔਰ ਸਮਾਜ, ਖਜ਼ਾਨਾ ਔਰ ਸਾਰੀ ਸਮਾਜ ਫੌਜਾਂ ਨਾਲ ਜੁੜਿਆ ਹੋਇਆ ਬੈਠਾ, ਸਾਰਿਆਂ ਤੇ ਕੰਟਰੋਲ ਕਰ ਰਿਹਾ ਬੈਠਾ। ਪੂਜੰਤ ਚੰਡ ਉਹ ਚੰਡੀ ਦੀ ਪੂਜਾ ਕਰਦਾ ਤਾ। ਗੱਲ ਹੁਣ ਚੰਡੀ ਦੀ ਪੂਜਾ ਨਾਲ ਪੈ ਗਿਆ, ਸਮਾਧੀ ਵਾਲੇ ਦਾ ਪੰਜਾ ਚੰਡੀ ਦੀ ਪੂਜਾ ਵਾਲੇ ਨਾਲ ਪੈ ਗਿਆ। ਰਾਜਾ ਚੰਡੀ ਦੀ ਪੂਜਾ ਕਰਨ ਵਾਲਾ ਹੈ, ਚੰਡੀ ਉਪਾਸ਼ਕ ਹੈ। ਨਿਸ ਦਿਨ ਅਖੰਡ ਪੂਜੰਤ ਚੰਡ ਨਿਸ ਦਿਨ ਅਖੰਡ ਪੂਜਾ ਚੰਡੀ ਦੀ ਪੂਜਾ ਕਰਦਾ ਹੈ, ਨਿਸ ਦਿਨ ਅਖੰਡ ਦੁਰਗਾ ਦੀ ਪੂਜਾ ਕਰਦਾ ਹੈ, ਵਿਵੇਕ ਬੁੱਧੀ ਦਾ ਪੁਜਾਰੀ ਹੈ। ਨਿਸ ਦਿਨ ਅਖੰਡ, ਨਿਸ ਦਿਨ ਜਿਹੜਾ ਮਨ ਚਿੱਤਾ ਇੱਕ ਜੋਤ ਰਹਿੰਦੀ ਹੈ। ਉਹ ਵੀ ਉਸੇ ਅਵਸਥਾ 'ਚ ਰਹਿੰਦਾ ਹੈ ਜਿਸ ਅਵਸਥਾ 'ਚ ਦੱਤਾਤਰੇय ਅਵਸਥਾ ਇੱਕੋ ਹੀ ਹੈ, ਅਖੰਡ। ਚਿੱਤ ਮਨ ਭੰਗ ਨਹੀਂ ਹੁੰਦਾ ਉਹਦਾ, ਚਿੰਤਾ ਕਦੇ ਆਉਂਦੀ ਹੋਈ ਨਹੀਂ, ਚਿੰਤਾ ਹੁੰਦੀ ਹੋਈ ਨਹੀਂ ਕਦੇ। ਰਾਜੇ ਦੇ ਤਪ ਨਾਲ, ਰਾਜੇ ਦੀਆਂ ਅਛਾਈਆਂ ਨਾਲ, ਰਾਜੇ ਦੀ ਚੰਗਿਆਈਆਂ ਨਾਲ, ਰਾਜੇ ਦੇ ਪ੍ਰਤਾਪ ਨਾਲ, ਰਾਜੇ ਦੇ ਗੁਣਾਂ ਨਾਲ ਹੀ ਭੈ ਵਿਆਪੀ ਹੋਈ ਹੈ। ਲੋਕਾਂ ਨੂੰ ਆਪਣੇ ਆਪ ਹੀ ਠੀਕ ਚੱਲਦੇ ਨੇ, ਆਪਣੇ ਆਪ ਹੀ ਠੀਕ ਚੱਲਦੇ ਨੇ। ਮੂੰਹ ਤੋਂ ਭੈ ਨਹੀਂ ਪੈਦਾ ਕਰਦਾ ਬੋਲ ਕੇ, ਮੂੰਹ ਤੋਂ ਬੋਲ ਕੇ ਨਹੀਂ ਭੈ ਕਰਦਾ, ਆਚਰਣ ਤੋਂ ਭੈ ਪੈਦਾ ਕਰਦਾ। ਆਪ ਠੀਕ ਚੱਲ ਕੇ ਆਪਣੇ ਆਪਣਾ ਮਨ ਜਿੱਤ ਕੇ ਰੱਖ ਕੇ ਉਹਦਾ ਪ੍ਰਭਾਵ ਨਾਲ ਰਾਜ ਹੋ ਰਿਹਾ। ਨਿਪ ਅਤੀ ਪ੍ਰਚੰਡ ਸਭ ਵਿਧੀ ਅਖੰਡ ਅਤ ਪ੍ਰਚੰਡ ਬੁੱਧੀ ਹੈ ਉਹਦੇ ਕੋਲ, ਅਤ ਪ੍ਰਚੰਡ ਬੁੱਧੀ। ਔਰ ਰਹਿਦਾ ਕੀ ਹੈ? ਅਖੰਡ ਜੋਤ ਹੈ, ਅਖੰਡ ਜੋਤ। ਸਭ ਵਿਧਾ ਅਖੰਡ, ਸਭ ਵਿਧੀ ਨੂੰ ਅਖੰਡ ਹੈ। ਕੋਈ ਵੀ ਆ ਕੇ ਕੋਈ ਕਿਸੇ ਕਿਸਮ ਦਾ ਕਿਸੇ ਕਿਸਮ ਦਾ ਵੀ ਆ ਕੇ ਉਹਨੂੰ ਸੁਨੇਹਾ ਮਿਲ ਜਾਵੇ, ਸੁਨੇਹੇ ਤਾਂ ਰਾਜ ਦੇ ਵਿੱਚ ਮਿਲਣੇ ਹੀ ਨੇ। ਕੋਈ ਵੀ ਉਹਨੂੰ ਸਲਾਹ ਪੁੱਛਦਾ, ਆ ਐਂ ਕਰੀਏ, ਉਹ ਐਂ ਕਿਵੇਂ ਕਰੀਏ, ਜਿਹੜੇ ਉਹਦੇ ਥੱਲੇ ਵਜ਼ੀਰ ਨੇ, ਅਹਿਲਕਾਰ ਨੇ, ਜੋ ਆ ਕੇ ਪੁੱਛਦੇ ਨੇ, ਕੋਈ ਵੀ ਵਿਧੀ ਪੁੱਛਦੇ ਨੇ, ਉਹ ਆਪਣੇ ਉਸੇ ਅਵਸਥਾ ਵਿੱਚ ਦੱਸੀ ਜਾਂਦਾ। ਉਹਨਾਂ ਨੂੰ ਡਰ ਨਹੀਂ ਕਰ ਸਕਦੀਆਂ ਉਹਨੂੰ, ਜਿਹੜੀਆਂ ਥੱਲੇ ਤੋਂ ਆਉਂਦੀਆਂ ਨੇ। ਸ਼ਿਕਾਇਤ ਤਾਂ ਕੋਈ ਆਉਂਦੀ ਨਹੀਂ, ਜੇ ਸ਼ਿਕਾਇਤ ਆਉਂਦੀ ਹੈ ਉਹ ਵੀ ਨਹੀਂ ਖੰਡਨ ਕਰਦੀ। ਹਾਂਜੀ, ਸਭ ਵਿਧ ਅਖੰਡ ਸਿਰ ਸਤ ਪ੍ਰਵੀਨ, ਸਿਰ ਸਿਤ ਪ੍ਰਵੀਨ, ਸਿਰ ਸਿਲ ਸਿਲ ਸਿਤ ਸਿਲ ਸਿਤ ਪ੍ਰਵੀਨ। ਉਹ ਐਂ ਸਮਝ ਲਓ ਜਿਵੇਂ ਚਿੱਟੇ ਪੱਥਰ ਦੀ ਮੂਰਤੀ ਬਣਾਈ ਹੁੰਦੀ ਹੈ ਨਾ, ਉਹ ਮੂਰਤੀ ਦੇ ਕੋਈ ਅਸਰ ਨਹੀਂ ਪੈਂਦਾ। ਮੂਰਤੀ ਨੂੰ ਕੋਈ ਆ ਕੇ ਕਹੇ, ਮੂਰਤੀ ਜਵਾਬ ਦੇ ਦਿੰਦੀ ਹੈ, ਪਰ ਅੱਖ ਨਹੀਂ ਝਮਕਦੀ, ਸਿਰ ਨਹੀਂ ਹਿਲਾਉਂਦੀ। ਇਹੋ ਜਿਹਾ ਉਹ ਚਿੱਟੇ ਪੱਥਰ ਦੀ ਮੂਰਤੀ ਵਾਂਗੂ ਉਵੇਂ ਅਡੋਲ ਬੈਠਾ ਰਹਿੰਦਾ, ਜਵਾਬ ਜ਼ਰੂਰ ਦੇ ਦਿੰਦਾ, ਦੱਸ ਜ਼ਰੂਰ ਦਿੰਦਾ। ਨਾ ਹਿੱਲਦਾ, ਨਾ ਚੱਲਦਾ, ਨਾ ਉੱਠਦਾ, ਨਾ ਉੱਠਣ ਦੀ ਉਹਨੂੰ ਲੋੜ ਪੈਂਦੀ ਹੈ, ਨਾ ਉਹਦੇ ਚਿਹਰੇ ਤੇ ਕੋਈ ਹਾਵ ਭਾਵ ਬਦਲਦਾ। ਪ੍ਰਵੀਨ, ਦੇਵੀ ਅਧੀਨ, ਦੇਵੀ ਅਧੀਨ। ਅਧੀਨ ਕਿਹਦੇ ਚੱਲਦਾ? ਵਿਵੇਕ ਬੁੱਧੀ ਦੇ, ਅੰਤਰਾਤਮਾ ਦੀ ਆਵਾਜ਼ ਦੇ ਅਧੀਨ ਚੱਲਦਾ। ਸੱਚ ਦੀ ਜਿਹੜੀ ਹੈ ਨਾ, ਉਹਦੇ ਅੰਦਰ ਸੱਚ ਦੀ ਵਿਚਾਰਧਾਰਾ ਉਹ ਬੁੱਧੀ ਦੇ ਅਧੀਨ ਚੱਲਦਾ। ਬੁੱਧੀ ਦੇ ਜੋ ਵਿਵੇਕ ਬੁੱਧੀ ਆ ਉਹ ਕਰ ਰਹੀ ਹੈ,
ਉਹਦੇ ਅਧੀਨ ਚੱਲਦਾ। ਉਹ ਵਿਵੇਕ ਬੁੱਧੀ ਤੋਂ ਹਟ ਕੇ ਕੋਈ ਗੱਲ ਨਹੀਂ ਕਰਦਾ। ਨਿਸ ਦਿਨ ਭਵਾਨ ਨਿਸ ਦਿਨ ਭਵਾਨ ਸੇਵਤ ਨਿਧਾਨ। ਸੇਵਤ ਨਿਧਾਨ। ਨਿਸ ਦਿਨ ਭਵਾਨ, ਹਾਂ, ਨਿਸ ਦਿਨ ਭਵਾਨ। ਭਵਾਨ ਨਹੀਂ ਨਾ, ਭਵਾਨ ਹੁੰਦਾ ਘੁੰਮਣ ਨੂੰ ਕਹਿੰਦੇ ਨੇ। ਨਿਸ ਦਿਨ ਭਵਾਨ। ਹਾਂ, ਨਿਸ ਦਿਨ ਭਵਾਨ। ਨਿਸ ਦਿਨ ਜਿਹੜੇ ਦਿਨ ਰਾਤ ਨੇ ਨਾ, ਉਹ ਦਿਨ ਰਾਤ ਉਹ ਤੇ ਦਿਨ ਰਾਤ ਤਾਂ ਚੱਲਦੇ ਨੇ, ਦਿਨ ਰਾਤ ਤਾਂ ਚੱਲਦੇ ਨੇ, ਦਿਨ ਚੜ੍ਹਦਾ ਤੇ ਛਿਪਦਾ ਰਹਿੰਦਾ ਹੀ ਹੈ। ਨਿਸ ਦਿਨ ਦਿਨ ਰਾਤ ਦਾ ਚੱਕਰ ਹੈ। ਹਾਂ, ਸੇਵਤ ਨਿਧਾਨ। ਉਹ ਸੇਵਤ ਦਿਨ ਰਾਤ ਦਿਨ ਚੜ੍ਹਦਾ ਛਿਪ ਜਾਂਦਾ, ਉਹ ਸੇਵਾ ਦਾ ਨਿਧਾਨ ਜਿਹੜਾ ਉਹ ਟਿਕੇ ਹੀ ਰਹਿੰਦਾ। ਉਹਦੇ ਤੇ ਰਾਤ ਨੂੰ ਨਹੀਂ ਕੋਈ ਫਰਕ ਪੈਂਦਾ ਸੇਵਾ 'ਚ, ਉਹਦੀ 'ਚ ਦਿਨ ਚੜ੍ਹਿਆ ਉਹਦੀ ਸੇਵਾ 'ਚ ਕੋਈ ਫਰਕ ਨਹੀਂ ਪਾਉਂਦਾ। ਰਾਤ ਦਿਨ ਇੱਕੋ ਵਾਸਤੇ, ਨਾ ਆਰਾਮ ਰਾਤ ਨੂੰ ਹੈ, ਨਾ ਬੇਚੈਨੀ ਉਹਨੂੰ ਦਿਨ ਨੂੰ ਹੈ। ਨਾ ਤਾਂ ਰਾਤ ਉਹਨੂੰ ਪਰੇਸ਼ਾਨ ਕਰਦੀ ਹੈ ਵੀ ਰਾਤ ਹੋ ਗਈ ਹੁਣ ਪਹਿਰੇ ਲਾਓ, ਹੁਣ ਉਹ ਕਰੋ, ਕੋਈ ਖਤਰਾ ਹੈ ਰਾਤ ਨੂੰ। ਨਾ ਦਿਨ ਨੂੰ ਬੇਫਿਕਰੀ ਹੈ, ਨਾ ਰਾਤ ਦਾ ਫਿਕਰ ਹੈ, ਇੱਕੋ ਹੀ ਉਹਦੇ ਵਾਸਤੇ, ਕੁਛ ਨਹੀਂ। ਦਿਨ ਰਾਤ ਦਾ ਚੱਕਰ ਉਹਦੇ ਤੇ ਕੋਈ ਅਸਰ ਨਹੀਂ ਪਾਉਂਦਾ। ਚੜ੍ਹਨਾ ਛਿਪਣਾ ਸੂਰਜ ਚੰਦ ਰਿਹਾ, ਉਹਦੇ ਅੰਦਰ ਚੜ੍ਹਦਾ ਛਿਪਦਾ ਕੁਛ ਨਹੀਂ, ਉਹ ਟਿਕੀ ਰਹਿੰਦੀ ਉਹਦੀ ਜੋਤ। ਕਰ ਏਕ ਆਸ ਨਿਸ ਦਿਨ ਉਦਾਸ। ਬਸ ਇੱਕ ਆਸ ਹੈ ਉਹਦੇ ਤੇ ਅਗਲੀ, ਵੀ ਆਹ ਡਿਊਟੀ ਪੂਰੀ ਹੋ ਜਾਵੇ, ਛੁੱਟੀ ਹੋਵੇ, ਆਪਣੇ ਘਰ ਜਾਈਏ। ਉਦੋਂ ਟਿਕ ਕੇ ਬੈਠੀਏ। ਇੱਥੇ ਜਿਹੜੀ ਡਿਊਟੀ ਸਾਂਭੀ ਹੋਈ ਹੈ ਰਾਜ ਕਰਨ ਦੀ, ਇਹ ਹੁਣ ਪਰਮੇਸ਼ਰ ਦੀ ਡਿਊਟੀ ਹੈ। ਡਿਊਟੀ ਵਜੋਂ ਸਾਂਭੀ ਹੈ, ਪਰ ਹੱਸ ਕੇ ਸਾਂਭੀ ਹੈ, ਖੁਸ਼ੀ ਨਾਲ ਸਾਂਭੀ ਹੈ। ਐਂ ਘੜੀ ਨਹੀਂ ਦੇਖੀ ਜਾਂਦਾ ਵੀ 2.5 ਘੰਟੇ ਕਦ ਹੋਣਗੇ, ਮੇਰੀ ਰੌਲ ਕਦ ਮੁੱਕੂਗੀ, ਘੜੀ ਨਹੀਂ ਦੇਖਦਾ। ਜਦ ਮੁੱਕ ਜੋ, ਉੱਥੇ ਕਿਹੜਾ ਲਿਖ ਕੇ ਦਿੱਤਾ ਕਦ ਮੁੱਕਣੀ ਇਹਨੂੰ, ਹੈ ਡਿਊਟੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਜੇ ਸ੍ਰਿਸ਼ਟ ਕੋ ਰਾਜਾ ਦੁਖੀਆ ਤਾਂ ਇਹ ਵੀ ਰਾਜਾ ਛੋਟਾ ਹੈ। ਜ਼ਿੰਮੇਵਾਰੀ ਦਾ ਅਹਿਸਾਸ ਤਾਂ ਹੈ ਨਾ, ਜ਼ਿੰਮੇਵਾਰੀ ਦਾ ਅਹਿਸਾਸ ਤਾਂ ਹੈ, ਦਿਮਾਗ 'ਚ ਤਾਂ ਕੋਈ ਗੱਲ ਹੈ। ਇਨਸਾਫ ਕਰਨਾ, ਇਨਸਾਫ ਕਰਨਾ ਸਭ ਨੂੰ ਗਿਆਨਵਾਨ ਹੋਣਾ ਚਾਹੀਦਾ। ਨਹੀਂ ਤਾਂ ਜੇ ਗਿਆਨ ਰਹਿ ਜੂਗਾ ਫਿਰ ਲੜ ਪੈਣਗੇ। ਆਪਣੇ ਵਰਗੇ ਪੈਦਾ ਕਰਨੇ, ਆਪਣੇ ਵਰਗੇ ਹੋਰ ਪੈਦਾ ਹੋ ਜਾਣ ਤਾਂ ਕਿ ਰਾਜ ਨੂੰ ਪਿੱਛੋਂ ਸਾਂਭ ਲੈਣ। ਇਹ ਗੱਲ ਦੀ ਇੱਛਾ ਅੰਦਰ ਗੁਪਤ ਹੈ, ਪਰ ਫਿਰ ਵੀ ਮੈਂ ਤਾਂ ਕਰ ਨਹੀਂ ਸਕਦਾ, ਮੇਰੇ ਕੀਤੇ ਤਾਂ ਹੋਣੇ ਨਹੀਂ। ਕਰਨੇ ਦਾ ਪਰਮੇਸ਼ਰ ਨੇ, ਪਰ ਇੱਛਾ ਤਾਂ ਰੱਖਣੀ ਕੋਈ ਮਾੜੀ ਨਹੀਂ ਹੈ। ਇਹਦਾ ਇੱਛਾ ਪਰਮੇਸ਼ਰ ਦੇ ਮਨ 'ਚ ਵੀ ਹੈ, ਉਹਦਾ ਹੀ ਧੜਾ ਹੈ। ਕੱਲ੍ਹ ਨੂੰ ਉਹ ਆ ਗਏ ਹੋਰ ਪਬਲਿਕ ਇਕੱਠੀ ਹੋ, ਰੱਬ ਤਾਂ ਹੈ ਨਹੀਂ, ਉਹਦੀ ਬਦਨਾਮੀ ਕਰਨ ਲੱਗਣ, ਕਰ ਉਹਦੀ ਤਾਂ ਬਦਨਾਮੀ ਕੀ ਹੋਣੀ ਹੈ। ਨਾ ਉਹਨੂੰ ਉਸਤਤ ਦਾ, ਨਾ ਉਹਨੂੰ ਨਿੰਦਾ ਦਾ ਫਿਕਰ, ਪਰ ਪਬਲਿਕ ਦੇ ਵਿੱਚ ਤੱਕ ਮੈਸੇਜ ਗਲਤ ਜਾਂਦਾ ਹੀ ਹੈ ਨਾ। ਪਬਲਿਕ ਨੂੰ ਪਰਮੇਸ਼ਰ ਤੋਂ ਬਾਗੀ ਕਰਨਾ ਅਪਰਾਧ ਹੈ। ਇਸ ਗੱਲ ਪਿੱਛੇ ਲੜਾਈਆਂ ਹੋ ਜਾਂਦੀਆਂ ਸੰਸਾਰ 'ਚ, ਬੜੀਆਂ ਧਰਮਾਂ ਦੀਆਂ ਲੜਾਈਆਂ। ਉਹ ਕਹਿੰਦੇ ਹੈ ਨਹੀਂ, ਉਹ ਕਹਿੰਦੇ ਹੈਗਾ, ਕਹਿੰਦੇ ਆਓ ਫਿਰ ਆਪਾਂ ਦੇਖੀਏ। ਉਹ ਲੜ ਪੈਂਦੇ ਨੇ ਨਾ ਗੱਲਾਂ 'ਤੇ। ਹਾਂਜੀ, ਨਿਸ ਦਿਨ ਉਦਾਸ। ਹਾਂ, ਉਦਾਸ ਰਹਿੰਦਾ, ਆਪਣੀ ਇੱਛਾ ਕੋਈ ਨਹੀਂ ਹੈ। ਉਦਾਸ ਦਾ ਮਤਲਬ ਉਹਦੀ ਆਪਣੇ ਵਾਸਤੇ ਇੱਛਾ ਜਿਹੜੀ ਹੁੰਦੀ ਹੈ ਉਹ ਤੋਂ ਉਦਾਸ ਹੈ। ਦੁਰਗਾ ਪੂਜੰਤ ਨਿਤ ਪ੍ਰਤੀ ਮਹੰਤ। ਮਹੰਤ ਹੈ, ਦੇਖੋ ਅਗਲਾ ਜਨਮ ਨਹੀਂ ਹੋਣਾ ਇਹਦਾ ਵੀ, ਇਹਨੂੰ ਮਹੰਤ ਲਿਖ ਦਿੱਤਾ। ਦੁਰਗਾ ਪੂਜੰਤ, ਇਹ ਦੁਰਗਾ ਪੂਜਦਾ, ਪੱਥਰ ਤਾਂ ਪੂਜਦਾ ਨਹੀਂ ਹੈ। ਉਹ ਪੱਥਰ ਦੀ ਮੂਰਤੀ ਤਾਂ ਆਪ ਬਣਿਆ ਹੋਇਆ, ਪੱਥਰ ਦੀ ਮੂਰਤੀ ਤਾਂ ਆਪ ਬਣਿਆ ਹੋਇਆ। ਪੱਥਰ ਦੀ ਮੂਰਤੀ ਤਾਂ ਬਣਾਈ ਤੇ ਵੀ ਆਈ ਹੈ, ਤੈਨ ਬਣ
ਐ ਜਾ ਸੁਭਾਅ ਬਣਨਾ, ਦੇਖੀ ਸਭ ਕੁਝ ਆਈ। ਅਡੋਲ ਚਤੁਰਾ ਹਾਂ, ਪੱਥਰ ਦੀ ਮੂਰਤੀ ਦੇ ਮੂਹਰੇ ਚਾਹੇ ਜਿੰਨੇ ਮਰਜੀ, ਪੱਥਰ ਦੀ ਮੂਰਤੀ ਤੋਂ ਕਹਿਣੇ ਲਾ ਕੇ ਲੈ ਜਾਵੇ ਤਾਜ, ਉਹ ਕਹਿੰਦੀ ਹੈ, ਹੱਥ ਫੜਦੀ ਹੈ, ਬੋਲਦੀ ਹੈ, ਉਹ ਰੌਲਾ ਪਾਉਂਦੀ ਹੈ ਵੀ ਲੈ ਗਿਆ, ਕਹਿੰਦੇ ਲੈ ਜਾਣ ਦੇ, ਕੋਈ ਨਹੀਂ, ਇਹ ਕਰ ਲਵੇ, ਇਹ ਲੈ ਜਾਵੇ ਨਾਲ, ਕਿੱਥੇ ਲੈ ਜਾਊਗਾ। ਉਹਨੂੰ ਕਹਿਣਾ ਗੁਣਾ ਸੀ, ਉਹਨੂੰ ਕਾਹਨੂੰ ਪ੍ਰੇਮ ਹੈ, ਉਹ ਤਾਂ ਤੈਸਾ ਸੁਣ ਤੈਸੀ ਸਮਾਟੀ ਹੈ ਉਹਦੇ ਵਾਸਤੇ, ਉਹਦਾ ਜਿਹੜਾ ਲਾਉਂਦਾ ਉਹਦੇ ਵਾਸਤੇ ਨੇ, ਇਹ ਚੜਾ ਕੇ ਜਿਹੜਾ ਜਾਂਦਾ ਉਹਦੇ ਵਾਸਤੇ ਨੇ, ਇਹ ਜਿਹੜਾ ਪੁਜਾਰੀ ਉਹਨੂੰ ਬਰਦਾਸ਼ਤ ਕਰਦਾ ਉਹਦੇ ਵਾਸਤੇ ਨੇ। ਸਰੋਵਰ ਸਾਡੇ ਗੁਰਦੁਆਰਿਆਂ ਦੇ ਜਿਹੜੇ ਸੋਨੇ ਚੜਾਇਆ ਹੋਇਆ ਹੈ, ਜਿਹੜੇ ਲੋਕ ਚੜਾਉਂਦੇ ਨੇ, ਇੱਛਾ ਰੱਖਦੇ ਨੇ, ਉਹ ਸੋਨੇ ਨਾਲ ਮਿੱਟੀ ਮਿਲਦੇ ਨਹੀਂ, ਬਰਾਬਰ ਨੇ। ਤੈਸਾ ਸੁਣ ਤੈਸੀ ਉਸ ਮਾਟੀ ਨਹੀਂ ਮੰਨੀ ਉਹਨਾਂ ਨੇ, ਜੇ ਮੰਨ ਲੈਂਦੇ ਨਾ ਚੜਾਉਂਦੇ, ਫਿਰ ਮਿੱਟੀ ਤੇ ਮਿੱਟੀ ਚੜਾਉਣਾ ਕੀ ਮਤਲਬ। ਉਹ ਨਹੀਂ ਮੰਨਦੇ, ਜਿਹੜੇ ਸੋਨਾ ਦਾਨ ਕਰਦੇ ਨੇ ਚੜਾਉਣ ਵਾਸਤੇ, ਉਹ ਵੀ ਨਹੀਂ ਮੰਨਦੇ ਇਹ ਗੱਲ, ਬਰਵਾੜੇ ਨਹੀਂ ਮੰਨਦੇ ਉਹ। ਫਿਰ ਉਹ ਸੋਨੇ ਨੂੰ ਦੇਖ ਕੇ ਕਿੰਨੇ ਲੋਕਾਂ ਦੇ ਮਨ ਬੇਈਮਾਨ ਹੁੰਦੇ ਨੇ ਕਿਸੇ ਤਰੀਕੇ ਨਾਲ, ਮੈਂ ਇਹਨੂੰ ਕਿਵੇਂ ਇੱਥੋਂ ਲਾ ਕੇ ਲੈ ਜਾ, ਮਨ ਵਿਗੜੇ ਹੀ, ਉਹ ਫਾਇਦਾ ਕੀ ਹੋਇਆ ਉਹਦਾ। ਜਿਹੜੀ ਚੀਜ਼ ਗੁਰਦੁਆਰੇ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਵਿਕਾਰ ਪੈਦਾ ਕਰੇ, ਉਹਨੂੰ ਉੱਥੋਂ ਦੂਰ ਕਰ ਦੇਣਾ ਚਾਹੀਦਾ। ਕਈ ਪ੍ਰਕਾਰ ਦੇ ਮਨ ਆਉਣਗੇ ਸਾਡੇ ਕੋਲ, ਜੇ ਮਾਇਆ ਤੇ ਵੀ ਕਿਸੇ ਦੀ ਨਿਗਾਹ ਡੋਲਦੀ ਹੈ ਵੀ ਗੋਲਕ ਨੂੰ ਕਿਸ ਤਰੀਕੇ ਨਾਲ ਤੋੜੀਏ, ਸੁਰਗ ਬਣਾ ਕੇ ਤੋੜੀਏ। ਬੈਂਕਾਂ 'ਚ ਲੋਕ ਸੁਰਗਾਂ ਬਣਾਉਂਦੇ ਹੀ ਨੇ, ਉਹ ਨਹੀਂ ਰੱਖਣੀ ਚਾਹੀਦੀ ਉਹ ਜਿਹੀ ਜਗ੍ਹਾ 'ਚ ਜਿਹੜੀ ਵਿਕਾਰ ਪੈਦਾ ਕਰੇ। ਲੋਕ ਸਕੀਮ ਬਣਾਵੇ ਵੀ ਇਹਨੂੰ ਕਿਵੇਂ ਲੈ ਜਾਈਏ ਇੱਥੋਂ, ਉਹ ਹੋ ਹੀ ਨਾ, ਫਿਰ ਨਹੀਂ ਸਰਦਾ, ਉਹ ਉੱਥੇ ਹੋਵੇ ਹੀ ਨਾ। ਜੇ ਤੁਸੀਂ ਗੋਲਕ ਦੀ ਗੱਲ ਕਰਨੀ ਹੈ, ਕਿਤੇ ਗੁਰਦੁਆਰੇ ਤੋਂ 2-4 ਕਿਲੋਮੀਟਰ ਪਰੇ ਰੱਖ ਦਿਓ, ਲਿਖ ਦਿਓ ਭਾਈ ਜੀ ਨੇ ਗੋਲਕ ਪਾਉਣੀ ਹੈ, 10 ਕਿਲੋਮੀਟਰ ਪਰੇ ਪਾਓ, ਨਾਲੇ ਤਾਂ ਅਗਲਾ ਪਾਉਣ ਵਾਲਾ ਮੁਸ਼ਕਲ ਜਾਊਗਾ, ਸ਼ਰਧਾਵਾਨ ਜਾਊਗਾ। ਆਹੋ ਤੁਰ ਕੇ ਫਿਰ 2 ਕਿਲੋਮੀਟਰ ਕਹਿ ਦਿਓ ਤੁਰ ਕੇ ਜਾਣਾ ਪਊਗਾ, ਗੱਡੀ ਨਹੀਂ ਜਾ ਸਕਦੀ ਉੱਥੇ, ਫਿਰ ਕੋਈ ਹੋ ਜਾਊਗਾ। ਫਿਰ ਨਾਲ ਟੈਸਟ ਹੋ ਜਾਊਗਾ ਵੀ ਕਿੰਨੇ ਕੁ ਲੋਕ ਪਾਉਣ ਵਾਲੇ ਨੇ, ਕਿੰਨੇ ਕੁ ਦੇਖਾ ਦੇਖੀ ਪਾਉਣ ਵਾਲੇ ਨੇ। ਵਿਚਾਰੇ ਕੋਲ 10 ਦੇ ਨੋਟ ਹੁੰਦਾ, 10 ਦੇ ਪਾਉਣਾ ਪੈ ਜਾਂਦਾ, ਘਰ ਨੂੰ ਆਉਣ ਲੱਗੇ ਕੋਈ ਕਿਰਾਇਆ ਨਹੀਂ ਪਾਈਦਾ। ਜੇ ਨਹੀਂ ਪਾਉਂਦਾ ਤਾਂ ਟੈਸਟ ਇਸ਼ੂ ਬਣ ਜਾਂਦਾ, ਨਾਲ ਦੇ ਨੇ 10 ਦਾ ਪਾਇਆ, ਮੈਂ 5 ਦਾ ਕਿਵੇਂ ਪਾਵਾਂ। ਇਹ ਤਾਂ ਇਹਨਾਂ ਨੇ ਉਹ ਕੀਤਾ, ਲੋਕਾਂ ਨੂੰ ਬੇਸ਼ਰਮ ਕਰਨ ਵਾਸਤੇ ਰੱਖੀ ਆ ਵੀ ਸਾਰੇ ਪਾਉਣਾ ਹੀ ਪਵੇ। ਹਾਂਜੀ, ਦੁਰਗਾ ਪੂਜੰਤ ਨਿਤ ਪ੍ਰਤੀ ਮਹੰਤ, ਦੁਰਗਾ ਪੂਜੰਤ ਨਿਤ ਪ੍ਰਤ ਮਹੰਤ। ਮਹੰਤ ਦੁਰਗਾ ਜ਼ਰੂਰ ਪੂਜਦਾ, ਪਰ ਗੋਲਕ ਹੈ ਨਹੀਂ ਦੁਰਗਾ ਦੇ ਮੂਹਰੇ। ਸਾਡੀ ਗੁਰਮਤਿ ਵੀ ਦੁਰਗਾ ਹੀ ਹੈ, ਗੁਰੂ ਗ੍ਰੰਥ ਸਾਹਿਬ ਦੁਰਗਾ ਦਾ ਅਵਤਾਰ ਹੈ, ਦੁਰਗਾ ਦਾ ਅਵਤਾਰ ਹੈ ਗੁਰੂ ਗ੍ਰੰਥ ਸਾਹਿਬ। ਇਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ। ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਏ ਤਾਂ ਪੜ੍ਹਦੇ ਨੇ ਅਰਦਾਸ 'ਚ, ਇਹੀ ਚੰਡੀ ਦਾ ਅਵਤਾਰ ਹੈ। ਉਹ ਤੁਰਕੀ ਬਾਣੀ ਚੰਡੀ ਹੁੰਦੀ ਹੈ, ਫਿਰ ਤੁਰਕੀ ਬਾਣੀ ਇਹੀ ਹੈ। ਸਾਡੇ ਕੋਲ ਹੋਰ ਦੁਰਗਾ ਕਿਹੜੀ ਹੈ? ਪੂਰੇ ਤਲਵਾਰਾਂ ਨਹੀਂ ਰੱਖਦੇ, ਤਲਵਾਰ ਦੁਰਗਾ ਹੁੰਦੀ ਹੈ, ਹੋਰ ਕੀ ਹੁੰਦਾ। ਦੋ ਤਲਵਾਰਾਂ ਦਾ ਜ਼ਿਕਰ ਕੀਤਾ ਹੋਇਆ। ਗਿਆਨ ਖੜਕ ਲੈ ਮਨਸੂਲ ਨੂੰ, ਜੇ ਖੜਕਦੀ ਫਿਰੇ ਮਨ ਜਿੱਤਣਾ ਨਹੀਂ। ਗਿਆਨ ਖੜਕ ਲੈ ਮਨਸੂਲ ਨੂੰ, ਜੇ ਖੜਗੇ ਹੈ। ਉਹ ਗੁਰਬਾਣੀ ਦਸਮਦੀ ਨੇ ਤਾਂ ਆਦੀ ਬਾਣੀ ਦੀ ਵਡਿਆਈ ਕੀਤੀ ਹੈ। ਦਸਮਦੀ ਬਾਣੀ ਵਿੱਚ ਆਦੀ ਬਾਣੀ ਦੀ ਵਡਿਆਈ ਹੈ, ਜਿਹੜੀ ਸਿੱਧੀ ਆਈ ਹੈ ਤੁਰਕੀ ਜੈਸੀ ਮੈਂ ਆਵੇ ਖਸਮ ਕੀ ਬਾਣੀ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਕੀ ਹੈ ਉਹਦੀ ਉਸਤਤੀ ਹੋਈ ਹੈ, ਹੋਰ ਕੀ ਹੈ। ਬਹੁ ਵਿਧ ਪ੍ਰਕਾਰ ਸੇਵਤ ਸਵਾਰ, ਬਹੁ ਵਿਧ ਪ੍ਰਕਾਰ ਸੇਵਤ ਸਵਾਰ। ਬਹੁਤ ਵਧੀਆ ਨਾਲ
ਸਵਾਰ ਕੇ ਸੇਵਾ ਕਰਦਾ। ਸਵਾਰ ਕੇ ਸੇਵਾ ਕਿਵੇਂ ਕਰਦਾ? ਉਹ ਜਿਹੜੀ ਪਬਲਿਕ ਦੀ ਸੇਵਾ ਕਰਨੀ ਹੈ, ਉਹ ਮੂਰਤੀ ਦੇ ਆਲੇ ਦੁਆਲੇ ਨਹੀਂ ਘੁੰਮਦਾ ਆ, ਉਹਦੀ ਸੇਵਾ ਕਰਦਾ ਵਿਧੀਆਂ ਨਾਲ। ਅਸਾਂ ਮੂਰਤੀਆਂ ਉਹਦੀਆਂ ਹੀ ਨੇ, ਉਹ ਪਬਲਿਕ ਉਹਦੀਆਂ ਹੀ ਮੂਰਤੀਆਂ ਨੇ। ਇਹਨਾਂ ਦੀ ਬਹੁਤ ਵਿਧੀਆਂ ਨਾਲ ਸੇਵਾ ਕਰਦਾ, ਉਥਾਨ ਕਰਦਾ ਗਰੀਬ ਦੀ, ਜਿਹਨੂੰ ਜਿਹਦੀ ਲੋੜ ਹੈ। ਕਿਸੇ ਨੂੰ ਜਿਹਨੂੰ ਬੁੱਧੀ ਦੀ ਲੋੜ ਹੈ, ਅਕਲ ਦੀ ਲੋੜ ਹੈ, ਸਮਝ ਦੀ ਲੋੜ ਹੈ। ਉਹ ਬਾਕੀ ਕੱਪੜੇ ਲੀੜੇ ਦੀ ਲੋੜ ਹੈ, ਉਹ ਤਾਂ ਬਥੇਰਾ ਉੱਥੇ ਪਿਆ, ਉਹ ਤਾਂ ਕੋਸ਼ ਚੋਂ ਲੈ ਜਾਓ। ਉਹ ਇਹਨਾਂ ਨੂੰ ਸਮਝਾ ਬੁਝਾ ਕੇ ਇਹਨਾਂ ਦੀ ਬਹੁਤ ਵਿਧੀਆਂ ਨਾਲ ਜਿਹੜੇ ਫਸੇ ਨੇ ਜਿਵੇਂ ਜਿਵੇਂ ਇਹਨਾਂ ਦਾ ਉਥਾਨ ਕਰ ਰਿਹਾ। ਇਹਨਾਂ ਦਾ ਬਹੁਤ ਲੈਵਲ ਦਾ, ਇੱਕੋ ਨਹੀਂ ਕਿਸੇ ਦੇ ਭਰਮ ਹੁੰਦਾ। ਤਰ੍ਹਾਂ ਤਰ੍ਹਾਂ ਦੇ ਭਰਮ ਹੁੰਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਉਲਝਣਾਂ ਹੁੰਦੀਆਂ ਨੇ, ਤਰ੍ਹਾਂ ਤਰ੍ਹਾਂ ਦੇ ਸੁਭਾਅ ਹੁੰਦੇ ਨੇ। ਇਸ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਬਣਾਉਣੀਆਂ ਪੈਂਦੀਆਂ ਨੇ ਛੱਡਣ ਵਾਸਤੇ। ਬਹੁਤ ਪ੍ਰਕਾਰ ਸੇਵਤ ਸਵਾਰ, ਸਵਾਰ ਕੇ ਸੇਵਾ ਕਰਦਾ ਹੈ। ਸੇਵਾ ਕਰਕੇ ਸਵਾਰ ਰਿਹਾ ਪਬਲਿਕ ਨੂੰ, ਗਿਆਨਵਾਨ ਕਰ ਰਿਹਾ। ਉਹਨਾਂ ਦਾ ਸੁਭਾਅ ਭੈੜੇ ਸੁਭਾਅ ਛਡਾ ਰਿਹਾ ਉਹਨਾਂ ਦੇ। ਉੱਥੇ ਬੈਠਾ ਮੂੰਹ ਦਿਖਾਉਣ ਨੂੰ ਨਹੀਂ ਬਹਿੰਦਾ। ਉੱਥੇ ਉਹ ਜੇਬ ਦੀਵਾਨ ਲੱਗਦਾ, ਉਹ ਦੀਵਾਨ ਲਾਉਂਦਾ, ਉਹ ਦਰਬਾਰ ਨਹੀਂ ਲਾਉਂਦਾ ਹੈ। ਇੱਕ ਦਰਬਾਰ ਲਾਉਂਦਾ, ਇੱਕ ਦੀਵਾਨ ਲਾਉਂਦਾ। ਸਾਹਿਬ ਦਾ ਦੀਵਾਨ ਲੱਗਦਾ ਹੁੰਦਾ ਹੈ, ਦਰਬਾਰ ਰਾਜਾ ਦਾ ਲੱਗਦਾ, ਮਨਮੁਖਾਂ ਦਾ ਦਰਬਾਰ ਲੱਗਦਾ ਹੁੰਦਾ। ਦੀਵਾਨ ਅਲੱਗ ਚੀਜ਼ ਹੈ, ਦਰਬਾਰ ਅਲੱਗ ਚੀਜ਼। ਦਰਬਾਰ ਵਿੱਚ ਘੜੀਆਂ ਜਾਂਦੀਆਂ ਨੇ, ਦੀਵਾਨ ਵਿੱਚ ਸੁਰਤਾਂ ਘੜੀਆਂ ਜਾਂਦੀਆਂ ਨੇ ਆਪਣਿਆਂ ਦੀਆਂ। ਦੀਵਾਨ ਵਿੱਚ ਸਕੀਮਾਂ ਘੜੀਆਂ ਜਾਂਦੀਆਂ ਨੇ ਵਿਰੋਧੀਆਂ ਵਾਸਤੇ। ਦੀਵਾਨ ਵਿੱਚ ਉਹ ਰਾਜੇ ਦਾ ਦੀਵਾਨ ਨਹੀਂ ਹੁੰਦਾ, ਦਰਬਾਰ। ਹਾਂ, ਦਰਬਾਰ ਵਿੱਚ ਰਾਜੇ ਦੇ ਦਰਬਾਰ ਵਿੱਚ ਸਕੀਮਾਂ ਘੜੀਆਂ ਜਾਂਦੀਆਂ ਵਿਰੋਧੀਆਂ ਨੂੰ ਅਕਲ ਦੇਣ ਵਾਸਤੇ। ਵਿਰੋਧੀਆਂ ਨੂੰ ਕਾਬੂ ਕਿਵੇਂ ਕਰਨਾ, ਉਹਨਾਂ ਨੂੰ ਮੱਤ ਕਿਵੇਂ ਦੇਣੀ ਹੈ। ਦੀਵਾਨ ਵਿੱਚ ਘੜੀਆਂ ਜਾਂਦੀਆਂ ਨੇ ਗੁਰਮੁਖਾਂ ਦੀਆਂ ਸੁਰਤੀਆਂ ਬਿਰਤੀਆਂ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇਹ ਘੜੀਆਂ ਜਾਂਦੀਆਂ ਨੇ। ਗੁਰੂ ਘਰ 'ਚ ਇਹੀ ਘੜੀਆਂ ਜਾਂਦੀਆਂ ਤੇ ਹੋਰ ਕਾਹਦੇ ਵਾਸਤੇ? ਸੰਗਤ ਹੋਰ ਕਾਹਦੇ ਵਾਸਤੇ ਬੁਲਾਉਣੀ ਹੈ? ਸਕੂਲ ਕਾਲਜ ਕਾਹਦੇ ਵਾਸਤੇ ਹੁੰਦੇ ਨੇ? ਸਿੱਖਿਆ ਵਾਸਤੇ। ਅੱਡ ਅੱਡ ਕਿਸਮ ਦੇ ਬੱਚਿਆਂ ਦੇ ਸਵਾਲ ਹੁੰਦੇ ਨੇ, ਅੱਡ ਅੱਡ ਕਿਸਮ ਦੇ ਸ਼ੰਕੇ ਹੁੰਦੇ ਨੇ, ਅੱਡ ਅੱਡ ਕਿਸਮ ਦੇ ਸਵਾਲ ਪੁੱਛਦੇ ਨੇ, ਅੱਡ ਅੱਡ ਕਿਸਮ ਦੀ ਉਹਨਾਂ ਦੀ ਸੈਟਿਸਫੈਕਸ਼ਨ ਉੱਤੇ ਜਵਾਬ ਦਿੱਤਾ ਜਾਂਦਾ। ਜਵਾਬ ਵੀ ਉਹਨਾਂ ਨੂੰ ਅੱਡ ਅੱਡ ਸਮਝਾਇਆ ਵੀ ਅੱਡ ਅੱਡ ਪੱਖ ਤੋਂ ਜਾਂਦਾ। ਇਹ ਗੱਲ ਹੈ, ਬਹੁਤ ਵਿਧੀ ਆਇਆ ਲਫ਼ਜ਼। ਅਤੀ ਗੁਣ ਨਿਧਾਨ ਮਹਿਮਾ ਮਹਾਨ। ਅਤੀ ਗੁਣ ਨਿਧਾਨ, ਅਤੰਤ ਗੁਣਾਂ ਦਾ ਖਜ਼ਾਨਾ ਹੈ। ਜਿਹੜੀ ਗੱਲ ਕੋਈ ਪੁੱਛਦਾ, ਕੋਈ ਪੁੱਛਦਾ, ਸਾਰੀਆਂ ਹੀ ਉਹਦੇ ਕੋਲ ਨੇ ਹੱਲ। ਸਾਰਿਆਂ ਦੇ ਸਾਰੇ ਗੁਣ ਉਹਦੇ ਕੋਲ ਨੇ। ਗੁਣਾਂ ਦੀ ਕਮੀ ਵਾਲਾ ਹੀ ਪੁੱਛਦਾ, ਉਹ ਉਹਨੂੰ ਦੱਸ ਦਿੰਦਾ, ਸਮਝਾ ਦਿੰਦਾ। ਜਿੱਥੇ ਕਮੀ ਹੁੰਦੀ ਹੈ ਸਮਝਾ ਦਿੰਦਾ। ਮਹਿਮਾ ਮਹਾਨ, ਇਸ ਕਰਕੇ ਤਾਂ ਉਹਦੀ ਮਹਾਨ ਮਹਿਮਾ ਕਿਤੋਂ ਅੜਦਾ ਨਹੀਂ ਹੈ। ਸਾਰੀ ਗੱਲ ਉਹਨੂੰ ਸਮਝ ਹੈ, ਤਾਂ ਜਿੰਨੀ ਉਹਨੂੰ ਲੋਕ ਰੋਜ਼ ਉਹਦੀ ਮਹਿਮਾ ਵੱਧਦੀ ਹੈ। ਇਸੇ ਕਰਕੇ ਮਹਿਮਾ ਮਹਾਨ ਹੈ। ਕੋਈ ਉਹਦੇ ਕੋਲ ਅੜਦੀ ਨਹੀਂ ਕੋਈ ਗੱਲ ਹੈ। ਸਭ ਗਿਆਨ ਹੈ, ਸਾਰੀ ਸਮਝ ਹੈ ਉਹਨੂੰ। ਅਤੀ ਬਿਮਨ ਅੰਗ ਲਖ ਲਜਤ ਗੰਗ। ਸਰੀਰ ਨਾ ਮੰਨੋ ਹੁਣ ਉਹਦਾ। ਉਹ ਬੋਲਦਾ ਤਾਂ ਅੰਦਰਲਾ ਸਰੀਰ ਹੈ, ਬਾਹਰਲੇ ਨੂੰ ਛੱਡੋ। ਬਾਹਰਲਾ ਦਾ ਸਰੀਰ ਬਿਰਮੀ ਹੈ। ਬੋਲਦਾ ਕੌਣ ਹੈ? ਬੋਲਦਾ ਸੱਪ। ਸੱਪ ਨਹੀਂ ਹੁਣ ਬੋਲਦਾ, ਹੁਣ ਸ਼ੇਰ ਬੋਲਦਾ। ਪਾ ਇੰਨਾ ਹੀ ਫਰਕ ਪੈ ਜਾਂਦਾ। ਜਦ ਗੁਣ ਗਾਇਨ ਦੀ ਗੱਲ ਦੱਸਦਾ, ਸੰਸਾਰ ਨੂੰ ਉਪਦੇਸ਼ ਦਿੰਦਾ, ਫਿਰ ਸ਼ੇਰ ਬੋਲਦਾ। ਜਦ ਡੰਗਬਾਲ ਦੀਆਂ ਗੱਲਾਂ ਕਰਦਾ, ਫਿਰ ਸੱਪ ਬੋਲਦਾ। ਰਾਜਿਆਂ ਦੇ ਦਰਬਾਰਾਂ 'ਚ ਸੱਪ ਬੋਲਦੇ ਨੇ। ਸੱਪ ਬੋਲਦੇ ਨੇ। ਕਿਵੇਂ ਲੜਨੇ ਜਾ ਕੇ ਜੁੱਤੇ 'ਚ ਵੜ ਕੇ ਡੰਗ ਮਾਰਨਾ,
ਕੋਈ ਪਿੱਛੇ ਰਾਹ ਰੋਕ ਕੇ ਖੜਾ ਹੋ ਕੇ ਮੈਂ ਆ ਗਿਆ ਤਕੜਾ ਹੋ ਜਾ, ਕਿਵੇਂ ਉਹਨੂੰ ਕਾਬੂ ਕਰਨਾ? ਦੀਵਾਨਾਂ ਦੇ ਵਿੱਚ ਸ਼ੇਰ ਬੋਲਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੱਜੀ ਜਾਏ। ਜਿਹੜੇ ਵਕਾਰ ਨੇ ਇਹ ਭੱਜ ਜਾਂਦੇ ਨੇ। ਵਕਾਰ ਮਿਰਗਾਵਲੀ ਹੈ ਨਾ, ਤੀਰ ਤਰਵਾ ਤੀਰ 'ਚ ਨਹੀਂ ਕੋਈ ਤਰਾ ਰਿਹਾ। ਐ ਨਹੀਂ ਕਹਿੰਦਾ ਆ ਜਾਓ ਮੁੜਿਆਓ ਮੈਂ ਤੁਹਾਡੇ ਨਾਲ, ਤੀਰ ਦੇਣ ਵਾਲਾ ਕੋਈ ਨਹੀਂ ਉੱਥੇ। ਤੀਰ ਦੇਣ ਵਾਲਾ ਤਾਂ ਵਿਰੋਧੀ ਮੱਤ ਵਾਲਾ ਹੀ ਹੋ। ਵਿਰੋਧੀ ਮੱਤ ਵਾਲਾ ਕਾਹਨੂੰ ਖੜਦਾ ਆ ਕੇ? ਕੋਈ ਨਹੀਂ ਸਾਂਭਦਾ ਵਕਾਰਾਂ ਨੂੰ। ਫਿਰ ਵਕਾਰਾਂ ਦੇ ਹਾਰਾ ਰਾਰਾ ਨਹੀਂ ਕੋਈ ਮਾਰਦਾ, ਤੀਰ ਨਹੀਂ ਦਿੰਦਾ ਇਹਨਾਂ ਨੂੰ ਕੋਈ। ਅਤੀ ਬਿਮਲ ਅੰਗ ਲਖ ਲਜਤ ਗੰਗ। ਅਤੀ ਬਿਮਲ ਅੰਗ ਸਰੀਰ ਕਿਹੜਾ ਅੰਗ? ਕੀ ਨੇ? ਮਨ ਅਰਚਿਤ ਬੁੱਧ ਅਤੀ ਬਿਮਲ ਅੰਗ ਸੁਰਤ ਮਤ ਮਨ ਬੁੱਧ ਬਿਮਲ ਨੇ ਹੈ, ਮਾਇਆ ਤੋਂ ਰਹਿਤ ਨੇ ਅੰਗ। ਲਖ ਲਜਤ ਮਾਇਆ ਦਾ ਕੋਈ ਪ੍ਰਭਾਵ ਨਹੀਂ। ਲਖ ਲਜਤ ਗੰਗ। ਹਾਂ, ਦੇਖ ਕੇ ਗੰਗ ਵੀ ਲੱਜਤ ਹੁੰਦੀ ਹੈ। ਗੰਗ ਹੁਣ ਗੰਗ ਤਾਂ ਪਾਣੀ ਹੈ। ਗੰਗ ਕਹਤੇ ਕਹਿਤਾ ਕਬੀਰ ਕਹਿੰਦਾ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ। ਐ ਨਿਰਮਲ ਹੋ ਗਿਆ ਮੇਰਾ ਮਨ ਜਿਵੇਂ ਗੰਗਾ ਦਾ ਨੀਰ ਹੋ ਗਿਆ। ਨਿਰਮਲ ਕਿਹਾ, ਇੱਥੇ ਬਿਮਲ ਲੈ ਕੇ ਅਤ ਬਿਮਲ ਅਤ ਬਿਮਲ ਅੰਗ ਲਖ ਲਜਤ ਗੰਗ। ਜੇ ਤਾਂ ਹੁੰਦਾ ਨਿਰਮਲ ਫਿਰ ਤਾਂ ਗੰਗਾ ਦੇ ਪਾਣੀ ਵਰਗਾ ਸੀ। ਇਹ ਹੋ ਗਿਆ ਬਿਮਲ, ਗੰਗਾ ਦਾ ਪਾਣੀ ਸ਼ਰਮਿੰਦਾ ਹੋ ਗਿਆ, ਮੇਰੇ ਤੋਂ ਗਾਂ ਦੀ ਹੋ ਗਈ। ਜਿਹੜੇ ਗੰਗਾ ਦੇ ਭਗਤ ਨੇ, ਨਹਾਉਣੇ ਵਾਲੇ ਨੇ, ਗੰਗਾ ਦੇ ਨੂੰ ਮੰਨਣ ਵਾਲੇ ਤੇ ਗੰਗਾ ਦੇ ਜਿਹੜੇ ਗਿਆਨ ਕਰਾਉਂਦੇ ਨੇ ਲੋਕ, ਉਹ ਸਾਰੇ ਲਜਤ ਹੋ ਗਏ ਵੀ ਗਿਆਨ ਸੱਤ ਉੱਤੇ ਦਾ ਹੈ। ਬੁੱਧ ਸੱਤ ਉੱਤੇ ਨਿਰਮਲ ਹੋ ਗਈ। ਗੰਗਾ ਦਾ ਮਤਲਬ ਗੰਗਾ ਗੰਗਾ ਨੇ ਕੀ ਲਜਤ ਹੋਣਾ? ਗੰਗਾ ਦਾ ਜਿਹੜੀ ਗੰਗਾ ਦੀ ਔਲਾਦ ਹੈ, ਜਿਹੜੇ ਜਿੰਨੇ ਸੰਤ ਗੰਗਾ ਨੂੰ ਮੰਨਦੇ ਨੇ ਉਹ ਸਾਰੇ ਲਜਤ ਹੋ ਗਏ। ਇਹ ਗੱਲ ਦਾ ਤਾਂ ਸਾਨੂੰ ਵੀ ਨਹੀਂ ਪਤਾ। ਸਰੀਰ ਤੋਂ ਅਗਲੀ ਗੱਲ ਕਰਤੀ ਨਾ, ਬਿਮਲ ਅੰਗ। ਤੈ ਨਿਰਖ ਦੱਤ ਅਤੀ ਬਿਮਲ ਮਤ। ਤੈ ਨਿਰਖ ਦੱਤ ਅਤ ਬਿਮਲ ਮਤ। ਇੰਨੀ ਬਿਮਲ ਮਤ, ਬਿਮਲੇ ਲਫ਼ਜ਼ ਮਤ ਦੇ ਨਾਲ ਫਿਰ ਵੀ ਲੱਗਿਆ। ਤੈ ਨਿਰਖ ਦੱਤ, ਉੱਥੋਂ ਦੱਤ ਦੀ ਨਿਗਾਹ ਪਿਆ। ਬਿਮਲ ਮਤ ਵਾਲੇ ਦੱਤ ਦੀ ਦ੍ਰਿਸ਼ਟੀ ਗਈ ਕਿਤੇ ਹੋਰ। ਉਹਨੇ ਕੁਝ ਦੇਖਿਆ। ਕੀ ਦੇਖਿਆ? ਅਨਖੰਡ ਜੋਤ। ਇਹ ਅਨਖੰਡ ਜੋਤ ਦੇਖੀ ਦੱਤ ਨੇ। ਬਈ ਜੋਤ ਐਸੀ ਆ, ਅਖੰਡ ਹੁੰਦੀ ਨਹੀਂ ਹੈ। ਜਿਵੇਂ ਸੂਰਜ ਹੈ, ਇੱਕ ਟੱਕ ਜੋਤ ਚੱਲਦੀ ਹੈ। ਅਖੰਡ ਜੋਤ ਦੇਖੀ, ਦਰਸ਼ਨ ਉਹਦੇ ਦਰਸ਼ਨ ਹੋਇਆ। ਜਨ ਭਿਓ ਅਦੋਤ। ਐ ਸਮਝੋ ਜਿਵੇਂ ਹੁਣੇ ਜਗੀ ਹੋਵੇ, ਪ੍ਰਗਟੇ ਹੋਈ ਹੋਵੇ ਧਰਤੀ ਤੋਂ। ਜਨ ਭਿਓ ਅਦੋਤ। ਜਨ ਜਾਣੀ ਕੋਈ ਪ੍ਰਗਟ ਹੋਇਆ, ਉਹਦਾ ਜਨੇ ਕੋਈ ਪ੍ਰਗਟ ਹੋਇਆ। ਚਮਕੰਤ ਅੰਗ ਲਖ ਲਜਤ ਗੰਗ। ਐਸੇ ਉਹਦੇ ਮਨ ਬੁੱਧੀ ਦੇ ਵਿੱਚੋਂ ਚਮਕਾ ਮਾਰਦਾ ਹੈ। ਯਾਨੀ ਮਨ ਬੁੱਧੀ ਚੋਂ ਐਸੀ ਰੋਸ਼ਨੀ ਛੱਡਦਾ ਆ ਰਹੀ ਹੈ। ਲਖ ਲਜਤ ਗੰਗ। ਲਖ ਲਜਤ ਗੰਗ। ਉਹ ਗੰਗਾ ਵਾਲੇ ਜਿਹੜੇ ਇਹਨੇ ਸ਼ਰਮਿੰਦੇ ਕੀਤੇ ਤੇ ਉਹ ਵੀ ਇਵੇਂ ਕਰਦਾ ਹੈ। ਗੰਗਾ ਭਗਤਾਂ ਦੀ ਬੁੱਧੀ ਤੋਂ ਪਰੇ ਦਾ ਉਹ ਵੀ ਲੱਛ ਲੱਗ। ਗੰਗਾ ਹੁਣ ਉਹਨੂੰ ਨਿਰਮਲ ਨਹੀਂ ਕਰ ਸਕਦੀ। ਗੰਗਾ ਦੀ ਭਗਤੀ, ਗੰਗਾ ਦੀ ਭਗਤੀ ਕੀ ਸੀ ਪਹਿਲਾਂ? ਗੰਗਾ ਦੀ ਭਗਤੀ ਕਿੱਧਰ ਇਸ਼ਾਰਾ? ਗੁਰੂ ਅਮਰਦਾਸ ਹੈ ਗੰਗਾ ਦੀ ਭਗਤੀ ਵਾਲਾ। ਉਦੋਂ ਕਹਾ ਨਿਰਮਲ ਕੋਈ ਨਹੀਂ ਸੀ, ਤਾਂ ਨਹੀਂ ਸੀ ਗੁਰੂ ਬਣਾਉਂਦਾ। ਗੱਲ ਗਹਿਰੀ ਕਹੀ ਹੋਈ ਹੈ। ਗੁਰੂ ਅਮਰਦਾਸ ਗੰਗਾ ਦਾ ਭਗਤ ਨਹੀਂ ਸੀ। ਉਹ ਤੋਂ ਵੱਧ ਗਿਆਨ ਨਹੀਂ ਹੈ ਕਿਸੇ ਨੂੰ ਹੁੰਦਾ। ਵੱਧ ਤੋਂ ਵੱਧ ਉਹਨਾਂ ਹੀ ਗਿਆਨ ਹੁੰਦਾ। ਲਖ ਲਜਤ ਗੰਗ। ਜਦ ਗੁਰੂ ਅੰਗਦ ਨੂੰ ਦੇਖਿਆ, ਸੁਣੀ ਗੱਲ, ਲਜਤ ਹੋ ਗਈ ਨਾ। ਗੰਗਾ ਦੀ ਭਗਤੀ ਹੋ ਛੱਡਤੀ। ਗੱਲ ਆਪਣੇ ਘਰ ਦੀ ਉਹ ਕਰਦੇ ਨੇ, ਘਰ ਦੀ ਵੀ ਕਰਦੇ ਨੇ। ਘਰੋਂ ਦਰਸ਼ਨ ਵੀ ਹੋ ਜਾਊਗਾ, ਤੁਹਾਨੂੰ ਸਭ ਕੁਝ ਸਮਝ ਵੀ ਆ ਜਾਊਗੀ। ਉਹ ਗੰਗਾ ਨੇ ਵਿਚਾਰੀ ਨੇ ਕੀ ਲਜਤ ਹੁਣ?
ਹਾਂ ਅਤੀ ਗੁਣ ਨਿਧਾਨ ਮਹਿਮਾ ਮਹਾਨ। ਅਤੀ ਗੁਣ ਨਿਧਾਨ, ਗੁਣ ਕਿੰਨੇ ਨੇ? ਅਤਿਅੰਤ ਗੁਣ ਨੇ। ਗੰਗਾ ਭਗਤਾਂ ਕੋ ਅਤਿਅੰਤ ਗੁਣ ਨਹੀਂ ਹੁੰਦੇ। ਉਹ ਤਾਂ ਪਾਣੀ ਦੀ ਪੂਜਾ ਕਰਦੇ ਨੇ। ਗੰਗਾ 'ਚ ਤਾਂ ਪਾਣੀ ਹੋਵੇ, ਹੋਰ 'ਚ ਕੀ ਹੈ? ਜ਼ਿਆਦਾ ਤੋਂ ਜ਼ਿਆਦਾ ਪਾਣੀ ਉਹ ਜੜੀਆਂ ਬੂਟੀਆਂ ਕਰਕੇ ਸਰੀਰਕ ਇਲਾਜ ਕਰ ਦਿੰਦਾ। ਚਲੋ ਮੰਨ ਲੈਂਦੇ। ਉਹ 'ਚ ਦੇ ਕਈ ਜਗ੍ਹਾ ਬੂਟੀਆਂ ਬਾਟੀਆਂ 'ਚ ਪਾਣੀ ਆਉਂਦਾ। ਉਹ 'ਚ ਗੁਣ ਨੇ ਪਾਣੀ 'ਚ। ਉਹ ਸਰੀਰ ਕਰਕੇ ਹੀ ਨੇ ਗੁਣ। ਫਿਰ ਆਤਮਾ ਦਾ ਤਾਂ ਕੋਈ ਨਿਰਮਲਤਾ ਨਹੀਂ ਕਰ ਰਿਹਾ। ਆਤਮਾ ਦੇ ਤਾਂ ਠੱਗ ਚੋਰ ਜਾ ਕੇ ਉੱਥੇ ਲੰਗਰ ਬਣਾ ਰਹੇ ਨੇ ਪੈਸੇ ਇਕੱਠੇ ਕਰਨ ਨੂੰ। ਠੱਗਾਂ ਨੂੰ ਤਾਂ ਆਸ਼ਰਿਤ ਕਰ ਰਹੀ ਹੈ ਉੱਥੇ ਵੀ ਠੱਗੀਆਂ ਚਲਾਓ। ਮੰਦਰ ਗੰਗਾ 'ਤੇ ਬੈਠੇ ਨੇ ਮੰਦਰਾਂ ਵਾਲੇ, ਔਰ ਉਹਨਾਂ ਨੇ ਚਲਾ ਲਿਆ। ਹੇਮਕੁੰਡ ਵਾਲਿਆਂ ਨੇ ਥੋੜ੍ਹਾ ਚਲਾ ਲਿਆ। ਫਰਾਡ ਹੈ ਉਹ ਸਾਰਾ। ਜੇ ਆਹ ਸੁਭਾਅ ਗੰਗਾ ਦਾ ਹੁੰਦਾ ਤਾਂ ਉੱਥੇ ਕਾਮਯਾਬ ਫਰੌਡੀ ਕਿਵੇਂ ਕਾਮਯਾਬ ਹੋ ਜਾਂਦੇ? ਜਿੰਨੇ ਤੀਰਥ ਨੇ ਫਰੌਡ ਨੇ ਗੰਗਾ ਤੇ ਹੀ ਕਾਮਯਾਬ ਨੇ। ਤਾਂ ਲੱਖ ਲਾਜਤ ਗੰਗਾ ਹੈ। ਬੇਇੱਜ਼ਤੀ ਕਰ ਦਿੰਦਾ ਗੰਗਾ ਵਾਲਿਆਂ ਦੀ, ਸਾਰਿਆਂ ਦੀ, ਜਿਹਨੂੰ ਪੂਰੇ ਲੋਕ ਬੋਲਦੇ ਨਹੀਂ। ਇੱਕੋ ਲਫ਼ਜ਼ ਬੋਲ ਕੇ ਬੇਇੱਜ਼ਤ ਕਰ ਦਿੰਦਾ। ਹਾਂਜੀ। ਅਤੀ ਗੁਣ ਨਿਧਾਨ ਮਹਿਮਾ ਮਹਾਨ। ਅਤੀ ਗੁਣ ਨਿਧਾਨ, ਅਤਿਅੰਤ ਗੁਣਾਂ ਦਾ ਖਜ਼ਾਨਾ। ਮਹਿਮਾ ਮਹਾਨ, ਇਸ ਕਰਕੇ ਤਾਂ ਲੋਕ ਉਹਦੀ ਮਹਿਮਾ ਕਰਦੇ ਨੇ। ਮਹਾਨ ਮਹਿਮਾ ਦਾ ਪਾਤਰ ਹੈ। ਅਨੁਭਵ ਪ੍ਰਕਾਸ਼ ਨਿਸ ਦਿਨ ਉਦਾਸ। ਬਸ ਪ੍ਰਕਾਸ਼ ਤੋਂ ਹੀ ਅਨੁਭਵ ਹੁੰਦਾ ਵੀ ਹਾਂ ਠੀਕ ਹੈ। ਉਹਦਾ ਪ੍ਰਕਾਸ਼ ਹੈ ਨਾ ਚਿਹਰੇ ਦਾ, ਉਹ ਸਾਬਤ ਕਰਦਾ ਹੈ ਗੁਣਾਂ ਦਾ ਨਿਧਾਨ ਹੈ। ਉਹ ਬੋਲੇ ਤੋਂ ਪਤਾ ਲੱਗਣਾ, ਨਹੀਂ ਤਾਂ ਪ੍ਰਕਾਸ਼ ਇਹ ਸਾਬਤ ਕਰਦਾ। ਅਜੇ ਬੋਲਿਆ ਨਹੀਂ ਹੈ, ਗੁਣ ਨਿਧਾਨ ਕਹਿਤਾ। ਗੁਣ ਨਿਧਾਨ ਕਹਿਤਾ। ਉੱਥੇ ਕਿਹੜਾ ਬਕਸਾ ਖੋਲ ਕੇ ਦੇਖਿਆ ਵੀ ਕਿੰਨੇ ਗੁਣ ਨੇ? ਉਹਨੇ ਕਿਹੜਾ ਸਾਬਤ ਕੀਤਾ ਗੁਣ ਨਿਧਾਨ ਨੇ? ਪ੍ਰਕਾਸ਼ ਤੋਂ ਹੀ ਪਤਾ ਲੱਗਦਾ ਗੁਣ ਨਿਧਾਨ। ਮੀਟਰ ਹੁੰਦਾ ਨਾ। ਨਿਸ ਦਿਨ ਉਦਾਸ। ਨਿਸ ਦਿਨ ਉਦਾਸ, ਔਰ ਦਿਨ ਰਾਤ ਆਸ ਜਿਹੜੀ ਹੈ ਸੰਸਾਰੀ ਆਸ ਤੋਂ ਉਦਾਸ ਰਹਿੰਦੇ। ਮਾਇਆ ਤੋਂ ਉਦਾਸ ਰਹਿਣਾ, ਇੰਨਾ ਗਿਆਨਵਾਨ ਹੋਣਾ, ਇੰਨੀ ਅਵਸਥਾ ਉੱਚੀ ਹੋਣੀ, ਔਰ ਮਾਇਆ ਤੋਂ ਉਦਾਸ ਰਹਿਣਾ, ਉੱਤੇ ਉੱਠ ਕੇ ਰਹਿਣਾ, ਰਾਜ ਦਾ ਮਾਲਕ ਬਣ ਕੇ ਰਾਜ ਨੂੰ ਆਪਣਾ ਨਹੀਂ ਸਮਝਣਾ। ਇਹ ਤੋਂ ਹੀ ਪਤਾ ਲੱਗਦਾ ਵੀ ਇਹ ਕਿੰਨੇ ਗਿਆਨ ਦਾ ਮਾਲਕ ਹੈ। ਸਭ ਕੁਛ ਇਹਨੂੰ ਕਲੀਅਰ ਦੀਦਾ ਕੀਦਾ, ਪਰ ਕੀ ਕੋ ਆਪਣੀ ਨਹੀਂ ਕਹਿੰਦਾ। ਮਾਇਆ ਉਹਦੀ ਹੈ ਨਹੀਂ, ਤਾਂ ਨਹੀਂ ਮੰਨਦਾ। ਮਾਇਆ ਨੂੰ ਆਪਣੀ ਮੰਨਣਾ ਹੀ ਸੱਚਖੰਡ ਵਾਲਿਆਂ ਨੂੰ ਵਿਰੋਧ ਖੜਾ ਕਰ ਲੈਣਾ। ਪਰ ਕੀ ਕੋ ਆਪਣੀ ਕਹੇ, ਆਪਣੋਂ ਨਹੀਂ ਭਾਵੈ। ਆਪਣਿਆਂ ਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ, ਤੂੰ ਆਪਣੀ ਕਹਿੰਦਾ ਨਾ ਇੱਥੇ ਵਾਲਿਆਂ ਨੂੰ ਨਾ ਉੱਥੇ ਵਾਲਿਆਂ ਨੂੰ। ਜੇ ਉਹ ਕਹਿੰਦਾ ਭਾਈ ਪਰਮੇਸ਼ਰ ਦੀ ਮਾਇਆ ਪਬਲਿਕ ਵਾਸਤੇ ਬਣਾਈ ਹੈ, ਸਾਰੀ ਬਾਤ ਪਬਲਿਕ ਵਾਸਤੇ ਨਹੀਂ ਬਣਾਈ, 84 ਲੱਖ ਜੂਨ ਵਾਸਤੇ ਬਣਾਈ ਹੈ। ਦਾਣੇ ਜਿੰਨੇ ਪੈਦਾ ਕਰਦੇ ਹੋ ਕਿਹੜਾ ਆਦਮੀ ਉਹ ਖਾਂਦੇ ਨੇ? ਹੋਰ ਜਾਨਵਰ ਬਥੇਰੇ ਜਿਹੜੇ ਖਾ ਜਾਂਦੇ ਨੇ। ਆਦਮੀਆਂ ਦੀ ਗਿਣਤੀ ਹੈ, ਦੂਜਿਆਂ ਦੀ ਹੈ ਨਹੀਂ ਤੁਹਾਡੇ ਕੋਲ। ਉਹ ਸੁਸਰੀ ਕਿੰਨੀ ਖਾ ਜਾਂਦੀ ਹੈ, ਢੋਰਾ ਕਿੰਨਾ ਖਾ ਜਾਂਦਾ ਹੈ, ਕੀੜੀਆਂ ਕਿੰਨੀਆਂ ਖਾ ਜਾਂਦੀਆਂ ਨੇ, ਉਹਨਾਂ ਦੀ ਗਿਣਤੀ ਦੱਸੋ। ਸਰਕਾਰ ਤੇ ਵੀ ਨਹੀਂ ਗਿਣ ਹੁੰਦਾ ਉਹ ਤਾਂ। ਹਾਂਜੀ। ਅਤਿਬੁੱਤ ਸੁਭਾਵ ਸੰਨਿਆਸ ਰਾਵ। ਅਤਿਬੁੱਤ ਸੁਭਾਵ। ਹਾਂ, ਅਤਿਬੁੱਤ ਸੁਭਾਵ, ਅਤਿਅੰਤ ਅਦਭੁਤ ਸੁਭਾਵ ਹੈ। ਸੁਭਾਵ ਕੈਸਾ ਹੈ? ਹਰ ਆਦਮੀ ਨੂੰ ਅਚਰਜ ਕਰ ਦੇਣ ਵਾਲਾ ਸੁਭਾਵ ਹੈ। ਕਿਸੇ ਨੇ ਐਸਾ ਸੁਭਾਵ ਦੇਖਿਆ ਹੀ ਨਹੀਂ ਕਦੇ। ਚਕਤ ਕਰਦਾ ਲੋਕਾਂ ਨੂੰ ਸੁਭਾਵ, ਸਾਰਿਆਂ ਨੂੰ ਚਕਤ ਤਾਂ ਕਰ ਰਿਹਾ। ਕਿਹਨੂੰ ਕਰ ਰਿਹਾ ਚਕਤ? ਦੱਤ ਨੂੰ ਕਰ ਰਿਹਾ। ਦੱਤ ਵੱਲੋਂ ਲਿਖ ਰਹੇ ਨੇ। ਹੁਣ ਦੇਖਿਆ ਜੋ ਦੱਤ ਨੇ, ਦੱਤ ਕਹਿ ਰਿਹਾ ਵੀ ਇਹੋ ਜਿਹਾ ਸੁਭਾਵ ਹੈ। ਦੱਤ ਦਾ ਬਿਆਨ ਚੱਲ ਰਿਹਾ ਹੈ। ਜਿਹਨੂੰ ਦੱਤ ਚਕਤ ਸੁਭਾਵ ਮੰਨਦਾ, ਦੱਤ ਦਾ ਤਾਂ ਆਪੇ ਚਕਤ ਸੁਭਾਵ ਸੀ। ਇਹਦਾ ਵਾਲਾ ਦੱਤ ਨੂੰ ਗਾਹਾਂ ਖੜਾ। ਦੱਤ ਪ੍ਰਭਾਵਿਤ ਹੈ ਇਸ ਆਦਮੀ ਤੇ। ਇਹ ਚੰਡੀ ਦਾ ਉਪਾਸ਼ਕ ਹੈ।
ਇਹ ਗਿਆਨ ਯੋਗੀ ਹੈ। ਚੰਡੀ ਦਾ ਉਪਾਸਕ ਗਿਆਨ ਯੋਗੀ ਹੁੰਦਾ ਹੈ। ਉਹ ਧਿਆਨ ਜੋਗੀ। ਦੱਤ ਧਿਆਨ ਯੋਗੀ ਹੈ। ਦੱਤ ਇਹ ਤੋਂ ਪ੍ਰਭਾਵਿਤ ਹੈ ਔਰ ਰਾਜਾ ਦੱਤ ਤੋਂ ਪ੍ਰਭਾਵਿਤ ਨਹੀਂ ਹੈ। ਦੱਤ ਨੇ ਰਾਜੇ ਤੋਂ ਪੁੱਛਿਆ ਕੁਛ, ਪੁੱਛਿਆ ਹੋਊਗਾ, ਯਾਨੀ ਦੱਤ ਪ੍ਰਭਾਵਿਤ ਹੈ ਰਾਜੇ ਤੋਂ, ਪਤਾ ਲੱਗੂਗਾ ਅੱਗੇ ਜਾ ਕੇ। ਸੰਨਿਆਸ ਰਾਗ ਹਾਂ, ਸੰਨਿਆਸ ਰਾਜ ਹੈ ਦੱਤ, ਦੱਤ ਨਾਲ ਸੰਨਿਆਸ ਰਾਜ ਲੱਗੂਗਾ। ਲਖਤਾਸ ਸੇਵ ਸੰਨਿਆਸ ਦੇਵ। ਲਖਤਾਸ ਸੇਵ ਦੀ ਸੇਵਾ ਦੇਖੀ, ਆ ਜਨਤਾ ਦੀ ਸੇਵਾ ਕਰਦਾ ਹੈ। ਆ ਤੂੰ ਤਾਂ ਜਨਤਾ ਨੂੰ ਲੈ ਕੇ ਘਰ-ਬਾਰ ਛਡਾ ਕੇ ਚੱਲ ਪਿਆ, ਇਹ ਤਾਂ ਘਰੇ ਰੱਖਦਾ ਜਨਤਾ ਨੂੰ, ਮਤਲਬ ਹੈ ਉਹ ਆਪਣੇ ਪਰਿਵਾਰਾਂ 'ਚ ਰਹਿੰਦੇ ਨੇ। ਇਹ ਇੱਕ ਨੈਚੁਰਲ ਗੱਲ ਹੈ। ਤੂੰ ਜੇ ਲੈ ਕੇ ਤੁਰ ਪਿਆ, ਗਾਂ ਜਨਰੇਸ਼ਨ ਕਿੱਥੋਂ ਪੈਦਾ ਹੋਊਗੀ? ਤੇਰੀ ਇਹ ਕਮੀ ਹੈ, ਗੈਰ ਕੁਦਰਤੀ ਗੱਲ ਹੈ ਤੇਰੀ। ਤੂੰ ਗੈਰ ਕੁਦਰਤੀ, ਤੇਰੀ ਭਗਤੀ 'ਚ ਵੀ ਗੈਰ ਕੁਦਰਤੀ ਗੱਲ ਹੈ। ਇਹ ਕੁਦਰਤ ਦੇ ਪੂਰਾ ਅਨੁਸਾਰ ਕਰ ਰਿਹਾ। ਤੂੰ ਚਾਹੇ ਤੂੰ ਨਹੀਂ ਕਿਹਾ ਵੀ ਮੇਰੇ ਨਾਲ ਚਲੋ, ਲੋਕ ਤੁਰ ਪਏ। ਤੇਰਾ ਤੁਰਨਾ ਫਿਰਨਾ ਵੀ ਗੈਰ ਕੁਦਰਤੀ ਹੈ। ਤੇਰੇ ਅੰਦਰ ਭੁੱਖ ਹੈ ਮੈਂ ਪ੍ਰਭਾਵ ਲੋਕਾਂ ਦੇ ਪਾਵਾਂ। ਹੋ ਸਕਦਾ ਤੇਰੇ ਅੰਦਰ ਇਹ ਭੁੱਖ ਹੈ ਬਹੁਤ ਲੋਕ ਮੈਨੂੰ ਜ਼ਿਆਦਾ ਜਾਣਨ, ਮੇਰਾ ਬਹੁਤ ਦੇਰ ਤੱਕ ਦੁਨੀਆ ਤੇ ਨਾਮ ਰਹੇ। ਉਹ ਪੁੱਠੀ ਫਿਰਕੀ ਵਾਲਾ ਆਪਣੇ ਅੰਦਰ ਵਾਲਾ ਪੁੱਠੀ ਫਿਰਕੀ ਵੀ ਤੂੰ ਫਿਰਦਾ, ਇਹ ਫਿਰਦਾ ਨਹੀਂ। ਇੱਥੋਂ ਕਹਿੰਦੇ ਨੇ ਨਿਹੰਗ ਸਿੰਘ ਇਹ ਕਥਾ ਸੁਣ ਕੇ, ਕਹਿੰਦੇ ਫਿਰੇ ਸੂਰਮਾ ਫਿਰਦਾ, ਹੋਰ ਦੇਖਦਾ ਮੇਰੇ ਨਾਲ ਘੋੜਨ ਵਾਲਾ ਕੋਈ ਲੱਭਦਾ, ਸੂਰਮਾ ਹੀ ਹੈ ਨਾ। ਫਿਰੇ ਸੂਰਾ ਬੈਠੇ ਪੂਰਾ ਬੈਠਾ ਵੀ ਤੇਰੇ ਨਾਲ ਦਾ ਕੋਈ ਹੈ ਹੀ ਨਹੀਂ। ਜੇ ਤੇਰੇ ਨਾਲ ਦਾ ਕੋਈ ਹੋਇਆ ਉਹਨੇ ਘੋੜਨਾ ਹੀ ਨਹੀਂ, ਉਹਨੇ ਫਤਿਹ ਬੁਲਾ ਦੇਣੀ ਹੈ। ਜੇ ਬਰਾਬਰ ਦਾ ਹੋਇਆ ਉਹਨੇ ਘੋੜਨਾ ਨਹੀਂ, ਉਹਦੇ ਨਾਲ ਕੰਪੀਟੀਸ਼ਨ ਕੋਈ ਨਹੀਂ। ਸੂਰਾ ਤੋਂ ਕੋਈ ਹੁੰਦਾ ਹੀ ਨਹੀਂ। ਫਿਰਨ ਵਾਲੇ ਨੂੰ ਭੁਲੇਖਾ ਹੈ, ਬੈਠਣ ਵਾਲੇ ਨੂੰ ਭੁਲੇਖਾ ਹੈ ਨਹੀਂ। ਫਿਰੇ ਸੂਰਾ ਬੈਠੇ ਪੂਰੇ ਤੇ ਬਿਨਾਂ ਬੈਠਿਆ ਨਹੀਂ ਜਾ ਸਕਦਾ। ਅਜੇ ਪੂਰਾ ਹੈ ਨਹੀਂ ਦੱਤ ਤਾਂ ਤੁਰਿਆ ਫਿਰਦਾ। ਅਜੇ ਪੂਰਾ ਕਿੱਥੇ? ਅਜੇ ਤਾਂ ਗੁਰੂ ਬਣਾ ਰਿਹਾ। ਪੂਰਨਤਾ ਹੀ ਪ੍ਰਾਪਤ ਕਰ ਰਿਹਾ। ਜਦੋਂ ਪੂਰਨਤਾ ਹੀ ਪ੍ਰਾਪਤ ਕਰ ਲਈ ਬੈਠ ਵੀ ਜਾਊਗਾ। ਗੱਲ ਛੋਟੀ ਜੀ ਹੈ, ਬਣਾਈ ਨਿਹੰਗ ਸਿੰਘ ਦੀ ਹੈ, ਕਿਸੇ ਦੀ ਇੱਕ ਨੇ ਬਣਾਈ ਆ, ਸਾਰਿਆਂ ਨੇ ਪ੍ਰਮਾਣ ਕਰ ਲਈ ਵੀ ਠੀਕ ਹੈ ਗੱਲ ਤੇਰੀ। ਬੈਠੇ ਸੂਰਾ ਫਿਰੇ ਸੂਰਾ ਬੈਠੇ ਪੂਰਾ। ਲਖੀਤਾਸ ਸੇਵ ਸੰਨਿਆਸ ਦੇਵ। ਲਖੀਤਾਸ ਸੇਵ ਸੰਨਿਆਸ ਦੇਵ ਨੇ ਉਹਦੀ ਸੇਵਾ ਦੇਖੀ। ਸੇਵਾ ਤਾਂ ਉਹ ਕਰ ਰਿਹਾ, ਸੰਨਿਆਸ ਦੇਵ ਸੇਵਾ ਕਰ ਰਿਹਾ। ਇਹ ਆਈ ਨਹੀਂ ਪੰਕਤੀ, ਇਹ ਪੰਕਤੀ ਨਹੀਂ ਆਈ ਕਿ ਸੰਨਿਆਸ ਦੇਵ ਸੇਵਾ ਕਰ ਰਿਹਾ। ਇੰਪ੍ਰੈਸ਼ਨ ਦੇ ਰਿਹਾ ਲੋਕਾਂ ਨੂੰ, ਇਹ ਤਾਂ ਆਈ ਹੈ। ਪਰ ਸੇਵ ਸੰਨਿਆਸ ਦੇਵ ਸੇਵ ਕਰ ਰਿਹਾ। ਅਜੋ ਤੱਕ ਪੰਕਤੀ ਉਹਦੇ ਨਾਲ ਨਹੀਂ ਲੱਗੀ, ਸੁਰਥ ਨਾਲ ਪੰਕਤੀ ਲੱਗ ਗਈ। ਅਤੀ ਚਿਤ ਰੀਜ ਹਿਤ ਫਾਸ ਬੀਜ। ਅਤ ਚਿਤ ਰੀਜ, ਅਤਿਅੰਤ ਚਿੱਤ ਉਹਦਾ ਰੀਝ ਗਿਆ ਉੱਤੇ ਵੀ ਆਹ ਇਹ ਜਿਹੜਾ ਕੰਮ ਕਰ ਰਿਹਾ ਕਮਾਲ ਦਾ ਕੰਮ ਕਰ ਰਿਹਾ। ਆਪ ਤੋਂ ਉੱਚਾ ਮੰਨ ਲਿਆ, ਆਪ ਤੋਂ ਉੱਚਾ ਮੰਨ ਲਿਆ ਨਾ, ਸੇਧ ਲੈ ਲਈ ਲੋ। ਧੱਕਾ ਨਹੀਂ ਕਿਸੇ ਨਾਲ ਹੋਣ ਦਿੰਦਾ। ਮੈਂ ਤਾਂ ਇੱਥੋਂ ਚਲਾ ਗਿਆ, ਕੁਛ ਬੰਦੇ ਮੇਰੇ ਨਾਲ ਚਲੇ ਗਏ, ਪਿੱਛੇ ਧੱਕਾ ਹੋ ਰਿਹਾ, ਕੋਈ ਕਿਸੇ ਨਾਲ ਕਰ ਰਿਹਾ। ਵੇਲੇ ਕਵੇਲੇ ਜਾਨਵਰ ਤੋਂ ਘੂਰ ਕੇ ਕੋਈ ਚੀਜ਼ ਖਾ ਰਿਹਾ ਜਿੱਥੇ, ਇਹ ਵੀ ਤਾਂ ਹੈ। ਉਹ ਰਾਜਾ ਸੇਵਾ ਕਰ ਰਿਹਾ। ਜ਼ੋਰਾਵਰ ਕਮਜ਼ੋਰ ਦੀ ਚੀਜ਼ ਨਹੀਂ ਖਾ ਸਕਦਾ। ਜ਼ੋਰਾਵਰ ਕਮਜ਼ੋਰ ਦੇ ਦੋ ਡਾਲ ਬੱਟ, ਹਾਂਜੀ ਬੱਟ ਦੇ ਨੇੜੇ ਆ, ਇਹ ਮੇਰੇ ਨੇ,
ਇਦਾਂ ਨਹੀਂ ਕਰ ਸਕਦਾ, ਧੱਕਾ ਨਹੀਂ ਵੱਟ ਨਹੀਂ ਵੱਢ ਸਕਦਾ, ਵਿਚਾਲੇ ਖੜਾ ਦਰਖਤ ਨਹੀਂ ਪੱਟ ਸਕਦਾ, ਅੱਧੋ ਅੱਧ ਹੋਵੇ ਦੋਹਾਂ ਦਾ। ਧੱਕੇ ਵਾਲੇ ਪੱਟ ਲੈਂਦੇ ਹੁੰਦੇ ਨੇ। ਹਾਂਜੀ, ਤਫਾਸ ਬੀਜ, ਬਸ ਬੀਜ ਨੂੰ ਤਫਾਸ ਬੀਜ ਆਪਣੇ ਹਿੱਤ ਵਿੱਚ ਕੁਛ ਉਹਦੇ ਵਿੱਚ ਬੀਜ ਦੇਖਿਆ, ਮੇਰੀ ਪ੍ਰਾਪਤੀ ਵਾਲਾ ਬੀਜ ਝੱਜੇ ਦਾ। ਹਾਂ, ਬੀਜ ਇਹਦੇ ਵਿੱਚ ਮੇਰੇ ਹਿੱਤ ਵਾਲਾ ਕਾਫੀ ਕੁਛ ਹੈ, ਇੱਥੋਂ ਲੈਣ ਨੂੰ ਕੁਛ ਹੈ, ਮੈਨੂੰ ਵੀ ਇੱਥੋਂ ਕੁਛ ਸਿੱਖਣ ਨੂੰ ਹੈ। ਮੇਰੇ ਹਿੱਤ ਵਾਸਤੇ ਇਸ ਰਾਜੇ ਤੋਂ ਸਰਸ ਤੋਂ ਕੁਛ ਪ੍ਰਾਪਤ ਕਰਨ ਯੋਗ ਹੈ। ਜਿਹੜੀ ਮੇਰੇ 'ਚ ਕਮੀ ਹੈ ਉਹ ਇਹਦੇ ਵਿੱਚ ਨਹੀਂ ਹੈ। ਇਹ ਚੰਡੀ ਭਗਤ ਨੂੰ ਗਾਹਾਂ ਦਿਖਾਤਾ ਇਹ ਤੋਂ ਸਮਾਧੀ ਵਾਲੇ ਤੋਂ ਗਾਹਾਂ ਦਿਖਾਤਾ। ਹਾਂਜੀ, ਸ੍ਰੀ ਭਗਵਤੀ ਛੰਦ ਕੀ ਦਿਖਿਓਤ ਦਤਮ ਕੀ ਪਰਮੰਤ ਮੰਤਮ ਕੀ ਦਿਖਿਓਤ ਦੰਤਮ ਕੀ ਦੇਖਿਆ ਦੱਤ ਨੂੰ ਕੀ ਪਰਮਿਤ ਮਤਮ ਕਿ ਪਰਮਿਤ ਮਤਮ, ਇਹ ਪਰਮੇਸ਼ਰ ਦੀ ਮੱਤੇ ਤਾਂ ਨਹੀਂ ਦੇਖੀ ਬੈਠੀ, ਇਹ ਵਿਵੇਕ ਬੁੱਧੀ ਤਾਂ ਨਹੀਂ ਦੱਸ ਗਈ ਬੈਠੀ। ਹੁਣ ਦੇਖ ਰਿਹਾ ਹੈ ਵਿਵੇਕ ਬੁੱਧੀ ਆ ਕੀ ਹੈ, ਉਹਨੂੰ ਸਮਝ ਨਹੀਂ ਆ ਰਹੀ। ਉਹ ਤੈਨੂੰ ਅੱਜ ਕੀ ਦੇਖ ਗਿਆ, ਇਹ ਵਿਵੇਕ ਬੁੱਧੀ ਤਾਂ ਨਹੀਂ। ਤੈਨੂੰ ਕਹਿੰਦਾ ਭੁਲੇਖਾ ਹੋਵੇ, ਤੂੰ ਤੁਰਿਆ ਫਿਰਦਾ ਮੂੰਹ ਚੱਕ ਕੇ, ਖਾਲੀ ਮੇਰੇ ਵਰਗਾ ਕੋਈ ਵੀ ਨਹੀਂ। ਉਹ ਕਹਿੰਦੇ ਪਰਮੇਸ਼ਰ ਨੇ ਧਾਰ ਕੇ ਬੈਠ ਗਿਆ ਹੋਵੇ ਤੇਰੇ ਮੂਹਰੇ ਆਪਣਾ ਸਰੂਪ, ਆਪ ਤਾਂ ਨਹੀਂ ਆ ਗਿਆ ਕਿਤੇ, ਇਹਦੀ ਉਹ ਤਾਂ ਨਹੀਂ ਬੇਬਾਣੀ ਸੀ ਕਿਤੇ। ਜੀ ਸੋ ਸਰਬੱਤਰ ਸਾਜਾ ਕੀ ਦਿਖਿਓਤ ਰਾਜਾ, ਇਹ ਰਾਜਾ ਉਹ ਤਾਂ ਨਹੀਂ ਜਿਹਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਸੋ ਸਰਬੱਤਰ ਸਾਜਾ ਉਹ ਐਸੇ ਨੇ ਤਾਂ ਨਹੀਂ ਕਿਤੇ ਸ੍ਰਿਸ਼ਟੀ ਬਣਾਈ ਦਫਾ ਹੋਣੇ ਨੇ। ਇਹ ਤਾਂ ਐਂ ਲੱਗਦਾ ਵੀ ਸ੍ਰਿਸ਼ਟੀ ਐਸੇ ਨੇ ਬਣਾਈ ਹੈ, ਤਾਂ ਹੀ ਚੁੱਪ ਬੈਠਾ, ਕਹਿੰਦਾ ਹੀ ਨਹੀਂ ਕਿਸੇ ਨੂੰ ਕੁਛ। ਉਹ ਜਿਹੜਾ ਕਹਿੰਦੇ ਨੇ ਕਹਿੰਦੇ ਸ੍ਰਿਸ਼ਟੀ ਬਣਾਈ ਹੈ, ਕਿਤੇ ਇਹੀ ਤਾਂ ਨਹੀਂ ਉਹ ਆਪਣੇ ਨੂੰ ਕੋਣ ਕਹਿੰਦਾ ਹਾਂ ਕੀ ਆਲੋਕ ਕਰਮੰ ਕੀ ਸਰਬੱਤਰ ਧਰਮੰ, ਕਿ ਸਾਰੇ ਜਿਹੜੇ ਕਰਮ ਨੇ ਕਰਮਾਂ ਤੋਂ ਅਰੋਗਤਾ ਨਹੀਂ ਕਰਨ ਵਾਲਾ ਹੈ ਬੈਠਾ। ਲੋਕ ਕੀ ਆਲੋਕ ਕਰਮੰ, ਹਾਂ ਹਾਂ, ਕਰਮ ਜਿਹੜੇ ਨੇ ਉਹ ਲੋਕ ਨੇ, ਜਿਹੜੇ ਤਿੰਨ ਲੋਕਾਂ ਤੋਂ ਪਰੇ ਦੇ ਕਰਮ ਨੇ ਜਿਹੜੇ ਅਲੌਕਿਕ ਕਰਮ। ਇਹਦੇ ਕਰਮ ਕੇ ਸੱਚਖੰਡ ਵਾਲੇ ਕਰਮ ਨੇ ਇਹਦੇ, ਕਿ ਸਰਬੱਤਰ ਧਰਮੰ, ਆ ਜਿਹੜੇ ਸਰਬ ਧਰਮ ਨੇ ਇਹਦੇ ਵਿੱਚ ਇਹਦੇ ਅੰਦਰ ਇਹ ਸਮਾਏ ਹੋਏ ਨੇ। ਸਾਰੇ ਧਰਮ ਇਹਦੇ ਵਿੱਚੋਂ ਨਿਕਲੇ ਨੇ, ਸਾਰੇ ਧਰਮਾਂ ਦਾ ਇਸ ਸਮੂਹ ਹੈ। ਦੇਖੋ ਨਾ, ਦੁੱਧ ਹੁੰਦਾ ਹੈ, ਦੁੱਧ ਤਾਂ ਇੱਕੋ ਹੀ ਹੈ। ਦੁੱਧ ਵਿੱਚੋਂ ਮੱਖਣ ਵੀ ਨਿਕਲਿਆ ਹੁੰਦਾ ਹੈ, ਲੱਸੀ ਵੀ ਨਿਕਲਿਆ ਹੁੰਦੀ ਹੈ, ਛਿੱਦੀਆਂ ਵੀ ਨਿਕਲਿਆ ਹੁੰਦੀਆਂ ਨੇ, ਪਨੀਰ ਵੀ ਵਿੱਚੋਂ ਹੀ ਬਣ ਜਾਂਦਾ, ਖੋਆ ਵੀ ਬਣਾ ਲਈਦਾ। ਐਂ ਧਰਮ ਵਿੱਚੋਂ ਹੀ ਨਿਕਲੇ ਨੇ। ਉਹ ਦੇਖੋ ਨਾ, ਖੋਆ ਨੂੰ ਆਪਾਂ ਪਨੀਰ ਨਹੀਂ ਕਹਿ ਸਕਦੇ, ਪਨੀਰ ਨੂੰ ਲੱਸੀ ਨਹੀਂ ਕਹਿ ਸਕਦੇ, ਲੱਸੀ ਨੂੰ ਦਹੀਂ ਨਹੀਂ ਕਹਿ ਸਕਦੇ। ਅੱਡ ਅੱਡ ਤਾਂ ਚੀਜ਼ਾਂ ਨੇ, ਬੜੀਆਂ ਤਾਂ ਦੁੱਧ ਤੋਂ ਹੀ ਨੇ। ਐਂ ਕਹਿੰਦੇ ਸਰਬੱਤਰ ਧਰਮ ਦੁੱਧ ਤਾਂ ਨਹੀਂ ਹੈ। ਕਿ ਆਜਿਤ ਭੂਪੰ ਕੇ ਰੱਤੇ ਸਰੂਪੰ, ਕਿ ਆਜਤ ਭੂਪਮ, ਆ ਜਿਹੜਾ ਭੂਪਾਂ ਦਾ ਜਿਹੜਾ ਹੈ ਨਾ ਮਨ, ਅਜਿੱਤ ਮਨ ਹੈ, ਕਿਤੇ ਉਹਨੂੰ ਜਿੱਤਣ ਤਾਂ ਨਹੀਂ ਆਇਆ, ਉਹਨੂੰ ਨੀਵਾ ਤਾਂ ਨਹੀਂ ਦਿਖਾਉਣ ਆਇਆ। ਉਹ ਭੂਪ ਅਜਿੱਤ ਬਣੇ, ਉਹ ਭੂਪ ਅਜਿੱਤ ਭੂਪ ਮਨ ਹੁੰਦਾ ਹੈ। ਮਨ ਅਜਿੱਤ ਭੂਪ ਹੈ। ਕਿ ਦੁਨੀਆ ਦੇ ਮਨ ਤਾਂ ਨਹੀਂ ਜਿੱਤਣ ਆਇਆ ਹੈ। ਜੇ ਕੋਈ ਅਜਿੱਤ ਭੂਪ ਸੰਸਾਰ 'ਚ ਹੈ ਨਾ, ਉਹ ਕਹਾਂ ਆਊਗਾ ਅੱਗੇ। ਵਿਵੇਕ ਔਰ ਵਿਵੇਕ ਦੀ ਲੜਾਈ 'ਚ ਹੋਊਗਾ, ਇਹ ਸਾਫ਼ ਹੈ। ਉਹ ਕਹਿ ਦੋ ਹਾਂ, ਇੱਕ ਰਾਜਾ ਨਹੀਂ ਤੇਤੇ ਜਿੱਤਿਆ ਗਿਆ ਪਾਰਸਨਾਥ ਵਾਲੇ 'ਚ। ਇੱਕ ਰਾਜਾ ਐਸਾ ਹੈ ਸੰਸਾਰ ਤੇ ਜਿਹੜਾ ਤੇਰੇ ਤੇ ਨਹੀਂ ਜਿੱਤਿਆ ਗਿਆ। ਉਹ ਕੌਣ ਹੈ? ਉਹ ਤੇਰਾ ਮਨ ਹੈ। ਉੱਥੇ ਭੂਪ ਆ ਜਾਊਗਾ ਮਨ।
ਉਹਨੂੰ ਇੱਥੇ ਲਿਆ ਕੇ ਲਿਆਵਾਂਗੇ ਨਾ ਪੈਰਾਸ਼ੂਟ ਨਾਲ। ਆਦੀ ਬਣ ਜਿਵੇਂ ਮਨਮਵਾਸੀ ਰਾਜਾ। ਹਾਂ, ਮਨਵਾਸੀ ਰਾਜਾ ਆਜਤ ਭੂਪੰਗ ਉਹਨੂੰ ਕਰਾਂਗੇ। ਜਿਹੜਾ ਮਨ ਹੈ ਇਹ ਜਿੱਤ ਹੈ, ਬਾਕੀ ਤਾਂ ਸਾਰੇ ਰਾਜੇ ਜਿੱਤੇ ਜਾਂਦੇ ਨੇ। ਕੀ ਰੱਤੇ ਸਰੂਪੰ, ਕਿ ਰੱਤੇ ਸਰੂਪਮ, ਕਿ ਜਿਹੜੇ ਇੱਕੋ ਸਰੂਪ ਚ ਰੰਗੇ ਹੋਏ ਨੇ ਇਹ ਆਜਤ ਭੂਪ ਹੈ। ਆਜਤ ਭੂਪ ਉਹਨੂੰ ਵੀ ਕਹਿੰਦੇ ਨੇ ਜਿਹਨੇ ਮਨ ਜਿੱਤ ਲਿਆ। ਅਜੀਤ ਸਿੰਘ ਉਹਦਾ ਹੀ ਨਾਮ ਹੈ। ਜਿਹੜਾ ਮਨ ਦੇ ਅੱਗੇ ਹਾਰਿਆ ਨਹੀਂ ਉਹ ਅਜੀਤ ਸਿੰਘ ਹੈ। ਕਦੇ ਜਿਹਨੇ ਮਨ ਦੇ ਸਾਹਮਣੇ ਹਾਰ ਨਹੀਂ ਮੰਨੀ ਉਹਨੂੰ ਅਜੀਤ ਸਿੰਘ ਕਹਿੰਦੇ ਨੇ। ਜਿਹੜਾ ਜੰਗ ਦੇ ਵਿੱਚ ਯੁੱਧ ਦਾ ਪ੍ਰਾਣ ਤਿਆਗ ਗਿਆ ਉਹ ਜੁਝਾਰ ਸਿੰਘ ਹੈ। ਜੰਗ ਦੇ ਵਿੱਚ ਲੜਦਾ ਸ਼ਹੀਦੀ ਪਾ ਗਿਆ ਨਾ, ਉਹਦਾ ਨਾਮ ਜੁਝਾਰ ਸਿੰਘ ਹੈ। ਜੰਗ ਹਾਰ ਗਈ, ਉਹ ਨਹੀਂ ਹਾਰਿਆ। ਲੜਾਈ ਹਾਰ ਗਈ, ਉਹ ਨਹੀਂ ਹਾਰ ਸਕਿਆ, ਪਿੱਛੇ ਨਹੀਂ ਮੁੜਿਆ। ਜਿਹੜਾ ਲੜਾਈ ਤੋਂ ਭੱਜੇ ਉਹ ਜੁਝਾਰ ਨਹੀਂ ਹੁੰਦਾ। ਉੱਥੇ ਲੜਾਈ ਜਿੱਤ ਗਈ, ਉਹ ਡਰ ਗਿਆ। ਹਾਂਜੀ। ਕਿ ਅਜਾਨ ਬਾਹੰ ਕਿ ਸਰਬੱਤਰ ਸ਼ਾਹੰ, ਕਿ ਆਜਾਨ ਬਾਹ ਕਿ ਦੂਰ ਦ੍ਰਿਸ਼ਟੀ ਵਾਲਾ ਹੈ। ਕਿ ਸਰਬੱਤਰ ਸ਼ਾਹੰ, ਕਿ ਸਰਬੱਤ ਸ਼ਾਹ, ਕਿ ਸਾਰੀ ਸੰਸਾਰ ਨੂੰ ਗਿਆਨ ਦੇਣ ਵਾਲਾ ਹੈ। ਕਿ ਧਰਮੰ ਸਰੂਪੰ, ਕਿ ਧਰਮ ਦਾ ਸਰੂਪ ਹੈ। ਰਾਜਾ ਨਹੀਂ ਦਿਖ ਰਿਹਾ ਉਹਨੂੰ, ਸਰੀਰ ਨਹੀਂ ਦਿਖ ਰਿਹਾ ਉਹਨੂੰ, ਧਰਮੇ ਗੱਦੀ ਤੇ ਬੈਠਾ ਦਿਖ ਰਿਹਾ। ਉਹ ਧਰਮ ਰਾਜ ਨਹੀਂ ਹੁੰਦਾ ਅੰਦਰਲਾ, ਮਨ ਨਹੀਂ ਦੀਦਾ ਨਾ। ਕਿ ਧਰਮੰ ਸਰੂਪੰ, ਮਨ ਦਾ ਤਾਂ ਮਨ ਦਾ ਤਾਂ ਸੁਭਾਵ ਹੈ ਨਹੀਂ। ਮਨ ਸਬੂਤ ਨਹੀਂ ਹੁੰਦਾ ਵੀ ਮਨ ਹੈਗਾ। ਕਹਿੰਦੇ ਨੇ ਧਰਮ ਜਿਹੜਾ ਹੈਗਾ ਉਹ ਸਰੀਰ ਨਹੀਂ ਧਾਰਨ ਕਰਦਾ, ਪਰ ਮੈਨੂੰ ਤਾਂ ਲੱਗਦਾ ਧਰਮ ਨੇ ਸਰੀਰ ਧਾਰਨ ਕੀਤਾ ਹੈ। ਧਰਮਰਾਜ ਨੇ, ਧਰਮਰਾਜ ਲੇਖਾ ਜ਼ਰੂਰ ਮੁਕਦਾ, ਚਿੱਤ ਗੁਪਤ ਜ਼ਰੂਰ ਹੈ, ਪਰ ਮੈਨੂੰ ਤਾਂ ਐਂ ਲੱਗਦਾ ਵੀ ਚਿੱਤੇ ਬੈਠਾ ਹੈ। ਚਿੱਤੇ ਅੰਦਰ ਸਭ ਕੋ ਦੇਖ ਨਜ਼ਰੀ ਹੇਠ ਚਲਾਇਂਦਾ। ਉਹ ਨਜ਼ਰੀ ਹੇਠ ਚਲਾਇਂਦਾ, ਇਹਦਾ ਆਪ ਸਿੱਧਾ ਹੀ ਚਲਾਉਣ ਲੱਗ ਗਿਆ। ਸਿੱਧਾ ਹੀ ਚਲਾਉਣ ਲੱਗ ਗਿਆ। ਸ਼ੰਕਾ ਪੈਂਦੀ ਹੈ ਆ ਜਿਹੜੀ ਸਪਸ਼ਟ ਪ੍ਰਧਾਨਗੀ ਸੱਚ ਦੀ ਹੈ, ਸਪਸ਼ਟ ਸੱਚ ਦਾ ਰਾਜ ਹੈ। ਸਪਸ਼ਟ ਸੱਚ ਬੈਠਾ ਹੈ ਤਖਤ ਤੇ। ਕਿ ਸਰਬੱਤਰ ਭੂਪੰ, ਕਿ ਸਰਬੱਤਰ ਭੂਪੰ, ਸਾਰੇ ਮਨਾਂ ਨੂੰ ਜਿੱਤਣ ਵਾਲਾ ਹੈ। ਕੋਈ ਮਨ ਨਹੀਂ ਬਚ ਸਕਦਾ ਜਿੱਤੇ ਬਿਨਾਂ ਦੇ। ਸਾਰੇ ਭੂਪ ਇਹਦੇ ਕਾਬੂ 'ਚ ਨੇ। ਕਿ ਸ਼ਾਹਾਨ ਸ਼ਾਹੰ, ਕਿ ਸ਼ਾਹਨ, ਕਿ ਜਿਹੜੇ ਬੜੇ ਬੜੇ ਗੁਣੀ ਗਿਆਨੀ ਨੇ ਉਹਨਾਂ ਨੂੰ ਗਿਆਨ ਦੇਣ ਵਾਲਾ ਹੈ। ਤੇ ਤੋਂ ਹੀ ਲੈ ਕੇ ਜਾਂਦੇ ਨੇ ਗਿਆਨ। ਜੋ ਮੰਗੇ ਠਾਕੁਰ ਆਪਣੇ ਤੇ ਉਹ ਤੇ ਤੋਂ ਹੀ ਮੰਗਦੇ ਨੇ, ਤੂੰ ਦਿੰਦਾ। ਐ ਕਹਿ ਰਹੇ ਨੇ ਕਿ ਅਜਾਨ ਬਾਹੰ, ਕਿ ਆਜਾਨ ਬਾਹਨ। ਦੂਰ ਦ੍ਰਿਸ਼ਟੀ ਹੈ ਨਾ, ਦ੍ਰਿਸ਼ਟੀ ਦੂਰ ਨਾਲ ਤੇਰੇ ਨਾਲ ਦ੍ਰਿਸ਼ਟੀ ਜੋੜ ਲੈਂਦੇ ਨੇ, ਧਿਆਨ ਤੇਰੇ ਨਾਲ ਜੋੜ ਲੈਂਦੇ ਨੇ, ਤੇ ਤੋਂ ਜੋ ਚਾਹੀਦਾ ਹੁੰਦਾ ਲੈ ਜਾਂਦੇ ਨੇ। ਕਿ ਜੋ ਯਾਰ ਤੂੰ ਆਪਣਾ ਧਿਆਨ ਰੱਖਦਾ ਉਹਨਾਂ 'ਚ, ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਪਹੁੰਚਾ ਦਿੰਦੇ। ਕਿ ਜੋਗ ਇੰਦਰਗਾਮੀ ਕੇ ਧਰਮੇਂਦਰ ਧਾਮੀ, ਕਿ ਜੋਗ ਇੰਦਰਗਾਮੀ, ਜੋਗ ਇੰਦਰਗਾਮੀ, ਜੋਗ ਦਾ ਰਾਜਾ ਹੈ ਜੋ ਇੰਦਰ, ਉਹਦੇ ਵਿੱਚ ਵੀ ਤੂੰ ਵਸਦਾ। ਉਹਨੂੰ ਵੀ ਗਿਆਨ ਤੂੰ ਦਿੰਦਾ। ਉਹਦੇ ਅੰਦਰ ਦੀ ਸਾਰੀ ਗੱਲ ਤੂੰ ਜਾਣਦਾ। ਉਹਦੇ ਅੰਦਰ ਵੀ ਤੂੰ ਵਸਦਾ, ਤੇਰਾ ਅੰਸ਼ ਵਸਦਾ। ਕਿ ਧਰਮੇਂਦਰ ਧਾਮੀ, ਜਿਹੜੇ ਧਰਮਰਾਜ ਨੇ, ਧਰਮਿੰਦਰ, ਧਰਮਰਾਜ ਹੋ ਰਿਹਾ ਉਹ ਜੋਗਿੰਦਰ ਹੈ, ਧਰਮਿੰਦਰ ਹੈ, ਧਰਮਰਾਜ ਹੈ। ਧਰਮਰਾਜ ਕੌਣ ਹੈ? ਜਿਹੜੇ ਸ਼ਾਸਤਰ ਸਿਮਰਤ ਪੜ੍ਹ ਕੇ ਗਿਆਨਵਾਨ ਨੇ, ਉਹ ਧਰਮਿੰਦਰ ਹੈ। ਇੰਦਰ ਰਾਜਾ ਕਿਹਾ ਦੇਵਤਿਆਂ ਦਾ। ਦੇਵਤੇ ਪੜ੍ਹਦੇ ਨੇ
ਵੇਦਾਂ ਨੂੰ ਵਿਚਾਰਦੇ ਨੇ। ਵੇਦ ਵਿਚਾਰ ਕੇ ਜਿਹੜਾ ਗਿਆਨੀ ਹੁੰਦੇ ਨੇ ਰਾਜੇ ਬਣਦੇ ਨੇ, ਆਪਣੇ ਵਿਕਾਰਾਂ ਨੂੰ ਜਿੱਤਦੇ ਨੇ, ਆਪਣੇ ਮਨ ਨੂੰ ਜਿੱਤਦੇ ਨੇ, ਨੇਕ ਇਨਸਾਨ ਬਣਦੇ ਨੇ। ਉਹ ਧਰਮਿੰਦਰ ਨੇ। ਹਾਂ, ਜਿਹੜੇ ਜੋਗੀ ਨੇ ਉਹ ਆਪਣੇ ਮਨ ਨੂੰ ਸਿੱਧੇ ਤੌਰ ਤੇ ਹੀ ਵਿਕਾਰਾਂ ਤੋਂ ਰਹਿਤ ਕਰਕੇ ਉਹ ਜੋਗ ਇੰਦਰ ਬਣਦੇ ਨੇ। ਕੀ ਰੁਦਰਾਰੀ ਰੂਪੰ ਰੁਦਰਾਰੀ ਰੂਪੰ ਕਿ ਦੁਰ ਆਰਿ ਰੂਪੰ ਰੁਦਰਾਰੀ ਰੂਪੰ ਕਿ ਰੁਦਰਾਰਿ ਰੂਪੰ ਕਿ ਰੁਦਰ ਦਾ ਅਵਤਾਰ ਹੈ ਤੂੰ, ਕਿ ਐਸਾ ਅਵਤਾਰ ਹੈ ਤੂੰ, ਤੈਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ, ਤੈਨੂੰ ਸਮਝਾਇਆ ਨਹੀਂ ਜਾ ਸਕਦਾ ਕਿ ਤੇਰੇ 'ਚ ਕੋਈ ਗਲਤੀ ਹੈ ਨਹੀਂ, ਤੇਰੇ 'ਚ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ ਤੇਰੇ 'ਤੇ। ਰੁਦਰਾਰਿ ਰੂਪੰ ਕੀ ਭੂਪਾਨ ਭੂਪੰ ਕਿ ਰਾਜਾ ਦਾ ਵੀ ਰਾਜਾ ਹੈ ਤੂੰ। ਭੂਪਾਨ ਭੂਪੰ ਰੁਦਰ ਅਵਤਾਰ ਬਹੁਤ ਸਾਰੇ ਰਾਜੇ ਸੀ ਰੁਦਰ ਦਾ ਅਵਤਾਰ ਕਰਦੇ, ਆਪਣੇ ਆਪ ਨੂੰ ਰੁਦਰ ਅਵਤਾਰ ਸਮਝਦੇ ਰਾਜੇ, ਸ਼ਿਵ ਦੀ ਪੂਜਾ ਕਰਦੇ ਤੇ। ਇਹ ਜਿਹੜਾ ਰਾਵਣ ਹੈ ਉਹ ਵੀ ਸ਼ਿਵ ਦਾ ਪੁਜਾਰੀ ਦਿਖਾਇਆ ਗਿਆ ਹੈ। ਵਿਸ਼ਨੂੰ ਦਾ ਪੁਜਾਰੀ ਨਹੀਂ ਹੈ ਰਾਵਣ, ਸ਼ਿਵ ਦਾ ਪੁਜਾਰੀ ਹੈ ਰਾਵਣ। ਵਿਸ਼ਨੂੰ ਦਾ ਰਾਮਚੰਦਰ ਹੈ, ਤਾਂ ਹੀ ਤਾਂ ਲੜਾਈ ਹੈ। ਇਹ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਉਹ ਸੀਤਾ ਵਾਲੀ ਗੱਲ ਐਵੇਂ ਬਹਾਨਾ ਬਣਾਈ ਹੈ ਇਹਨਾਂ ਨੇ। ਸੀਤਾ ਦਾ ਬੁੱਧੀ ਉਹਨੇ ਜਿੱਤ ਲਈ ਹੋਣੀ, ਉਹਦੀ ਬੁੱਧੀ ਕਰਕੇ ਰਾਮ ਨੂੰ ਹਰਾਇਆ ਹੋਣਾ, ਕਹਿੰਦੇ ਉਹਦੀ ਸੀਤਾ ਲੈ ਗਿਆ। ਸੀਤਾ ਕੋਈ ਨਹੀਂ ਲੈ ਗਿਆ ਕਿਤੇ, ਬੁੱਧੀ ਕਰਕੇ ਰਾਮ ਨੂੰ ਫੜ ਨਹੀਂ ਦੇ ਦਿੰਦਾ ਕਿਤੇ, ਕੱਖ ਜੋਗਾ ਨਹੀਂ ਛੱਡਦਾ। ਉਹ ਗੱਲ ਇਹ ਸੀ ਉਹਨਾਂ ਦੀ, ਹੋਰ ਲੈ ਗਿਆ ਸੀਤਾ ਉਹਦੀ। ਸੀਤਾ ਲਿਜਾ ਕੇ ਫਿਰ ਉਹਨੇ ਕੀ, ਸੀਤਾ ਨੂੰ ਮਾਤਾ ਹੀ ਬਣਾ ਕੇ ਰੱਖਿਆ ਉਹਨੇ। ਕੀ ਅਦਗ ਜੋਗੰ ਕਿ ਆਦਗ ਜੋਗਮ ਕਿ ਜੋਗ ਨੂੰ ਪ੍ਰਚੰਡ ਕਰਨ ਵਾਲਾ ਹੈ। ਜੋਗ ਨੂੰ ਪ੍ਰਚੰਡ ਕਰਨਾ, ਹੋਰ ਅਦਾ ਕਰਨਾ, ਰੋਸ਼ਨ ਕਰਨਾ, ਜੋਗ ਨੂੰ ਰੋਸ਼ਨ ਕਰਨਾ, ਜੋਗ ਨੂੰ ਸੰਸਾਰ ਵਿੱਚ ਜੋਗ ਨੂੰ ਰੋਸ਼ਨ ਕਰਨਾ। ਕੀ ਤਿਆਗੰਤ ਸੋਗੰ ਜਿਹੜਾ ਆਦਮੀ ਜ਼ਿਆਦਾ ਸੱਚਾ ਸੁੱਚਾ ਜੋਗੀ ਹੋਊਗਾ, ਜੋਗ ਦੀ ਵਿਧੀ ਦਾ ਗਿਆਤਾ ਹੋਊਗਾ, ਸੁਭਾਵ ਕਰਕੇ ਹੀ ਜੋਗੀ ਹੋਊਗਾ, ਉਹ ਜੋਗ ਨੂੰ ਹੀ ਹਾਈਲਾਈਟ ਕਰੂਗਾ ਸੰਸਾਰ 'ਚ। ਜੋਗ ਆਦਗ ਹੋ ਜੂ, ਜਿਹੜਾ ਨਹੀਂ ਜਾਣਦਾ ਉਹ ਵੀ ਦੇਖ ਲੂਗਾ ਜੋਗ ਨੂੰ। ਜੋਗ ਨੂੰ ਉੱਚੀ ਮਤਲਬ ਹੈ ਪੂਰੀ ਦੁਨੀਆ ਤੱਕ ਜੋਗ ਦਾ ਦਰਸ਼ਨ ਕਰਵਾ ਦੇਣਾ, ਜੋਗ ਦੀ ਮਾਨਤਾ ਕਰਵਾ ਦੇਣੀ, ਆਦਗ ਜੋਗ ਹੈ ਉਹ। ਕਿ ਤਿਆਗੰਤ ਸੋਗੰ ਕਿ ਤਿਆਗੰਤ ਸੋਗੰ ਕਿ ਸੋਗਾਂ ਦਾ ਤਿਆਗ ਕਰ ਰਿਹਾ। ਸੋਗ ਕਿੱਥੇ ਨੇ? ਆਦਗ ਕੀ ਹੈ? ਉਹਦਾ ਧੂਆਂ ਜਾਲਦੇ ਨੇ, ਉਹ 'ਚ ਸੋਗੇ ਜਾਲਦੇ ਨੇ। ਇਹ ਧੂਣੇ 'ਚ ਜਾਲਦੇ ਨੇ, ਉਹ ਦੀਵੇ 'ਚ ਜਾਲਦੇ ਨੇ। ਚੰਡੀ ਦੇ ਪੁਜਾਰੀ, ਦੁਰਗਾ ਦੇ ਪੁਜਾਰੀ ਕੀ ਕਹਿੰਦੇ ਨੇ? ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਹਨੇ ਚਾਨਣ ਉਹਨੂੰ ਸੋਖੀ ਹੈ, ਚੂਕਾ ਜਮ ਸਿਉ ਮੇਲ। ਇਹ ਆਪਣਾ ਪਾਥੀਆਂ ਜਾਲ ਕੇ ਜਾਲ ਲੈਂਦੇ, ਜਾਂ ਲੱਕੜਾਂ ਜਾਲ ਕੇ ਜਾਲ ਲੈਂਦੇ। ਵੀ ਮੋਹਿਓਤ ਦੇਖੀ ਕੀ ਰਾਵਲ ਭੇਖੀ। ਵੀ ਮੋਹਿਓਤ ਦੇਖੀ, ਵੀ ਮੋਹਿਓਤ ਦੇਖੀ, ਵੀ ਮੋਹਿਓਤ ਦੇਖੀ। ਜਿਹਨੇ ਵੀ ਇਹਨੂੰ ਦੇਖ, ਜਿਹੜੀ ਅੱਖ ਨੇ ਇਹਨੂੰ ਦੇਖ ਲਿਆ ਨਾ, ਉਹੀ ਮੋਹੀ ਗਈ। ਉਹਦੇ ਤੇ ਇਹਦਾ ਪ੍ਰਭਾਵ ਪੈ ਗਿਆ। ਉਹ ਐ ਹੋ ਗਈ ਵੀ ਇਸ ਨੂੰ ਮੈਂ ਦੇਖੀ ਜਾਵਾਂ, ਇੱਥੇ ਜੁੜ ਗਈ। ਵੀ ਮੋਹਿਓਤ ਹੁੰਦਾ ਅੱਖ ਪਰੇ ਜਾਵੇ ਨਾ, ਉਸ ਨੂੰ ਦੇਖੀ ਜਾਵੇ। ਕੀ ਰਾਵਲ ਭੇਖੀ, ਕਿ ਰਾਵਲ ਭੇਖੀ, ਕਿ ਇਹ ਰਾਵਣ ਦਾ ਭੇਖੀ ਹੈ, ਸੰਨਿਆਸ ਭੇਖੀ ਹੈ।
ਕੀ ਸੰਨਿਆਸ ਰਾਜਾ ਕੀ ਸਰਬੱਤਰ ਸਾਜਾ। ਇਹ ਸੰਨਿਆਸ ਰਾਜਾ ਹੈ ਕਿ ਸਾਰਿਆਂ ਦਾ ਇਹ ਕਰਤਾ ਹੈ ਕਿ ਸਾਰੇ ਭੇਖ ਨੇ ਸਾਜੇ ਨੇ। ਇੱਕ ਸੰਨਿਆਸ ਦੇ ਸਾਜੇ ਨੇ, ਦੂਜੇ ਭੇਖ ਵੀ ਨਹੀਂ ਸਾਜੇ ਨੇ। ਉਹ ਦੂਏ ਜਿਹੜੇ ਲੋਕ ਬੈਠੇ ਨੇ ਥੱਲੇ, ਕੋਈ ਪਾਣੀ 'ਚ ਬੈਠਾ ਹੈ, ਕੋਈ ਇਹ ਬੈਠਾ ਹੈ, ਕੋਈ ਉਹ ਬੈਠਾ, ਜੋ ਕਰਨ ਲੱਗੇ ਨੇ ਇਹਨੂੰ ਦੇਖ ਕੇ ਵੀ ਸਾਰਿਆਂ ਦੀ ਸਾਜਣਾ ਐਸਾ ਨਹੀਂ ਕੀਤੀ ਆ। ਉਹ ਇਹਦੀਆਂ ਕਲਾਸਾਂ ਨੇ ਥੱਲੇ ਦੀਆਂ ਕਲਾਸਾਂ ਦੇਖੋ ਨਾ, ਯੂਨੀਵਰਸਿਟੀ ਉਹ ਥੱਲੇ ਦੀਆਂ ਕਲਾਸਾਂ ਚਾਲੂ ਕਰਦੀ ਹੁੰਦੀ ਹੈ। ਥੱਲੇ ਦੀਆਂ ਕਲਾਸਾਂ ਚਾਲੂ ਹੋ ਕੇ ਯੂਨੀਵਰਸਿਟੀ ਥੋੜ੍ਹੀ ਬਣਦੀ ਹੈ, ਪਲਾਨ ਬਣਦਾ ਪਹਿਲਾਂ। ਹਾਂਜੀ। ਕੀ ਸੰਭਾਲ ਦੇਖਾ ਕੀ ਸੁਧ ਚੰਦਰ ਪੇਖਾ। ਕੀ ਸੰਭਾਲ ਦੇਖਾ, ਕੀ ਸੰਭਾਲ ਦੇਖਾ। ਹਾਂ, ਜਿਹਨੇ ਸੰਭਾਲ ਕੇ ਦੇਖਿਆ। ਕੀ ਦੇਖਿਆ? ਕਿ ਸੁਧ ਚੰਦਰ ਪੇਖਾ। ਦ੍ਰਿਸ਼ਟੀ ਕੈਸੀ ਹੈ? ਜਿਵੇਂ ਸ਼ੁਭ ਚੰਦਰ ਦੇਖਦਾ ਨਾ ਸਾਰਿਆਂ ਵੱਲ ਨੂੰ, ਚੰਦਰਮਾ ਝਾਕਦਾ, ਇੱਕੋ ਜਿਹਾ ਹੀ ਝਾਕਦਾ। ਚੰਦਰਮੇ ਦੀ ਦ੍ਰਿਸ਼ਟੀ ਜਾਂ ਸਾਰਿਆਂ ਤੇ ਪੈਂਦੀ ਹੈ। ਜੇ ਆਪਾਂ ਚੰਦਰਮੇ ਵੱਲ ਨੂੰ ਦੇਖੀਏ ਗੌਰ ਨਾਲ, ਉਹ ਤਾਂ ਇੱਕੋ ਜਿਹਾ ਹੀ ਦੇਖਦਾ ਸਾਰਿਆਂ ਵੱਲ। ਔਰ ਦ੍ਰਿਸ਼ਟੀ ਵੀ ਠੰਡੀ ਹੁੰਦੀ ਹੈ, ਠੰਡੀ ਦ੍ਰਿਸ਼ਟੀ ਨਾਲ ਦੇਖਦਾ। ਚੰਦਰਮੇ ਦੇ ਮਨ 'ਚ ਤਾਂ ਕਿਸੇ ਖਾਤਰ ਕੋਈ ਘੱਟ ਵੱਧ ਨਹੀਂ ਆ ਰਿਹਾ। ਇਹੋ ਜਿਹੀ ਦ੍ਰਿਸ਼ਟੀ ਹੈ। ਜਿਹਨੇ ਸੰਭਾਲ ਕੇ ਦੇਖੀ ਉਹਦੀ ਦ੍ਰਿਸ਼ਟੀ, ਉਹਨੇ ਦੇਖਿਆ ਚੰਦਰਮੇ ਪੂਰਨ ਚੰਦਰਮੇ ਵਾਲੀ ਦ੍ਰਿਸ਼ਟੀ ਹੈ। ਕੀ ਪਵਿੱਤਰ ਕਰਮ ਕੀ ਸੰਨਿਆਸ ਧਰਮ। ਕਿ ਪਵਿੱਤਰ ਕਰਮ कैसे पवित्र कर्म ने। मुश्किल है ऐसे पवित्र कर्म होने। ऐसे पवित्र कर्म नहीं देखे पहला किते होने। जोगी ने, दत्तात्रेय ने, क्या पवित्र कर्म ने, की लफ्ज़ तान आ रहे ने। की संन्यास धर्म। कैसा संन्यास धर्म है। मुश्किल है दो वधिया धर्म होना। देखो संन्यास भी ਉਹਦੇ ਵਿੱਚ ਧਰਮ कहता, ਹਾਲਾਂਕਿ ਉਹ ਚੰਡੀ ਦਾ ਪੁਜਾਰੀ ਹੈ। ਆਸ ਤਾਂ ਇਹਨੂੰ ਵੀ ਨਹੀਂ ਹੈ ਸੰਸਾਰੀ। ਸੰਨਿਆਸ ਵਿੱਚੇ ਆ ਗਿਆ ਇਹਦੇ, ਚੰਡੀ ਦੇ ਪੁਜਾਰੀ ਦੇ ਸੰਨਿਆਸ ਵਿੱਚ ਆ ਗਿਆ। ਸੰਨਿਆਸ ਵਿੱਚ ਗਿਆਨ ਨਹੀਂ ਹੁੰਦਾ। ਸੰਨਿਆਸੀ ਨੂੰ ਗਿਆਨ ਹੈ ਜੋ ਲੈਣਾ ਪੈਣਾ। ਚੰਡੀ ਦੇ ਪੁਜਾਰੀ ਦੇ ਵਿੱਚ ਸੰਨਿਆਸ ਮੰਨ ਲਿਆ। ਸੰਨਿਆਸ ਕਰਨ ਦੀ ਲੋੜ ਮੰਨ ਲਿਆ। ਕੀ ਸੰਨਿਆਸ ਧਰਮ ਮੰਨ ਲਿਆ ਨਾ। ਇਸ ਕਰਕੇ ਇਹ ਜਿਹੜੀ ਸਾਡੀ ਮੱਤ ਹੈ, ਇਹ ਜੋਗੀਆਂ ਨੂੰ ਅੱਗੇ ਆ। ਇੱਥੋਂ ਪਤਾ ਲੱਗਦਾ ਉਹਦਾ ਆਪ ਬੰਦਾ ਦਾ ਤਦਰ ਕਿ ਸੰਨਿਆਸ ਧਰਮ ਹੀ ਉਹਦਾ ਨਹੀਂ। ਇਹ ਕਿਤੇ ਸੰਨਿਆਸ ਧਰਮ ਦਾ ਦੂਜਾ ਪੱਖ ਡਿਵੈਲਪ ਹੋ ਕੇ ਤਾਂ ਨਹੀਂ ਅੱਗੇ ਗਿਆ ਹੋਇਆ। ਸੰਨਿਆਸ ਰਾਜਾ, ਸੰਨਿਆਸ ਰਾਜੇ ਤੋਂ ਅੱਗੇ ਤਾਂ ਨਹੀਂ ਗਿਆ ਹੈ। ਪਹਿਲਾ ਸਟੈਪ ਸੰਨਿਆਸ ਰਾਜਾ ਹੋ, ਅਗਲਾ ਸਟੈਪ ਉਹੀ ਹੋ, ਬਿਲਕੁਲ ਉਹੀ ਹੈ। ਸੰਨਿਆਸ ਰਾਜ ਵਾਲਾ ਸਟੈਪ ਉਹਦੇ ਕੋਲ ਹੈ, ਅੱਗੇ ਗਿਆਨ ਵਾਲਾ ਸਟੈਪ ਇਹਨੂੰ ਲੈਣਾ ਪੈਣਾ। ਗਿਆਨ ਵਾਲਾ ਸਟੈਪ ਇਹਨੂੰ ਲੈਣਾ ਪੈਣਾ, ਉਹ ਤੋਂ ਅੱਗੇ ਹੀ ਹੈ। ਕੀ ਸੰਨਿਆਸ ਭੇਖੀ ਕੀ ਅਧਰਮ ਦਵੇਖੀ। ਕਿਸ ਸੰਨਿਆਸ ਭੇਖੀ ਹੋਈ ਹੈ, ਇੱਥੇ ਰਹਿ ਜਾਊਗਾ। ਜੇ ਸੰਨਿਆਸ ਭੇਖੀ ਹੈ ਫਿਰ ਇੱਥੇ ਰਹਿ ਜੂ ਸਮਾਧੀ ਜੇ। ਕੀ ਅਧਰਮ ਦਵੇਖੀ। ਕਿ ਅਧਰਮ ਦਵੇਖੀ ਕਿ ਬਾਕੀ ਧਰਮਾਂ ਦੇ ਖਿਲਾਫ ਹੈ। ਅਧਰਮ ਦਵੇਖੀ। ਅਧਰਮ ਜਿਹੜੇ ਬਾਕੀ ਧਰਮ ਹੁੰਦੇ ਨੇ ਉਹ ਧਰਮ ਹੁੰਦੇ ਨੇ। ਧਰਮ ਇੱਕੋ ਹੀ ਹੁੰਦਾ। ਧਰਮ ਇੱਕ ਹੈ, ਬਾਕੀ ਆ ਧਰਮ ਕਹੇ ਹੋਏ ਨੇ ਸਾਰੇ। ਜਿਹੜੇ ਧਰਮ 'ਚ ਕਮੀ ਹੈ ਉਹ ਧਰਮ ਅਧਰਮ ਹੈ, ਉਹ ਧਰਮ ਨਹੀਂ ਹੈ। ਕੀ ਅਧਰਮ ਦਵੇਖੀ। ਅਧਰਮ ਦਾ ਦਵੇਖੀ ਹੋਊਗਾ। ਅਧਰਮ ਦੇ ਵਿੱਚੋਂ ਤਾਂ ਆੜਾ ਦੂਰ ਕਰਨਾ ਉਹਨੇ, ਆਪਰੇਸ਼ਨ ਕਰਨਾ ਇਹਦਾ। ਉਹਦੇ ਨਾਲ ਦਵੇਖ ਹੀ ਇਹਦਾ ਮਤਭੇਦ ਦਾ ਉਹਦੇ ਨਾਲ। ਹਾਂ। ਕੀ ਸਰਬੱਤਰਗਾਮੀ। ਕਿ ਸਰਬੱਤਰਗਾਮੀ ਕਿ ਤਿੰਨਾਂ ਲੋਕਾਂ ਦੇ ਵਿੱਚ ਗਮਨ ਕਰਨ ਵਾਲਾ ਹੈ। ਤਿੰਨ ਲੋਕ ਤੱਕ ਤੇਰੀ ਦ੍ਰਿਸ਼ਟੀ ਜਾਂਦੀ ਹੈ, ਤਿੰਨ ਲੋਕ ਦਾ ਗਿਆਨ ਤੈਨੂੰ ਹੈ। ਕੀ ਧਰਮੇਸ਼ ਧਾਮੀ। ਕਿ ਧਰਮੇਸ਼ ਧਾਮੀ, ਧਰਮ ਈਸ਼ ਹੈ ਜਿਹੜਾ, ਧਰਮ ਰਾਜ ਹੈ ਜਿਹੜਾ, ਉਹਦੇ ਦੇਸ਼ ਦਾ ਗਾਮੀ ਹੈ। ਧਾਮੀ ਕੀ ਧਾਮੀ ਧਰਮੇਸ਼ ਉੱਥੇ ਧਾਮੀ। ਬਸਣ ਵਾਲਾ ਹੈ। ਧਾਮੀ ਬਸਣ ਵਾਲੇ ਨੂੰ ਕਹਿੰਦੇ ਨੇ, ਗਾਮੀ ਗਮਨ ਕਰਨ ਵਾਲੇ ਨੂੰ ਕਹਿੰਦੇ ਨੇ। ਕੀ ਅਛਿਜ ਜੋਗਮ
कि आगम लोगम कि अछिज योगम, कि अछिज जोगम। कि अछिज योगम, योग तेरा है अछिज, छिज नहीं ਹੁੰਦਾ ਮਨ ਤੇਰਾ ਚਿੱਤ ਤੋਂ ਅਲੱਗ ਨਹੀਂ ਹੁੰਦਾ, ਮਨ ਚਿੱਤ ਵਿੱਚ ਵਿਥ ਨਹੀਂ ਪੈਂਦੀ। कि अगम लोगम, कि आगम लोग, आगम लोगम, ਆਗਮ ਲੋਕ, ਪਰ ਲੋਕਾਂ ਦੇ ਵਾਸਤੇ ਅਗੰਮ ਬਣਿਆ ਹੋਇਆ, ਲੋਕਾਂ ਦੀ ਬੁੱਧੀ ਤੋਂ ਪਰੇ ਹੈ। ਇਹ ਜਿਹੜੀਆਂ ਜਿਹਦੀ ਗੱਲ ਕਹੀ ਹੈ ਉਹ ਤਾਂ ਨਿਰਾਕਾਰ ਹੈ। ਨਿਰਾਕਾਰ ਜੇ ਤਾਂ ਸਰੀਰ ਕਰੇ ਕੁਛ ਤਾਂ ਲੋਕਾਂ ਨੂੰ ਦੀਦਾ, ਜੇ ਨਿਰਾਕਾਰ ਜੋ ਕਰਦਾ ਹੈ ਉਹ ਆਮ ਲੋਕਾਂ ਦੀ ਬੁੱਧੀ ਤੋਂ ਪਰੇ ਰਹਿ ਜਾਂਦਾ। कि लंगोट बदम, ਕਿ ਲੰਗੋਟ ਬੱਦਮ, ਕੈਸਾ ਲੰਗੋਟ ਬੱਧਾ ਹੋਇਆ ਰਾਜੇ ਨੇ। ਫਿਰ ਰਾਜੇ ਨੂੰ ਤਾਂ ਲੰਗੋਟ ਬੱਧਾ ਨਹੀਂ ਹੋਇਆ। ਚਲੋ ਜੋਗੀ ਦਾ ਤਾਂ ਸ਼ੱਕ ਪੈ ਗਈ ਸੀ, ਸ਼ਾਇਦ ਲੰਗੋਟ ਬੱਧਾ ਹੋਵੇ, ਰਾਜੇ ਨੇ ਤਾਂ ਬੱਧਾ ਨਹੀਂ ਹੋਇਆ ਲੰਗੋਟ, ਰਾਜੇ ਦਾ ਬੱਧਾ ਨਹੀਂ ਹੈ। और लंगोट बंदा है, मन काबू किया, ज्ञान का बंदा मन रहे। ज्ञान नाल मन बने नू लंगोट बंदम कहते हैं। कि सर्वत्र मध्यम, सारिਆਂ ਦੇ ਵਿੱਚ ਹੀ ਹੈ। ਫਿਰ ਜਿਹੜਾ ਸਾਰਿਆਂ ਦੇ ਵਿੱਚ ਹੈ ਉਹੀ ਲੰਗੋਟ ਬੰਦਮ ਹੈ। ਪਰ ਉਹਨੇ ਲੰਗੋਟ ਬੱਧਿਆ ਹੋਇਆ ਹੈ ਜਾਂ ਉਹਨੇ ਲੰਗੋਟ ਨਹੀਂ ਬੱਧਿਆ ਹੋਇਆ, ਉਹ ਗੱਲ ਅਲੱਗ ਹੈ। ਜੇ ਮਨ ਖੁੱਲਾ ਫਿਰਦਾ ਫਿਰ ਲੰਗੋਟ ਬੱਧਾ ਹੋਇਆ ਨਹੀਂ ਉਹਨੇ। ਜਿਹਦਾ ਮਨ ਜਾਂ ਹਰੀ ਲੰਗੋਟ ਵੱਧ ਲੈਂਦਾ ਫਿਰ ਮਨ ਕਾਬੂ ਹੈ, ਨਹੀਂ ਵੱਧਦਾ ਤਾਂ ਮਨ ਖੁੱਲਾ। ਲੰਗੋਟ ਦਾ ਆਤਮਾ ਨੇ ਬਦਲਣਾ। कि अछिज कर्मा, कि अलोक धर्मा, ਕਿ ਅਛਿਜ ਕਰਮ, ਕਿ ਐਸੇ ਕਰਮ ਤਾਂ ਨਹੀਂ ਹੈਗੇ ਜਿਹੜੇ ਇੱਥੇ ਬਸ ਛਾਈ ਮਾਈ ਹੋ ਜਾਣੇ ਨੇ। ਇਹ ਅਛਿਜ ਨੇ। ਅਛਿਜ ਉਹ ਨੇ ਜਿਹੜੇ ਸੰਸਾਰ ਤੱਕ ਸੀਮਤ ਨਹੀਂ, ਅੱਗੇ ਨੇ। ਸੰਸਾਰ ਤੋਂ ਅੱਗੇ ਜਿਹਨਾਂ ਕਰਮਾਂ ਦਾ ਸਾਨੂੰ ਫਲ ਮਿਲਦਾ ਉਹ ਅਛਿਜ ਕਰਮ ਨੇ। ਜਿਹੜੇ ਸੰਸਾਰ ਤੱਕ ਹੀ ਦਾ ਫਲ ਮਿਲਦਾ ਉਹ ਅਛਿਜ ਧਰਮ ਕਰਮ, ਉਹ ਅਛਿਜ ਕਰਮ ਨੇ। ਇਹ ਧਰਮ ਕਰਮ ਨੇ। कि अलोक धर्मा, ਜੋ ਅਸੀਂ ਸ਼ਬਦ ਵਿਚਾਰ ਕਰਦੇ ਹਾਂ ਨਾ, ਉਹ ਜੋ ਪ੍ਰਾਪਤੀ ਉਹ ਅਛਿਜ ਕਰਮ ਨੇ। ਅਛਿਜ ਦਾ ਮਤਲਬ ਅਛਿਜ ਨਹੀਂ ਹੁੰਦੀ, ਉਹ ਜੋ ਕੁਛ ਪ੍ਰਾਪਤੀ ਹੈ। कि अलोक धर्मा, ਕਿ ਆਲੋਕ ਧਰਮ, ਧਰਮ ਕੀ ਹੈ? ਅਲੋਕ ਧਰਮ। ਅਲੋਕ ਐਸ ਲੋਕ ਦਾ ਧਰਮ ਨਹੀਂ ਹੈ, ਤਿੰਨਾਂ ਲੋਕਾਂ ਤੋਂ ਪਰੇ ਦਾ ਧਰਮ। ਤਿੰਨਾਂ ਲੋਕਾਂ ਤੋਂ ਪਰੇ ਦਾ ਧਰਮ ਕਿਹੜਾ ਹੁੰਦਾ? ਤੁਰਕੀ ਬਾਣੀ। ਉਹ ਜੋ ਤੁਰਕੀ ਬਾਣੀ ਧਰਮ ਹੈ ਅਲੋਕ ਧਰਮ ਹੈ, ਕਿਸੇ ਲੋਕ ਦਾ ਧਰਮ ਨਹੀਂ ਹੈ। ਲੋਕ ਤਾਂ ਤਿੰਨੇ ਨੇ। ਉਹ ਚੌਥੇ ਲੋਕ ਨੂੰ ਅਲੋਕ ਕਿਹਾ ਹੋਇਆ। ਚੌਥੇ ਲੋਕ ਨੂੰ ਅਲੋਕ ਕਿਹਾ ਹੋਇਆ। ਉਹ ਅਲੋਕ ਹੈ, ਉਹ ਤਾਂ ਤਿੰਨ ਲੋਕ ਨਹੀਂ ਹੈ। ਆਲੋਕ ਧਰਮ, ਮਾਇਆ ਤੋਂ ਪਰੇ ਦਾ ਧਰਮ। ਸੱਚਖੰਡ, सूरदास सचखंड। ब्रह्मनाथ दिनो लीनो है आलोक, ਲੀਲੋ ਪਰਲੋਕ ਹੈ। ਉਹ ਜੋਗ ਹੈ ਉੱਥੇ, ਜੋ ਕੁਸ਼ਤੀ ਸੰਗ ਜੋਗ। कि आदेश करता, कि संन्यास सरता, ਕਿ ਆਦੇਸ਼ ਕਰਤਾ, ਕਿਆ ਆਦੇਸ਼ ਕਰਦਾ ਹੈ, ਕਿਆ ਰਾਜ ਤੇ ਹੁਕਮ ਕਰਦਾ ਹੈ। ਤੇ ਮੂੰਹ ਚੋਂ ਨਿਕਲਦਾ ਕੀ ਹੈ? ਗੰਗਾ ਨਿਕਲਦੀ ਹੈ। कि ਗੰਗਾ संन्यास सरता, ਸੰਨਿਆਸ ਦੀ ਸ਼ਰਤ ਹੈ। ਆਸ ਉੱਥੇ ਵੀ ਨਹੀਂ ਉਹਦੀ ਆਪਣੀ ਇੱਛਾ, ਆਪਣੇ ਵਾਸਤੇ ਇੱਛਾ ਉੱਥੇ ਵੀ ਨਹੀਂ ਕੋਈ ਹੈ। ਜਿੰਨੇ ਵੀ ਹੁਕਮ ਦਿੰਦਾ ਹੈ ਰਾਜਾ, ਉਹਦੇ 'ਚ ਉਹਦਾ ਪਰਸਨਲ ਕੋਈ ਇੱਛਾ, ਪਰਸਨਲ ਉਹਦੀ ਭੁੱਖ ਕੋਈ ਨਹੀਂ ਉਹ 'ਚ ਜ਼ਾਹਰ ਹੁੰਦੀ। ਉਹ ਵੀ ਸੰਨਿਆਸ ਦੀ ਉਹ ਸ਼ਰਤ ਹੈ ਪੂਰੀ। ਜੋ ਬੋਲਦਾ ਹੈ ਸੰਨਿਆਸ ਦੀ ਸ਼ਰਤ ਹੀ ਹੈ। ਆਪਣੀ ਇੱਛਾ, ਆਪਣੇ ਵਾਸਤੇ, ਆਪਣੀ ਖੁਦਗਰਜ਼ੀ ਉਹ 'ਚ ਕੁਛ ਵੀ ਨਹੀਂ। ਲੋਕਾਂ ਦੇ ਭਲੇ ਦੀ ਗੱਲ ਕਰਦਾ ਉਹ ਵੀ, ਸਾਰੀ ਪਬਲਿਕ ਦੇ ਭਲੇ ਦੀ ਗੱਲ ਕਰਦਾ।
ਅੰਤਰਾਤਮਾ ਦੇ ਉੱਤੇ ਬੇਸ ਨਹੀਂ ਹੈ ਸਾਰੀ ਗੱਲ, ਹੁਕਮ ਨਹੀਂ ਦਿੰਦੇ। ਕੀ ਅਗਿਆਨ ਹੰਤਾ ਐਸੀ ਤਰੀਕੇ ਨਾਲ ਅਗਿਆਨ ਦੀ ਹੱਤਿਆ ਕਰੀ ਜਾਂਦਾ ਲੋਕਾਂ ਦੀ ਕਿ ਹੈਰਾਨ ਹੈ। ਦੇਖੋ ਦੱਤ ਬੋਲ ਨਹੀਂ ਰਿਹਾ ਨਾ, ਦੱਤ ਦੇ ਤਾਂ ਮਗਰੋਂ ਹੀ ਲੱਗੇ ਨੇ। ਕਿਸ ਤਰੀਕੇ ਨਾਲ ਅਗਿਆਨਤਾ ਦੀ ਲੋਕਾਂ ਨੂੰ ਮਿਟਾਈ ਜਾਂਦਾ ਹੈ। ਗੱਲ ਕੁਛ ਕਰਦਾ ਹੈ ਤੇ ਸਿੱਖਿਆ ਜੋ ਕੁਛ ਹੁੰਦੀ ਹੈ, ਅਗਿਆਨਤਾ ਲੋਕ ਆਪੇ ਸਿੱਖ ਕੇ ਮਿਟਾਈ ਜਾਂਦੇ। ਇੱਕ ਆਦਮੀ ਨੂੰ ਟਾਰਗੇਟ ਬਣਾ ਕੇ ਗੱਲ ਕਰੀਏ, 1000 ਆਦਮੀਆਂ ਚੋਂ ਸਿੱਖਿਆ ਲੈ ਲੈਂਦੇ। ਜੇ ਆਪਾਂ ਐਂ ਕਰਾਂਗੇ ਫਿਰ ਤਾਂ ਐਂ ਹੋ ਜੂ, ਇਹਦਾ ਮਤਲਬ ਤਾਂ ਆਹ ਹੋ ਜੂ, ਸਾਰਿਆਂ ਦੇ ਲਾਗੂ ਹੋਊਗੀ। ਗੱਲ ਇੱਕ ਦੀ ਸੀ, ਚਾਹੇ ਇੱਕ ਨਾਲ ਕਰ ਰਿਹਾ ਸੀ। ਹਾਂਜੀ। ਕੀ ਪਾਰੰਗ ਗੰਤਾ ਕਿ ਪਾਰਮ ਗੰਤਾ, ਕਿ ਮਾਇਆ ਤੋਂ ਪਰੇ ਜਾਣ ਦੀ ਮਹਾਲ ਨਹੀਂ ਪੜਾ ਰਿਹਾ, ਸਿੱਖਿਆ ਦੇ ਰਿਹਾ। ਉਹ ਮਾਇਆ ਤੋਂ ਪਰੇ ਜਾਣ ਦੀ ਦਾ ਸਕੂਲ ਹੈ, ਕਾਲਜ ਹੈ। ਇਹ ਇੱਕੋ ਤੋਂ ਬੈਠਾ ਪਾਰੰਗਮਤਾ, ਇੱਥੇ ਗੱਲ ਕਰਦਾ ਕਰਦਾ ਸੱਚ ਖਣ ਤੱਕ ਮਿਲਾ ਦਿੰਦਾ। ਨਾਲ ਜਾਣ ਵਾਲੇ ਦਾ ਚੀਜ਼ ਨਹੀਂ, ਕੀ ਕਰੇਗਾ ਇਕੱਠੀ ਕਰਕੇ ਚਲ। ਜੇ ਕੋਈ ਕਰ ਵੀ ਲਊ, ਉਹਦੇ ਕੋਲ ਨਾਲ ਜਾਣੀ ਆਪੇ ਹੀ ਰਹੂ, ਆਪਾਂ ਨਹੀਂ ਵਰਤਣੀ, ਕੋਈ ਨਹੀਂ, ਕਰ ਲੈਣ ਦਿਓ, ਘਬਰਾਇਆ ਨਾ ਕਰੋ, ਕਿਤੇ ਨਹੀਂ ਜਾਂਦੀ, ਉਹ ਹੀ ਰਹੋ। ਮਾਇਆ ਇਕੱਠੀ ਕਰ ਲੂ, ਦੱਬ ਜੂ, ਫਿਰ ਲੱਭ ਜੂ, ਆਪਾਂ ਨੂੰ ਕੋਈ ਨਹੀਂ, ਕਰ ਲੈਣ ਦਿਓ ਉਹਨੂੰ, ਆਪਣੀ ਖੁਸ਼ੀ ਕਰ ਲੈਣ ਦਿਓ। ਸਬਕ ਮਿਲ ਗਿਆ ਸਾਰਿਆਂ ਨੂੰ, ਉਹ ਆਪ ਹੀ ਕੱਢ ਲਿਆਉਂਦਾ ਗਲਤੀ ਹੋ ਗਈ ਸੀ, ਇਹ ਗਾਹਾਂ ਨੂੰ ਹੋਰ ਦਬੜਦਾ ਹਟ ਜਾਂਦਾ। ਹਾਂਜੀ। ਕੀ ਅਧਰਮ ਹੰਤਾ ਇਹ ਅਧਰਮ ਹੰਤਾ, ਇਹ ਵੀ ਅਧਰਮ ਹੈ। ਕੋਈ ਗਲਤੀ ਕਰਨੀ ਅਧਰਮ ਹੈ, ਉਹਦੀ ਉੱਥੇ ਹੱਤਿਆ ਕਰ ਦਿੰਦਾ ਜਾਂ ਪਤਾ ਲੱਗਦਾ। ਅਧਰਮ ਦੀ ਹੱਤਿਆ ਇਸ ਤਰੀਕੇ ਨਾਲ ਕਰਦਾ, ਅਧਰਮੀ ਦੀ ਹੱਤਿਆ ਨਹੀਂ ਕਰਦਾ, ਅਧਰਮ ਦੀ ਹੱਤਿਆ ਕਰਦਾ। ਅਧਰਮੀ ਦੀ ਹੱਤਿਆ ਨਹੀਂ ਕਰਦਾ, ਅਧਰਮ ਦੀ ਹੱਤਿਆ ਕਰਦਾ। ਅਧਰਮੀ ਦੇ ਪ੍ਰਹਾਰ ਨਹੀਂ ਕਰਦਾ, ਅਧਰਮ ਤੇ ਪ੍ਰਹਾਰ ਕਰਦਾ। ਬੁਰੇ ਤੇ ਹਿੱਟ ਨਹੀਂ ਕਰਦਾ, ਬੁਰਾਈ ਤੇ ਹਿੱਟ ਕਰਦਾ। ਬੁਰੇ ਨੂੰ ਨਹੀਂ ਮਾਰਦਾ, ਬੁਰਾਈ ਨੂੰ ਮਾਰਦਾ। ਕੀ ਸੰਨਿਆਸ ਭਗਤਾ ਕਿ ਸੰਨਿਆਸ ਭਗਤਾ ਕਹਤਾ। ਹਾਂ, ਕਿ ਸੰਨਿਆਸ ਦੀ ਪੜ੍ਹਾਈ ਪੜ੍ਹਾ ਰਿਹਾ। ਸੰਨਿਆਸ ਦੀ, ਇਹੀ ਤਾਂ ਸੰਨਿਆਸ ਦੀ ਪੜ੍ਹਾਈ ਹੈ। ਉਹ ਮਾਇਆ ਨਾਲ ਮੋਹ ਤਿਆਗਣਾ, ਸੰਨਿਆਸ ਦੀ, ਦੋਏ ਆ ਕੇ ਇਕੱਠੀਆਂ ਇੱਕੋ ਹੀ ਹੋ ਜਾਂਦੀਆਂ ਨੇ। ਉਹ ਇਕੱਠੀਆਂ ਹੀ ਹੋ ਜਾਂਦੀਆਂ ਨੇ। ਸੰਸਾਰ ਦੀ ਇੱਛਾ ਤਿਆਗਣੀ ਇੱਕੋ ਹੀ ਹੈ ਅਸਲ ਦੇ ਵਿੱਚ ਜਾ ਕੇ। ਸਿਰਫ ਚੁੱਪ ਕਰਕੇ ਗਿਆਨ ਵਿਚਾਰ ਤੇ ਬਿਨਾਂ, ਸ਼ਬਦ ਵਿਚਾਰ ਤੇ ਬਿਨਾਂ ਪੜ੍ਹਾਈ ਨਹੀਂ ਗਾਹਾਂ ਫੈਲ ਸਕਦੀ। ਦੂਜਿਆਂ ਨੂੰ ਨਹੀਂ, ਸਹਿ ਸਮਾਧ ਹੈ। ਇਹੀ ਮਤਲਬ ਸੀ, ਸ਼ਬਦ ਚਾਹੀਦਾ। ਠੀਕ ਹੈ, ਧਿਆਨ ਪੂਰੇ ਨਾਲ ਬੈਠੋ, ਪਰ ਕੁਛ ਸੁਣਨ ਨੂੰ ਵੀ ਤਾਂ ਚਾਹੀਦਾ ਗਿਆਨ, ਉਹ 'ਚ ਸਮਝਣ ਵੀ ਤਾਂ ਚਾਹੀਦਾ ਕੁਛ। ਆਪੇ ਸਹਿ ਸਮਾਧ ਹੋ ਗਿਆ ਮਨ। ਕੀ ਖੰਕਾਰ ਦਾਸਮ, ਕਿ ਕੰਕਾਲ ਦਾਸਮ, ਕਿ ਖੈ ਕਰਨ ਵਾਲਾ ਜਿਹੜਾ ਕਾਲ ਹੈ, ਸਭ ਨੂੰ ਮਾਰਨ ਵਾਲਾ, ਉਹਦਾ ਦਾਸ ਹੈ। ਦਾਸ ਹੈ ਉਹਦਾ ਦਾਸ ਹੈ। ਖੰਕਾਲ ਹੁੰਦਾ ਖੈ ਕਰਨ ਵਾਲਾ ਕਾਲ, ਮਹਾਂਕਾਲ। ਕੀ ਸਰਵਤਰ ਭਾਸਮ, ਇਹ ਉਹਦਾ ਦਾਸ ਤਾਂ ਨਹੀਂ ਕਿਤੇ, ਦਾਸ ਹੈ ਫਿਰ ਉਹਦਾ ਦਾਸ ਤਾਂ ਹੈ ਹੀ। ਕਿ ਸਰਵਤਰ ਭਾਸਮ, ਕਿ ਸਰਵਤਰ ਭਾਸਮ, ਜਿਹੜੇ ਸਰਵਤਰ ਜਿਹੜੀਆਂ ਵੀ ਭਾਸ਼ਾਵਾਂ ਨੇ, ਜੋ ਵੀ ਕੁਛ ਭਾਸਦਾ ਹੈ ਸਾਨੂੰ ਧਰਮ ਦੇ ਵਿੱਚ, ਸਾਰਾ ਇਹਦੇ ਵਿੱਚ ਤਾਂ ਨਹੀਂ ਕਿਤੇ ਛੁਪਿਆ ਹੋਇਆ। ਸਾਰੇ ਗਿਆਨਾਂ ਦਾ, ਸਾਰੇ ਵਿਧੀਆਂ ਦਾ ਖਜ਼ਾਨਾ ਹੈ। ਕੀ ਸੰਨਿਆਸ, ਸਾਰੀਆਂ ਵਿਧੀਆਂ ਨੇ ਛੁੱਟਣ ਦੀਆਂ, ਸਾਰੀਆਂ ਹੀ ਇਹਦੇ ਵਿੱਚ ਭਾਸਦੀਆਂ ਨੇ। ਇਹ ਸਾਰੀਆਂ ਦਾ ਹੀ ਜਾਣੂ ਹੈ। ਕੀ ਸੰਨਿਆਸ ਰਾਜੰ, ਕੀ ਸਰਵਤਰ ਸਾਜੰ। ਸੰਨਿਆਸ ਰਾਜਾ ਹੈ,
ਇਹ ਸਭ ਨੂੰ ਬਣਾਉਣ ਵਾਲਾ ਹੈ। ਬਣਾਉਣ ਵਾਲਾ ਵਿਸ਼ਨੂੰ ਨੂੰ ਵੀ ਕਹਿਣ ਲੱਗ ਗਿਆ, ਬਣਾਉਣ ਵਾਲਾ ਸ਼ਿਵ ਜੀ ਨੂੰ ਵੀ ਕਹਿੰਦੇ। ਉਹ ਕਹਿੰਦੇ ਸ਼ਿਵ ਜੀ ਨੇ ਸਾਰੀ ਸਿਸਟਮ ਰਚੀ ਹੈ, ਉਹ ਕਹਿੰਦੇ ਵਿਸ਼ਨੂੰ ਨੇ ਰਚੀ ਹੈ। ਉਹ ਕਹਿੰਦਾ ਰਚੀ ਸ਼ਿਵ ਜੀ ਨੇ, ਵਿਸ਼ਨੂੰ ਤਾਂ ਉਹਨੂੰ ਪਾਲਣਾ ਕਰਦਾ ਰਾਜਾ। ਦੇਖੋ ਨਾ, ਬਣਾਉ ਕੋਈ ਹੋਰ, ਪਾਲਣਾ ਕੋਈ ਹੋਰ ਕਰੂ। ਹਾਂਜੀ। ਕੀਪਾ ਰੰਗ ਗੰਤਾ ਕੀ ਅਧਰਮ ਹੰਤਾ ਕੀ ਤਾਰੰ ਕੀ ਪਾਰੰਗ ਗੰਤਾ ਪਾਰੰਗ ਤਾਰ ਰੰਗ ਗੰਤਾ ਪਾਰੰਗ ਪਾਰ ਰੰਗ ਗੰਤਾ। ਔਰ ਰੰਗ ਪਾਰ ਦਾ ਰੰਗ ਕੀ ਪਾਰ ਦੇ ਰੰਗ ਦੇ ਵਿੱਚ ਰੰਗ ਰਿਹਾ ਲੋਕਾਂ ਨੂੰ, ਔਰ ਆਪ ਰੰਗਿਆ ਹੋਇਆ। ਪਾਰ ਹੁੰਦਾ ਪਾਰ ਰੰਗ, ਇੱਕ ਰਾਰਾ ਉੱਡ ਗਿਆ, ਪਾਰੰਗ ਬਣਾਤਾ। ਸੰਧੀ ਹੋਈ ਹੈ ਪਾਰ ਵਾਲੇ ਰੰਗ ਦੀ। ਪਾਰ ਜਮਾ ਰੰਗ, ਪਾਰੰਗ ਗੰਤਾ ਕੀ ਨਾਮ ਦੇ ਰੰਗ ਚ ਰੰਗ ਰਿਹਾ ਸਭ ਨੂੰ। ਕੀਆ ਧਰਮ ਹੰਤਾ ਇਹ ਅਧਰਮ ਦੀ ਹੱਤਿਆ ਕਰ ਰਿਹਾ। ਦੋਏ ਗੱਲਾਂ ਇੱਕੋ ਹੀ ਨੇ। ਅਧਰਮ ਦੀ ਹੱਤਿਆ ਹੋਏ ਬਿਨਾਂ ਪਾਰ ਦਾ ਰੰਗ ਚੜ੍ਹਨਾ ਹੀ ਨਹੀਂ। ਉਹ ਪਹਿਲਾਂ ਅਧਰਮ ਦਾ ਰੰਗ ਹੈ ਜਿਹੜਾ, ਉਹਨੂੰ ਡਿਲੀਟ ਕਰੇ ਤੇ ਬਿਨਾਂ ਦੂਆ ਰੰਗ ਕਿਵੇਂ ਚੜੂ। ਪਹਿਲਾਂ ਕਿਸੇ ਕੱਪੜੇ ਨੂੰ ਮਨਮੁਖਤਾ ਦਾ ਰੰਗ ਲੱਗਿਆ ਹੋਇਆ ਹੈ, ਉਹਨੂੰ ਲਾਹੇ ਤੇ ਬਿਨਾਂ ਧਰਮ ਦਾ ਰੰਗ ਕਿਵੇਂ ਚੜੂ। ਧਰਮ ਦਾ ਰੰਗ ਉਤਰੇ ਤੇ ਹੀ ਧਰਮ ਦਾ ਰੰਗ ਚੜੂ। ਉਹ ਦੋਏ ਪੁੱਛ ਲੈਂਦੇ ਨੇ ਬਈ ਧਰਮ ਦਾ ਰੰਗ ਦੀ ਹੱਤਿਆ ਕਰਨ ਵਾਲਾ ਰੰਗ ਹੱਤਿਆ ਹੀ ਤਾਂ ਕਰੂ ਦੂਆ ਚੜ੍ਹਨ ਵਾਸਤੇ। ਕੀ ਸੰਨਿਆਸ ਭਗਤਾ ਕੀ ਸਜੋਜ ਮੁਕਤਾ। ਸੰਨਿਆਸ ਭਗਤਾ ਕਿ ਸੰਨਿਆਸ ਭਗਤੀ ਕਰਦਾ ਹੈ, ਸੰਨਿਆਸ ਦੀ ਭਗਤੀ ਕਰਦਾ ਹੈ। ਜਾਂ ਸੰਜੋਜ ਜਾਂ ਸਾਜੋਜ ਮੁਕਤਾ। ਸਾਜੋਜ ਮੁਕਤਾ, ਸਾਜੁਜ ਹੈ ਮੁਕਤੀ ਹੈ। 4 ਪ੍ਰਕਾਰ ਦੀ ਬੰਦੇ ਨੇ। ਇੱਕ ਤਾਂ ਸਾਲੋਕਿਆ ਮੁਕਤੀ ਹੈ, ਇੱਕੋ ਜਿਹੀ ਭਾਸ਼ਾ, ਜਿਵੇਂ ਸ਼ਲੋਕ ਜਿਹੜੀ ਬੋਲੀ ਹੈ ਇੱਕੋ ਜਿਹੀ ਹੋਵੇ, ਜਿਵੇਂ ਗੁਰਬਾਣੀ ਦੀ ਬੋਲੀ ਇੱਕੋ ਜਿਹੀ ਹੈ ਸਾਰਿਆਂ ਦੀ। ਜਿੰਨੇ ਭਗਤ ਨੇ, ਜਿੰਨੇ ਗੁਰੂ ਨੇ, ਇੱਕੋ ਸ਼ਲੋਕ ਇੱਕੋ ਨੇ, ਸ਼ਲੋਕ ਨੇ ਨਾ ਬੋਲੇ, ਭਾਸ਼ਾ ਇੱਕ ਹੈ। ਇੱਕ ਸਜੁਜ ਹੈ, ਉਹ ਜਿਹੋ ਜਿਹਾ ਮਨ ਹੈ ਉਹ ਜਿਹਾ ਚਿੱਤ ਹੈ। ਜਿਵੇਂ ਪਾਣੀ ਦਾ ਜੁਜ ਪਾਣੀ ਹੈ, ਥੋੜ੍ਹਾ ਜਿਹਾ ਬਾਹਰ ਕੱਢ ਲਿਆ, ਜੇ ਪਾਣੀ ਉਹੋ ਜਿਹਾ ਹੀ ਹੈ, ਸਾਫ਼ ਹੈ, ਤਾਂ ਇਕੱਠਾ ਵੀ ਕਰ ਸਕਦੇ ਹਾਂ। ਉਹਦਾ ਜੁਜ ਹੈ ਪਾਣੀ ਦਾ, ਸਾਜੁਜ। ਸਮੀਪਤਾ ਹੈ ਤੀਜੀ, ਇੰਨਾ ਨੇੜੇ ਹੈ ਹੋ ਗਿਆ ਕਿ ਵਿਚਾਲੇ ਭਵੀਰੀ ਦਾ ਪੱਤ ਵੀ ਨਹੀਂ ਪੈ ਸਕਦਾ। ਨੇੜਤਾ ਇਹ ਵੀ ਮੁਕਤੀ ਹੈ, ਸਮਝੇ। ਕਹੀ ਕਬੀਰ ਹੱਥ ਪੈ ਨੇੜੇ, ਕਹਿ ਰਵਿਦਾਸ ਹੱਥ ਪੈ ਨੇੜੇ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥ ਵੀ ਨਹੀਂ ਪੈ ਸਕਦਾ, ਇੰਨਾ ਨੇੜੇ ਹੈ। ਸਮੀਪ ਮੁਕਤੀ। ਹਾਂ, ਇੱਕ ਹੈ ਵਿੱਚ ਸਮਾ ਜਾਣਾ, ਲੀਨ ਹੋ ਕੇਵਲ ਵਲੀਨਤਾ। ਲੀਨਤਾ ਵਲੀਨਤਾ, ਜੋ ਪਾਣੀ ਸੰਗ ਪਾਣੀ ਮਿਲ ਜਾਣਾ, ਪਾਣੀ ਨਾਲ ਪਾਣੀ ਮਿਲ ਜਾਣਾ। ਜਲ ਜੋ ਜਲ में जल आए घटाना ਤੇ ਜੋਤੀ ਸੰਗ ਜੋ ਸਮਾ ਜਾਣਾ ਪਿੱਛੇ। ਇਹ 4 ਪ੍ਰਕਾਰ ਦੀ ਹੈ ਭਗਤ ਬੰਦੇ ਨੇ ਇਹ ਮੁਕਤੀ। ਹਾਂ, ਮੁਕਤੀ। ਬੰਦ ਕਰ।